जी पाजी, वेलकम टू पाजी पॉडकास्ट। ਅੱਜ ਸਾਡੇ ਨਾਲ ਇੱਕ ਬੜੀ ਸਪੈਸ਼ਲ ਸ਼ਖਸੀਅਤ ਮੌਜੂਦ ਨੇ ਤੇ ਬੜੇ ਸੀਨੀਅਰ ਸਾਡੇ ਸਹਾਫੀ ਨੇ। ਤੰਜ਼ੀਆ ਬੜਾ ਅੱਛਾ ਤੰਜ਼ ਲਿਖਦੇ ਨੇ, ਸਟਾਇਰ ਲਿਖਦੇ ਨੇ ਤੇ ਕਨਵਰ ਖਲਦੂਨ ਸ਼ਾਹਿਦ ਸਾਹਿਬ, ਥੈਂਕ ਯੂ ਵੈਰੀ ਮਚ ਫॉर ਜੁਆਇਨਿੰਗ ਮੀ। ਤੇ ਕੀ ਹਾਲ ਹੈ ਤੁਹਾਡਾ? ਸ਼ੁਕਰੀਆ ਹਮਜ਼ਾ, ਤੁਸੀਂ ਮੈਨੂੰ ਦਾਵਤ ਦਿੱਤੀ। ਮੈਂ ਤੇ ਤੁਹਾਨੂੰ ਪਿਛਲੀ ਵਾਰੀ ਵੀ ਤੁਹਾਨੂੰ ਦੱਸਿਆ ਸੀ ਕਿ ਮੈਂ ਪਾਜੀ ਪੋਡਕਾਸਟ ਦਾ ਤੇ ਬੜਾ ਮੈਂ ਮਦਾਹ ਹੈਗਾ, ਮੈਂ ਬੜੇ ਸ਼ੌਕ ਨਾਲ ਸੁਣਨਾ। ਤੇ ਮੈਂ ਤੁਹਾਡੇ ਵਰਗੇ, ਤੁਹਾਡਾ ਜਿਹੜਾ ਪੋਡਕਾਸਟ ਹੈ ਉਹ ਬੜਾ ਪੰਚੀ ਹੈਗਾ। ਤੁਸੀਂ ਇਸ ਦੇ ਵਿੱਚ ਵੀ ਬੜਾ ਤੁਸੀਂ ਸੈਟਾਇਰ ਕਰਦੇ ਹੋ, ਤੰਜ਼ ਕਰਦੇ ਹੋ ਤੇ ਮੌਜੂ ਵੀ ਜਿਹੜੇ ਨੇ ਤੁਸੀਂ ਬੜੇ ਚੁਣ ਕੇ ਦੇਣਾ ਉਹ ਰੱਖਦੇ ਹੋ। ਤੇ ਅੱਜ ਦਾ ਵੀ ਜਿਹੜਾ ਮੌਜੂ ਹੈਗਾ ਉਹ ਵੀ ਬੜਾ ਐਕਸਪਲੋਸਿਵ ਹੈਗਾ। ਤੇ ਪਰ ਮੈਂ ਇੱਕ ਗੱਲ ਮੈਂ ਪਹਿਲੇ ਕਰਨਾ ਚਾਹੁੰਦਾ ਕਿ ਜੀ ਪੰਜਾਬੀ ਮੇਰੀ ਮਾਂ ਬੋਲੀ ਨਹੀਂ ਹੈਗੀ, ਤੇ ਮੈਂ ਕੋਈ ਗਲਤੀ ਕਰ ਦੇਵਾਂ, ਕੋਈ ਤਲਫਜ਼ ਉੱਤੇ ਥੱਲੇ ਹੋ ਜਾਏ ਤੇ ਉਹਦੇ ਲਈ ਮਾਜ਼ਰਤ ਮੈਂ ਪਹਿਲੇ ਹੀ ਮੰਗ ਲਵਾਂ। ਤੁਸੀਂ ਬੜੀ ਚੰਗੀ ਬੋਲ ਰਹੇ ਹੋ ਜੀ, ਕੀ ਗੱਲ ਕਰ ਰਹੇ ਹੋ? ਨਹੀਂ, ਫਿਰ ਵੀ ਬੰਦੇ ਨੂੰ ਅੱਜ ਕੱਲ੍ਹ ਉਹ ਹੁੰਦਾ ਨਹੀਂ ਕਿ ਅੱਜ ਕੱਲ੍ਹ ਉਹ ਇੱਕ ਕਲਚਰਲ ਅਪਰੋਪਰੀਏਸ਼ਨ ਹੁੰਦੀ ਹੈ ਤੇ ਇੱਕ ਲਿੰਗੁਇਸਟਿਕ ਅਪਰੋਪਰੀਏਸ਼ਨ ਦੇ ਇਲਜ਼ਾਮਾਤ ਲੱਗ ਜਾਂਦੇ। ਮੈਨੂੰ ਤਾਂ ਫਰਕ ਨਹੀਂ ਪੈਂਦਾ, ਮੈਂ ਤੁਹਾਡੇ ਲਈ ਉਹ ਅੱਜ ਕੱਲ੍ਹ ਨਹੀਂ ਪਤਾ ਲੱਗਦਾ ਜੀ ਕਿਹੜੇ ਤੁਹਾਡੇ ਉੱਤੇ ਕਿਹੜੇ ਇਲਜ਼ਾਮਾਤ ਲੱਗ ਜਾਣ। ਤੇ ਪਰ ਨਹੀਂ, ਤੁਸੀਂ ਇਹ ਬੜਾ ਚੰਗਾ ਕੰਮ ਕਰ ਰਹੇ ਹੋ। ਬਲਕਿ ਆਪਾਂ ਜਿਹੜੀ ਅੱਜ ਦੀ ਮੈਨੂੰ ਲੱਗਦਾ ਗੁਫ਼ਤਗੂ ਦਾ ਆਗਾਜ਼ ਜਿਹੜਾ ਨਾ, ਇਹ ਤੁਹਾਡਾ ਜਿਹੜਾ ਕੱਲ ਆਰਟੀਕਲ ਛਪਿਆ ਹੈ ਹਾਰਿਸ 'ਚ, ਉਸ ਤੋਂ ਕਰਨਾ ਚਾਹੀਦਾ। ਤੇ ਉਹਦੇ ਵਿੱਚ ਤੁਸੀਂ ਆਰਗੂ ਵੀ ਇਹੀ ਕੀਤਾ ਕਿ ਜੀ ਇਹੋ ਜਿਹੀ ਜਿਹੜਾ ਨੈਰੇਟਿਵ ਬਿਆਨੀਆ ਜਿਹੜਾ ਹੈਗਾ ਉਹ ਖਾਸ ਕਰਕੇ ਜਿਹੜੇ ਸਾਡੇ ਲੋਕਲ ਜ਼ੁਬਾਨਾਂ 'ਚ ਵੀ ਕਰਨਾ ਚਾਹੀਦਾ। ਤਦ ਮਤਲਬ ਜਿਹੜਾ ਆਲਟਰਨੇਟਿਵ ਮੁਤਬਾਦਲ ਜਿਹੜਾ ਹੈਗਾ ਬਿਆਨੀਆ ਨਜ਼ਰੀਆ, ਉਹ ਤੇ ਆਪਾਂ ਦੱਸਦੇ ਹੀ ਨਹੀਂ। ਤੇ ਮੈਨੂੰ ਲੱਗਦਾ ਹੈ ਤੁਸੀਂ ਬੜਾ ਚੰਗਾ ਕੰਮ ਕਰ ਰਹੇ ਹੋ। ਤਾਂ ਆਪਣਾ ਜਿਹੜਾ ਐਕਸਪੀਰੀਅੰਸ ਤੁਹਾਡਾ ਹੈ ਉਹ ਆਰਟੀਕਲ ਦਾ ਉਹ ਦੱਸੋ ਤੇ ਫਿਰ ਆਪਾਂ ਅੱਗੇ ਵਧਦੇ ਹਾਂ। ਜੀ ਜੀ, ਬੜੀ ਮਿਹਰਬਾਨੀ। ਤੇ ਪਹਿਲੇ ਤੇ ਇਹ ਦੱਸਾਂ ਕਿ ਅੱਜ ਦਾ ਟੌਪਿਕ ਹੈ ਸਾਡਾ ਪਾਕਿਸਤਾਨ ਰਿਲੇਸ਼ਨਸ ਦੇ ਬਾਰੇ ਵਿੱਚ, ਤੇ ਉਸੇ ਦਾ ਹੀ ਟੌਪਿਕ ਮੈਂ ਆਰਟੀਕਲ ਵੀ ਲਿਖਿਆ ਸੀ। ਤੇ ਕਨਵਰ ਭਾਈ ਪਹਿਲੇ ਹਾਰਿਟਸ ਦੇ ਉੱਤੇ ਬਹੁਤ ਜ਼ਿਆਦਾ ਲਿਖ ਚੁੱਕੇ ਨੇ ਤੇ ਉਹਨੂੰ ਪੜ੍ਹ ਕੇ ਮੈਂ ਸਿੱਖਿਆ ਕਿ ਕਿਸ ਤਰ੍ਹਾਂ ਅੰਗਰੇਜ਼ੀ ਵਿੱਚ ਲਿਖਣਾ ਚਾਹੀਦਾ। ਤੇ ਨਹੀਂ ਤੇ ਫਿਰ ਮੈਂ ਬੜੇ ਹਾਰਿਟਸ ਵੀ ਇਹ ਪਾਕਿਸਤਾਨੀਆਂ ਨੂੰ ਸਮਝਣੇ ਦੀ ਜ਼ਰੂਰਤ ਹੈ ਕਿ ਹਾਰਿਟਸ ਇਜ਼ਰਾइल ਦਾ ਸਭ ਤੋਂ ओल्डेस्ट रनिंग और मोस्ट प्रेस्टिजियस न्यूज़पेपर तो है, लेकिन वो इंतहाई लिबरल भी है। तो वो एंटी ऑक्यूपेशन भी कंसिडर किया जाता है। इजराइल दी राइट विंग हारिट्स ने हमेशा खिलाफ रहंदी है कि तुसी फलस्तीनिया दे हकूक दे बारे विच क्यों इन्ना सपोर्ट कर रहे हो, क्यों इन्ना लिख रहे हो। मैनू कल बड़े कोई फलस्तीन मेरे दोस्त सी, कोई सऊदी दोस्त सी, उन्हें मैनू यह कहा कि तुहाडे लिए प्राउड मोमेंट है कि तुसी एक इजराइली अखबार दे उत्ते लिख रहे हो ते फलस्तीन नाल कर रहे ने। ਤੇ ਮੈਂ ਸਭ ਨੂੰ ਇੰਡੀਵਿਜੂਅਲੀ ਸਮਝਾਣਾ ਮੈਨੂੰ ਪਿਆ ਕਿ ਇਹ ਹਾਰਿਟਸ ਉਸ ਤਰ੍ਹਾਂ ਦਾ ਅਖਬਾਰ ਨਹੀਂ ਹੈ, ਇਹ ਬੜਾ ਲਿਬਰਲ, ਬੜਾ ਐਂਟੀ ਆਕੂਪੇਸ਼ਨ ਅਖਬਾਰ ਹੈ। ਸਭ ਤੋਂ ਪਹਿਲੇ ਇਹ ਸਮਝਣੇ ਦੀ ਜ਼ਰੂਰਤ ਹੈ। ਬਿਲਕੁਲ ਜੀ, ਬਿਲਕੁਲ। ਦੁਨੀਆ 'ਚ ਜਿੰਨੇ ਵੀ ਅਖਬਾਰ ਹੈਗੇ, ਹਾਰਿਟਸ ਦਾ ਇੱਕ ਰੁਤਬਾ ਹੈਗਾ ਤੇ ਉਹ ਇਜ਼ਰਾਈਲੀ ਜਿਹੜਾ ਫੌਜੀ ਕਬਜ਼ਾ ਹੈਗਾ ਫਲਸਤੀਨ ਦੇ ਇਲਾਕਿਆਂ 'ਚ, ਤੇ ਉਹ ਤੇ ਇਹ ਵੀ ਕਹਿੰਦੇ ਕਿ ਜੀ ਇਜ਼ਰਾਈਲੀ ਅਪਾਰਥਾਈਡ ਹੈਗਾ। ਤੇ ਇਹ ਤੇ ਸਾਰਾ ਗਲੋਬਲ ਜਿਹੜਾ ਖੱਬੇ ਦਾ ਜਿਹੜਾ ਨੈਰੇਟਿਵ ਹੈਗਾ, ਲੈਫਟਿਸਟ ਨੈਰੇਟਿਵ ਹੈਗਾ, ਇਹ ਉਹ ਜਿਹੜਾ ਗਲੋਬਲ ਹੈਗਾ ਹਾਰਿਸ 'ਚ ਵੀ ਉਹ ਛਪਦਾ ਹੈ। ਪਰ ਉਹਦੇ ਵਿੱਚ ਉਹ ਕੋਸ਼ਿਸ਼ ਜ਼ਾਹਿਰ ਹੁੰਦੀ ਹੈ ਜਿਹੜੀ ਸਾਰੇ ਅਖਬਾਰਾਂ 'ਚ ਹੋਣੀ ਚਾਹੀਦੀ ਹੈ, ਸਾਰੇ ਮੁਲਕਾਂ 'ਚ ਹੋਣੀ ਚਾਹੀਦੀ ਹੈ, ਕਿ ਜਿਹੜਾ ਮੁਤਬਾਦਿਲ ਜਿਹੜਾ ਬਿਆਨੀਆ ਹੈ, ਨਜ਼ਰੀਆ, ਉਹ ਵੀ ਤੁਸੀਂ ਲੋਕਾਂ ਨੂੰ ਦੱਸੋ। ਭਾਵੇਂ ਤੁਸੀਂ ਉਹਦੇ ਨਾਲ ਇਤਫਾਕ ਕਰੋ ਜਾਂ ਨਾ ਕਰੋ, ਉਹ ਬਹਿਸ ਤੇ ਕਰੋ ਨਾ, ਉਹ ਗੱਲ ਤੇ ਕਰੋ ਨਾ ਉਹਦੇ ਬਾਰੇ 'ਚ। ਬਿਲਕੁਲ ਬਿਲਕੁਲ। ਕਨਵਰ ਭਾਈ, ਇੱਕ ਗੱਲ ਮੈਂ ਸੋਚ ਰਿਹਾ ਸੀ ਕਿ ਵੇਖੋ, ਤੁਹਾਨੂੰ ਵੀ ਹਾਰਿਟਸ ਨੇ ਮੌਕਾ ਦਿੱਤਾ ਕਿ ਤੁਸੀਂ ਪਾਕਿਸਤਾਨ ਦਾ ਵਰਜ਼ਨ, ਪਾਕਿਸਤਾਨ ਦਾ ਪਰਸਪੈਕਟਿਵ ਉੱਥੇ ਦਿਓ, ਇਜ਼ਰਾਈਲੀ ਆਡੀਅנס ਪੜ੍ਹੇ ਸਮਝੇ। ਮੈਨੂੰ ਵੀ ਮੌਕਾ ਦਿੱਤਾ, ਹੋਰ ਵੀ ਕੁਝ ਪਾਕਿਸਤਾਨੀ ਰਾਈਟਰਸ ਨੇ ਜਿਹੜੇ ਲਿਖ ਰਹੇ ਨੇ ਹਾਰਿਟਸ ਔਰ ਹੋਰ ਇਜ਼ਰਾਈਲੀ ਅਖਬਾਰਾਂ ਦੇ ਵਿੱਚ। ਲੇਕਿਨ ਸਾਡੇ ਜਿਹੜੇ ਵੱਡੇ ਅਖਬਾਰ ਨੇ, ਡੌਨ ਹੋ ਗਿਆ, ਦ ਨਿਊਜ਼ ਹੋ ਗਿਆ, ਇਹਦੇ ਵਿੱਚ ਅਸੀਂ ਨਹੀਂ ਵੇਖਦੇ ਕਿ ਕੋਈ ਵੱਡੇ ਇਜ਼ਰਾਈਲੀ ਇੰਟੈਲੈਕਚੁਅਲਸ ਕੰਟਰੀਬਿਊਟ ਕਰ ਰਹੇ ਨੇ ਪਬਲਿਕ ਡਿਸਕੋਰਸ ਵਿੱਚ। ਤੇ ਇਹਦਾ ਕੀ ਰੀਜ਼ਨ ਹੈ? ਮੈਂ ਤੁਹਾਨੂੰ ਇੱਕ ਮਜ਼ੇ ਦੀ ਗੱਲ ਦੱਸਦਾ, ਪਤਾ ਨਹੀਂ ਤੁਹਾਨੂੰ ਯਾਦ ਹੈ ਕਿ ਨਹੀਂ, ਅੱਜ ਤੋਂ ਕੁਝ 4-5 ਸਾਲ ਪਹਿਲਾਂ ਨਾ ਮੈਂ ਅਖਬਾਰ ਦਾ ਨਾਂ ਨਹੀਂ ਲਵਾਂਗਾ ਕਿ ਉਹ ਸ਼ਾਇਦ ਅਖਬਾਰ ਦੇ ਲਈ ਉਹ ਚੰਗਾ ਹੋਵੇ ਨਾ ਹੋਵੇ, 2-3 ਅੰਗਰੇਜ਼ੀ ਅਖਬਾਰ ਪਾਕਿਸਤਾਨ 'ਚ ਉਹਨਾਂ ਨੇ ਪਾਕਿਸਤਾਨੀ ਰਾਈਟਰ ਦੇ ਮਜ਼ਮੂਨ ਛਾਪੇ ਨੇ, ਜਿਹੜੇ ਇਹ ਆਰਗੂ ਕਰ ਰਹੇ ਸੀਗੇ ਅੱਜ ਤੋਂ 4-5 ਸਾਲ ਪਹਿਲਾਂ। ਸੋਚ ਵੀ ਨਹੀਂ ਸਕਦਾ ਸੀ ਬੰਦਾ ਕਿ ਜੀ ਪਾਕਿਸਤਾਨ ਦੇ ਤਾਲੁਕਾਤ ਹੋਣੇ ਚਾਹੀਦੇ ਇਜ਼ਰਾइल ਦੇ ਨਾਲ। ਤੇ ਇਹ ਸਮਝਣਾ ਬੜਾ ਜ਼ਰੂਰੀ ਹੈਗਾ। ਅੱਜ ਤੇ ਚਲੋ ਸ਼ੁਕਰ ਹੈ ਹੋਰ ਲੋਕ ਵੀ ਇਹ ਗੱਲ ਕਰ ਰਹੇ ਨੇ ਕਿ ਤਾਲੁਕਾਤ ਬਣਾਉਣੇ ਦਾ ਮਤਲਬ ਇਹ ਨਹੀਂ ਹੈਗਾ ਕਿ ਉਹਨਾਂ ਦੀ ਜਿਹੜੇ ਜ਼ੁਲਮ ਹੈਗੇ ਜਾਂ ਜ਼ਿਆਦਤੀ ਹੈਗੀ ਉਹਨਾਂ ਨੂੰ ਵੀ ਤੁਸੀਂ ਤਸਲੀਮ ਕਰ ਲਓ। ਤੇ ਇਹ ਮਤਲਬ ਤੁਸੀਂ ਜੇ ਫੌਜੀ ਮਜ਼ਾਲਿਮ ਹੈਗੇ ਹੈ ਕਿ ਦੁਨੀਆ 'ਚ ਕਿੰਨੀ ਕੋ ਸਟੇਟ, ਕਿੰਨੀ ਕੋ ਰਿਆਸਤਾਂ ਹੋਣਗੀ ਜਿਨ੍ਹਾਂ ਦੇ
ਹੱਥਾਂ 'ਚ ਖੂਨ ਨਹੀਂ ਹੈਗਾ ਮਾਸੂਮਾਂ ਦਾ। ਮਤਲਬ ਬੰਦਾ ਜਦੋਂ ਤੁਸੀਂ ਇਸ ਗੱਲ ਤੇ ਆ ਜਾਂਦੇ ਹੋ ਨਾ, ਤੇ ਫਿਰ ਤੁਸੀਂ ਇੱਕ ਰਿਆਸਤ ਹੈਗੀ ਹੈ ਉਹਨੂੰ ਬੋਇਕਾਟ ਕਰਨਾ ਤੇ ਬਾਕੀਆਂ ਨੂੰ ਨਹੀਂ ਕਰਨਾ, ਇਹਦੀ ਮੈਨੂੰ ਤਾਂ ਨਹੀਂ ਅੱਜ ਤੱਕ ਸਮਝ ਲੱਗੀ। ਸ਼ਾਇਦ ਮੇਰੀ ਕੋਈ ਕਮਜ਼ੋਰੀ ਹੈਗੀ ਹੈ, ਥੋੜਾ ਮੈਂ ਸਮਝਣ ਦੀ ਕੋਸ਼ਿਸ਼ ਵੀ ਕੀਤੀ ਹੈ ਕਿ ਤੁਸੀਂ ਉਹਨੂੰ ਇੱਕ ਰਿਆਸਤ ਨੂੰ ਤੁਸੀਂ ਕਹਿੰਦੇ ਹੋ ਕਿ ਇਹ ਗੈਰ ਕਾਨੂੰਨੀ ਹੈਗੀ ਹੈ, ਤੇ ਹੋਰ ਜਿਹੜਾ ਉਸ ਟਾਈਮ 'ਚ 40 ਦੀ ਦਹਾਈ 'ਚ ਤੇ ਬੜੀ ਦੁਨੀਆ 'ਚ ਬੜਾ ਕੁਛ ਉੱਤੇ ਥੱਲੇ ਹੋਇਆ, ਬੜੀ ਮਸਨੂਈ ਕਾਰਵਾਈਆਂ ਕੀਤੀ ਗਈ ਸੀ, ਬੜੇ ਸਰੀਰ 'ਚ ਵੀ ਕੀਤੀ ਗਈ ਸੀ। ਤੇ ਇਹ ਸਮਝਣ ਦੀ ਮੈਂ ਕੋਸ਼ਿਸ਼ ਕਰਨਾ। ਮੈਂ ਤਾਂ ਨਹੀਂ ਕਹਿੰਦਾ ਕਿ ਮੈਨੂੰ ਸਾਰਾ ਜਿਹੜਾ ਉਹ ਤਾਰੀਖ ਜਿਹੜੀ ਹੈ, ਸਾਰਾ ਜਿਹੜਾ ਉਹਨਾਂ ਦਾ ਨਜ਼ਰੀਆ ਮੈਨੂੰ ਸਮਝ ਲੱਗਦਾ, ਪਰ ਅੱਜ ਦੀ ਤਾਰੀਖ 'ਚ ਤੇ ਮੈਨੂੰ ਨਹੀਂ ਉਹਦੀ ਸਮਝ ਲੱਗਦੀ ਕਿ ਤੁਸੀਂ ਇੱਕ ਰਿਆਸਤ ਨੂੰ ਕਿਉਂ ਸਿੰਗਲ ਆਊਟ ਕਰ ਰਹੇ ਹੋ। ਮੈਨੂੰ ਇਦਾਂ ਕਨਵਰ ਭਾਈ, ਇਦਾਂ ਦੂਜਾ ਆਰਗੂਮੈਂਟ ਇਹ ਮੈਨੂੰ ਸੈਨੇਟਰ ਮੁਸ਼ਾਹਿਦ ਹੁਸੈਨ ਨੇ ਦੱਸਿਆ, ਜਿਹੜੇ ਸੈਨੇਟ ਫੋਰਨ ਅਫੇਅਰਸ ਕਮੇਟੀ ਦੇ ਚੇਅਰਮੈਨ ਵੀ ਨੇ, ਤੇ ਉਹ ਇਹ ਕਹਿੰਦੇ ਨੇ ਕਿ ਜਿਹੜਾ ਫਲਸਤੀਨ ਦਾ ਕੌਜ਼ ਹੈ ਇਹ ਪਾਕਿਸਤਾਨ ਦੇ ਜੈਨੇਸਿਸ ਦਾ ਹਿੱਸਾ ਹੈ, ਮਤਲਬ ਪਾਕਿਸਤਾਨ ਦੇ ਆਗਾਜ਼ ਦਾ, ਪਾਕਿਸਤਾਨ ਦੀ ਬਰਥ ਦਾ ਹਿੱਸਾ ਹੈ, ਤੇ ਇਹ ਕਾਇਦ ਦਾ ਫਰਮਾਨ ਹੈ। ਤੇ ਕਾਇਦ ਨੇ ਕਿਹਾ ਸੀ ਇਜ਼ਰਾਈਲ ਨੂੰ ਐਕਸੈਪਟ ਨਹੀਂ ਕਰ। ਇਜ਼ਰਾਈਲ ਨੇ ਕੋਸ਼ਿਸ਼ ਵੀ ਕੀਤੀ ਸੀ 1947-48 ਵਿੱਚ, ਲੈ ਉਹ ਟੈਲੀਗ੍ਰਾਮ ਭੇਜਿਆ ਲੇਕਿਨ ਉਹ ਅਸੀਂ ਰਿਪਲਾਈ ਨਹੀਂ ਕੀਤਾ, ਤੇ ਉਹ ਕਹਿੰਦੇ ਨੇ ਤਬ ਦੀ ਪਾਲਿਸੀ ਚੱਲ ਰਹੀ ਹੈ। ਤੇ ਇਹਦਾ ਤੁਸੀਂ ਕੀ ਕਾਊਂਟਰ ਆਰਗੂਮੈਂਟ ਦਿਓਗੇ ਕਿ ਕਾਇਦ ਦੇ ਫਰਮਾਨ ਦੇ ਖਿਲਾਫ ਅਸੀਂ ਚਲੇ ਜਾਈਏ? ਕਾਇਦ ਦੇ ਤਾਂ ਹੋਰ ਵੀ ਬੜੀ ਗੱਲਾਂ ਕੀਤੀਆਂ ਨੇ, ਉਹਦੇ 'ਚ ਤਾਂ ਆਪਾਂ ਨਹੀਂ ਕੋਈ ਉਹਨਾਂ ਦੀ ਗੱਲ ਸੁਣਦੇ। ਉਹ ਤਾਂ ਇਹ ਵੀ ਕਹਿੰਦੇ ਕਿ ਮੈਂ ਕੌਣ ਹੁੰਦਾ ਅਹਿਮਦੀਆਂ ਨੂੰ ਗੈਰ ਮੁਸਲਿਮ ਕਹਿਣ ਵਾਲਾ, ਤੇ ਉਹ ਵੀ ਫਿਰ ਉਹ ਵੀ ਗੱਲ ਉਹਨਾਂ ਦੀ ਮੰਨੋ। ਕਾਇਦ ਮੈਂ ਨਹੀਂ ਚਾਹੁੰਦਾ ਕਿ ਇਹ ਸਾਡੀ ਜਿਹੜੀ ਪੋਡਕਾਸਟ ਹੈ ਕਾਇਦ ਆਜ਼ਮ ਦੇ ਬਾਰੇ 'ਚ, ਜਿਨ੍ਹਾਂ ਸਾਹਿਬ ਦੇ ਬਾਰੇ 'ਚ ਬਣ ਜਾਏ, ਪਰ ਉਹਨਾਂ ਦੀ ਗੱਲਾਂ 'ਚ ਬਥੇਰੀਆਂ ਕੰਟਰਡਿਕਸ਼ਨ ਸੀਗੀਆਂ। ਦੂਜਾ ਇਹ ਕਿ ਜੀ 1948 'ਚ ਤੇ ਇਜ਼ਰਾਈਲ ਬਣਿਆ, ਅਗਸਤ 1948 'ਚ ਉਹਨਾਂ ਦੀ ਵਫਾਤ ਹੋ ਗਈ, ਤੇ ਉਸ ਵੇਲੇ ਇੰਨੀ ਅਨਸਰਟਨਟੀਜ਼ ਹੈਗੀਆਂ ਸੀਗੀ। ਤੁਸੀਂ ਇਹ ਨਹੀਂ ਕਹਿ ਸਕਦੇ ਕਿ ਜੀ ਉਸ 1947 'ਚ ਤੁਸੀਂ ਜਿਹੜੀ ਗੱਲ ਕਹਿ ਦਿੱਤੀ ਹੈ ਹੁਣ ਇਹ ਜਿਹੜੀ ਹੈਗੀ ਹੈ ਉਹ ਪੱਥਰ ਤੇ ਲਕੀਰ ਹੋ ਗਈ ਹੈ। ਕਿਤੇ ਕਾਇਦ ਨੇ ਤੇ ਚਲੋ ਠੀਕ ਹੈ, ਉਹਨਾਂ ਦੀ ਇਸਲਾਮਿਸਟ ਨਜ਼ਰੀਆਤ ਦੀ ਤਕਰੀਰਾਂ ਵੀ ਹੈਗੀਆਂ, ਪਰ ਉਹਨਾਂ ਨੇ ਤਾਂ ਬੜਾ ਕਲੀਅਰਲੀ ਇਹ ਵੀ ਕਿਹਾ ਸੀ ਕਿ ਜੀ ਪਾਕਿਸਤਾਨ ਥਿਓਕ੍ਰੈਟਿਕ ਸਟੇਟ ਨਹੀਂ ਹੋਵੇਗੀ, ਤੁਸੀਂ ਤੇ ਇਸਲਾਮ ਤੇ ਸ਼ਰੀਅਤ ਤੇ ਇਸ ਗੱਲ ਤੋਂ ਤੁਸੀਂ ਅੱਗੇ ਪਿੱਛੇ ਹੁੰਦੀ ਨਹੀਂ। ਤੇ ਇਹ ਤੇ ਇੱਕ ਦੱਸੋ ਨਹੀਂ ਪਲੀਜ਼ ਕੰਟੀਨਿਊ। ਹਾਂ, ਤੇ ਦੂਜਾ ਜਿਹੜਾ ਇਹ ਮਤਲਬ ਉਹ ਜਿਹੜੀ ਤੁਸੀਂ ਉਹਦੇ ਚੱਲ ਜਾਓ ਕਿ ਸਾਡਾ ਜਿਹੜਾ ਬੁਨਿਆਦੀ ਪਾਕਿਸਤਾਨ ਬਣਾਉਣ ਦਾ ਮਕਸਦ ਕੀ ਸੀ, ਉਹ ਤਾਂ ਸਾਨੂੰ ਕੋਈ 72 ਸਾਲ ਹੋ ਗਏ ਤਾਂ ਅੱਜ ਵੀ ਸਾਨੂੰ ਨਹੀਂ ਪਤਾ ਲੱਗਿਆ ਕਿ ਜੀ ਕੀ ਮਕਸਦ ਸੀਗਾ। ਤਾਂ ਉਹਨੂੰ ਤੁਸੀਂ ਫਲਸਤੀਨ ਨਾਲ ਕਨੈਕਟ ਕਰਨਾ ਦਾ ਮਤਲਬ ਉਹੀ ਹੈ ਕਿ ਤੁਸੀਂ ਉਹੀ ਕਹੋ ਕਿ ਜੀ ਮੁਹੰਮਦ ਬਿਨ ਕਾਸਿਮ ਪਹਿਲਾਂ ਪਾਕਿਸਤਾਨੀ ਸੀ, ਤੇ ਉਹ ਜੀ ਨੀਲ ਕੇ ਸਾਹਿਲ ਤੇ ਤਾਪ ਖਾ ਕੇ ਕਾਸ਼ਗਰ, ਉਹ ਸਾਰਾ ਉਹੀ ਇਸਲਾਮਿਸਟ ਪੈਨ ਇਸਲਾਮਿਕ ਨੈਰੇਟਿਵ, ਉਹਦੇ ਤੋਂ ਹੀ ਅਸੀਂ ਤੇ ਆਪਣੇ ਆਪ ਨੂੰ ਸਾਨੂੰ ਕੱਢਣ ਦੀ ਲੋੜ ਹੈਗੀ ਹੈ ਕਿ ਭਾਈ ਜਿਹੜਾ ਤੁਸੀਂ ਬਿਆਨੀਆ ਪੈਨ ਇਸਲਾਮਿਸਟ ਜਿਹੜਾ ਤੁਸੀਂ ਬਣਾਇਆ ਪਾਕਿਸਤਾਨ 'ਚ, ਉਹੀ ਤੇ ਬੂਮਰੈਂਗ ਕਰ ਰਿਹਾ ਸਾਡੇ ਉੱਤੇ, ਉਹਦਾ ਹੀ ਤੇ ਸਾਨੂੰ ਨੁਕਸਾਨ ਹੋ ਰਿਹਾ। ਤੇ ਇੱਕ ਜਿਹੜਾ ਇੱਕ ਬਿਆਨੀਆ ਹੈ ਕਿ ਜੀ ਫਲਸਤੀਨ ਤੇ ਕਸ਼ਮੀਰ ਦੇ ਨਾਲ ਜਿਹੜੀ ਇਜ਼ਹਾਰੇ ਯਕੀਨੀ ਹੈਗੀ ਹੈ ਉਹ ਬਾਕੀ ਆਪਾਂ ਛੱਡ ਵੀ ਦਈਏ, ਤੇ ਕਸ਼ਮੀਰ ਦੇ ਸਾਡਾ ਜਿਹੜਾ ਬਿਆਨੀਆ ਨਾ ਉਹਦੇ ਲਈ ਬੜੀ ਜ਼ਰੂਰੀ ਹੈਗੀ ਹੈ। ਪਰ ਇਹ ਵੀ ਹੈ ਕਿ ਤੁਸੀਂ ਅੱਜ ਤੁਸੀਂ ਸੱਚ ਮੰਨ ਲਿਓ, ਉਹਨਾਂ ਦੇ ਨਾਲ ਸਾਡੀ ਇਜ਼ਹਾਰੇ ਯਕੀਨੀ ਇਸ ਲਈ ਨਹੀਂ ਹੈਗੀ ਕਿ ਅਸੀਂ ਕੋਈ ਉਹਨਾਂ ਨੂੰ ਇੱਕ ਇਖਲਾਕੀ ਕੋਈ ਸਾਡਾ ਉਹ ਨਹੀਂ ਹੈਗਾ ਸਪੋਰਟ ਉਹਨਾਂ ਦੇ ਨਾਲ। ਸਾਨੂੰ ਲੱਗਦਾ ਹੈ ਇਹ ਤਾਂ ਫੈਕਟ ਹੈਗਾ ਕਿ ਦੁਨੀਆ 'ਚ ਫਲਸਤੀਨ ਦੇ ਲਈ ਬਥੇਰੇ ਲੋਕ ਹੀ ਆਵਾਜ਼ ਉਠਾਉਂਦੇ ਨੇ ਤੇ ਕਸ਼ਮੀਰ ਦੇ ਲਈ ਕੋਈ ਨਹੀਂ ਉਠਾਉਂਦਾ। ਤੇ ਸਾਡਾ ਜਿਹੜਾ ਫਲਸਤੀਨ ਤੇ ਕਸ਼ਮੀਰ ਦੀ ਜਿਹੜੀ ਹਾਈਫਨੇਸ਼ਨ ਹੈਗੀ ਹੈ ਉਹਦਾ ਮਕਸਦ ਸਿਰਫ ਇਹ ਹੈਗਾ ਕਿ ਅਸੀਂ ਲੋਕਾਂ ਨੂੰ ਦੱਸੀਏ ਕਿ ਇਹ ਬਰਾਬਰ ਹੈਗਾ। ਤੇ ਜਦੋਂ ਤੁਸੀਂ ਫਲਸਤੀਨ ਦੇ ਬਾਰੇ 'ਚ ਆਵਾਜ਼ ਫਲਸਤੀਨ ਦੇ ਲਈ ਆਵਾਜ਼ ਚੁੱਕਦੇ ਹੋ ਤਾਂ ਕਸ਼ਮੀਰ ਦੇ ਲਈ ਵੀ ਕਰੋ। ਤੇ ਅੱਜ ਮਸਲਾ ਹੈਗਾ ਕਿ ਇਹ ਸਾਡਾ ਬਿਆਨੀਆ ਜਿਹੜਾ ਹੈਗਾ ਨਾ, ਇਹ ਮੁਸਲਿਮ ਦੁਨੀਆ ਨਹੀਂ ਮੰਨ ਰਹੀ ਤੇ ਬਾਕੀ ਦੁਨੀਆ ਨੇ ਕੀ ਮੰਨਣਾ। बिल्कुल। अच्छा कन्वर भाई, एक मैं सिंपल सवाल पूछना चाहूंगा कि क्या पाकिस्तान और इजराइल के इख्तलाफात जेड़े ने, क्या ये सियासी इख्तलाफात ने या मजहबी इख्तलाफात ने? ਮੈਨੂੰ ਤੇ ਇਖਤਲਾਫਾਤ ਮਾਜ਼ਰਤ ਦੇ ਨਾਲ, ਮੈਨੂੰ ਤੇ ਇਖਤਲਾਫਾਤ ਦਾ ਲਫ਼ਜ਼ ਹੀ ਮੈਨੂੰ ਨਹੀਂ ਸਮਝ ਲੱਗਦਾ। ਸਾਡੇ ਕੀ ਇਖਤਲਾਫਾਤ ਹੈਗੇ ਇਜ਼ਰਾਈਲ ਦੇ ਨਾਲ? 에어ਫੋਰਸ ਭੇਜੀ ਹੈ ਇਜ਼ਰਾਈਲ ਜਦੋਂ ਵੀ ਅਰਬ ਦੇ ਨਾਲ ਉਹਦੀ ਜੰਗ ਹੋਈ ਹੈ, ਉਹ 6 ਡੇ ਅਰਬ ਵਾਰ ਥੀ, ਸਾਡੇ ਲੋਕੀ ਸ਼ਹੀਦ ਵੀ ਹੋਏ ਨੇ ਉੱਥੇ, ਅਸੀਂ ਉਹ ਇਜ਼ਰਾਈਲ ਦੇ ਜੈਟ ਵੀ ਗਿਰਾਏ ਨੇ। ਤੇ ਮਤਲਬ ਪ੍ਰੋਪਰ ਇੱਕ ਇਜ਼ਰਾਈਲ ਇੱਕ ਜ਼ਮਾਨੇ 'ਚ, ਮੈਂ ਤੁਹਾਨੂੰ ਲਿੰਕ ਭੇਜਾਂਗਾ ਕਿਤਾਬ ਦਾ, ਇੱਕ ਜ਼ਮਾਨੇ 'ਚ ਇਹ ਵੀ ਲੋਕੀ ਐਲੀਗੇਸ਼ਨ ਲਾਉਂਦੇ ਨੇ ਕਿ ਇਜ਼ਰਾਈਲ ਸਾਡਾ ਨਿਊਕਲੀਅਰ ਪਲਾਂਟ ਤੇ ਧਮਾਕਾ ਕਰਨਾ ਚਾਹੁੰਦਾ ਸੀ ਇੰਡੀਆ ਦੇ ਨਾਲ। ਹਾਂਜੀ ਬਿਲਕੁਲ। ਤੇ ਮਤਲਬ ਇਖਤਲਾਫ ਤੇ ਨੇ ਨਹੀਂ, ਜਿਹੜੇ ਸਟੈਪ ਤੁਸੀਂ ਦੱਸ ਰਹੇ ਹੋ ਨਾ, ਇਹ ਥਿਊਰੀ ਜਿਹੜੀ ਹੈਗੀ ਕਿ ਜੀ ਉਹ ਨਿਊਕਲੀਅਰ ਪਲਾਂਟ 'ਚ ਜਿਹੜਾ ਧਮਾਕਾ, ਉਹ 80 ਦੀ ਦਹਾਈ 'ਚ ਉਸੇ ਵੇਲੇ ਆਪਾਂ ISI ਸਾਡੀ ਤੇ ਮੋਸਾਦ ਸਾਡੀ ਕੋਆਪਰੇਸ਼ਨ ਵੀ ਉਸ ਵੇਲੇ ਚੱਲ ਰਹੀ ਸੀ। ਤੇ ਇਹ ਵੀ ਸਾਡਾ ਬਿਆਨ ਹੀ ਹੈਗਾ ਕਿ ਉਹ ਸਾਰੇ ਉਸ ਜੋ ਹੈ ਨਾ ਸਾਡੇ ਨਿਊਕਲੀਅਰ ਪਲਾਂਟ ਤੇ ਉਹਨਾਂ ਨੇ ਹਮਲਾ ਕਰਨਾ ਹੈ, ਤੇ ਫਿਰ ਨਾਲੇ ਉਹ
ਜ਼ਿਆਉਲ ਹਕ ਦੇ ਟਾਈਮ ਤੇ ਆਪਾਂ ਉਹ ਅਸਲਾ ਇੰਪੋਰਟ ਕੀਤਾ, ਉਹਨਾਂ ਦੇ ਨਾਲ ਇੰਟੈਲੀਜੈਂਸ ਕੋਆਪਰੇਸ਼ਨ, ਤੇ ਉਹ ਹੋਰ ਸਾਰੀਆਂ ਗੱਲਾਂ ਤੁਸੀਂ ਛੱਡ ਦਿਓ ਤਾਂ ਜ਼ਾਹਿਰ CIA ਦੇ ਨਾਲ ਸਾਡੀ ਇੱਕ ਕੋਆਪਰੇਸ਼ਨ ਹੈਗੀ ਸੀ, ਤੇ ਜ਼ਾਹਿਰ ਮੁਸਾਦ ਨਾਲ ਬਾਈ ਡਿਫਾਲਟ ਹੋ ਜਾਣੀ ਸੀ। ਤੇ ਉਹੀ ਹੋਇਆ ਸੀ। war we drove the Soviets out with cooperation. ਹਾਂ, ਮਤਲਬ ਉਹ ਤੁਸੀਂ that is one way of looking at it, ਪਰ way of looking at it that is ਕਿ ਜੀ ਉਹ ਮਤਲਬ ਮੁਜਾਹਿਦੀਨ ਜਿਹੜੇ ਹੈ ਨਾ, ਮੁਜਾਹਿਦੀਨ ਨੇ ਉਹਨਾਂ ਨੂੰ ਬਾਹਰ ਕੱਢ ਦਿੱਤਾ। ਹਾਂ, ਤੇ ਉਹ ਜਿਹੜਾ ਹੈਗਾ ਕਿ ਉਹਨਾਂ ਦੇ ਨਾਲ ਇਖਤਲਾਫ, ਫਿਰ ਤੁਸੀਂ ਕਹਿ ਸਕਦੇ ਹੋ ਕਿ ਠੀਕ ਹੈ ਜੀ 1967 ਤੇ ਜਿਹੜੀ ਜੰਗ ਹੋਈ, 1973 ਤੇ ਪਾਕਿਸਤਾਨ 에ਅਰਫੋਰਸ ਇਨਵੋਲਵ ਸੀਗੀ। ਤੇ ਫਿਰ ਸਾਡੇ ਪਰ ਦੂਜੇ ਪਾਸੇ ਇਹ ਵੀ ਵੇਖੋ ਨਾ ਕਿ ਜ਼ਿਆਉਲ ਹਕ ਸਾਹਿਬ ਨੇ PLO ਨੂੰ ਬੜਾ ਖੁੱਲਾ ਕਿਹਾ ਸੀ ਕਿ ਤੁਸੀਂ ਇਜ਼ਰਾਈਲ ਨੂੰ ਤਸਲੀਮ ਕਰ ਲਓ। ਇਹ ਔਨ ਰਿਕਾਰਡ ਗੱਲ ਹੈਗੀ ਕਿ ਉਹਨਾਂ ਨੇ ਅਸੀਂ ਦਿਹਾਈ 'ਚ ਕਿਹਾ ਸੀ। ਕਿਉਂ ਕਿਹਾ ਸੀ? ਕਿ ਉਹਨਾਂ ਨੂੰ ਪਹਿਲੇ ਹੀ ਨਜ਼ਰ ਆ ਰਿਹਾ ਕਿ ਸਾਡਾ ਇੱਕ ਜਿਹੜਾ ਹੈ ਬਲੌਕ ਬਣ ਰਿਹਾ ਅਮਰੀਕਾ, ਸਾਡੀ ਸਬਆਰਡੀਨੇਸ਼ਨ ਹੈਗੀ ਅਮਰੀਕਾ ਦੇ ਨਾਲ, ਤੇ ਉਹ ਇੱਕ ਸਟ੍ਰੀਮਲਾਈਨ ਹੋ ਜਾਣੀ ਸੀ। ਅੱਛੀ ਤੋਂ ਦਿਹਾਈ ਤੋਂ ਇਹ ਜਿਹੜਾ ਅੱਜ ਗੱਲ ਤੁਸੀਂ ਖੁੱਲੇਆਮ ਕਰ ਰਹੇ ਨਾ ਕਿ ਜੀ ਇਜ਼ਰਾਈਲ ਨੂੰ ਦੇ ਨਾਲ ਤਾਲੁਕਾ ਬਣਾਉਣੇ ਨਹੀਂ ਬਣਾਉਣੇ, ਇਹ 80 ਦੀ ਦਿਹਾਈ 'ਚ ਚੱਲ ਰਿਹਾ ਕਿ ਕਿਉਂਕਿ ਸਾਡੀ ਕੋਆਪਰੇਸ਼ਨ ਹੈਗੀ ਹੈ ਮਿਲਟਰੀ, ਤੇ ਫਿਰ ਸਫਾਰਤੀ ਕਿਉਂ ਨਹੀਂ ਹੋਣੀ ਚਾਹੀਦੀ। ਤੇ ਇਹ ਉਹ ਇੱਕ ਹੈ ਬਿਆਨੀਆ ਉਸ ਟਾਈਮ ਦਾ। ਅੱਛਾ, ਪਾਕਿਸਤਾਨੀ ਉਲਮਾ ਵੀ ਇਸ ਡਿਬੇਟ ਵਿੱਚ ਆ ਗਏ ਨੇ, ਤੇ ਉਹ ਵੀ ਸ਼ੇਰਾਨੀ ਸਾਹਿਬ ਨੇ ਉਹਨੇ ਫਜ਼ਲੁਰ ਰਹਿਮਾਨ ਨੂੰ ਕੱਢਿਆ ਤੇ ਇਜ਼ਰਾਈਲ ਦੇ ਸਪੋਰਟ ਵਿੱਚ ਕਿਹਾ। ਤੇ ਕੀ ਹੋ ਰਿਹਾ ਹੈ ਕਨਵਰ ਭਾਈ? ਇਹ ਤੁਸੀਂ ਆਪਣੇ ਆਰਟੀਕਲ 'ਚ ਵੀ ਉਹ ਅਜਮਲ ਕਾਦਰੀ ਸਾਹਿਬ ਦੀ ਤੁਸੀਂ ਉਹ ਐਕਸਪੋਜ਼ੇ ਹੈ ਉਹਨਾਂ ਦਾ ਕਿ ਜੀ ਇਹ ਜੀ 1998 'ਚ ਪਾਕਿਸਤਾਨੀ ਵਫਦ ਜਿਹੜਾ ਹੈ ਉਹ ਇਜ਼ਰਾਈਲ ਗਿਆ ਸੀ। ਮੈਨੂੰ ਇਹ ਜਿਹੜਾ ਸ਼ੇਰਾਨੀ ਸਾਹਿਬ ਤੋਂ ਬਾਅਦ 'ਚ ਆਵਾਂਗਾ, ਉਹ ਜ਼ਿਆਦਾ ਦਿਲਚਸਪ ਫੈਕਟਰ ਹੈਗੇ। ਕਾਦਰੀ ਸਾਹਿਬ ਦੀ ਜਿਹੜੀ ਗੱਲ ਹੈ ਨਾ, ਮੈਨੂੰ ਤੁਸੀਂ ਟਵਿੱਟਰ ਤੇ ਜਿਹੜਾ ਟ੍ਰੈਂਡ, ਬਲਕਿ ਤੁਸੀਂ ਤੇ ਆਪਣੇ ਆਰਟੀਕਲ 'ਚ ਵੀ ਇਹ ਲਿਖਿਆ ਕਿ ਤੁਸੀਂ ਗੌਰ ਕਰੋ, ਇਹ ਜਿਹੜੇ PTI ਵਾਲੇ ਨੇ ਤੇ ਜਿਹੜੇ PMLN ਵਾਲੇ ਨੇ, ਇਹ ਇੱਕ ਦੂਸਰੇ ਨੂੰ ਜਿਹੜੇ ਨਾ ਅੱਜ ਕੱਲ ਕਹਿ ਰਹੇ ਨੇ ਕਿ ਤੁਸੀਂ ਯਹੂਦੀ ਏਜੰਟ ਹੋ ਤੇ ਤੁਸੀਂ ਯਹੂਦੀ ਏਜੰਟ। ਬਿਲਕੁਲ। ਹਾਲਾਂਕਿ ਫੈਸਲੇ ਸਾਰੇ ਜਿਹੜੇ ਹੈਗੇ ਨਾ ਉਹ ਕਰ ਰਹੇ ਨੇ, ਨਾ ਉਹ ਕਰ ਰਹੇ ਨੇ, ਉਹ ਫੌਜ ਕਰ ਰਹੀ ਹੈ। ਫੌਜ ਦੇ ਮਫਾਦਾਤ ਹੈਗੇ ਕਿ ਜੀ ਇਹਨਾਂ ਦੇ ਨਾਲ ਉਹ ਬਣਾਓ। ਤੁਸੀਂ ਗੌਰ ਕਰੋ ਨਾ, ਮਤਲਬ ਜਰਨਲਿਸਟ ਦੇ ਨਾਮ ਵੇਖੋ ਜਿਹੜੇ ਬੜੇ ਅੱਜ ਕੱਲ ਪ੍ਰੋ ਇਜ਼ਰਾਈਲ ਹੋ ਗਏ ਨੇ, ਕਾਮਰਾਨ ਖਾਨ, ਮੁਬਸ਼ਰ ਲੁਕਮਾਨ, ਅਹਿਮਦ ਕੁਰੈਸ਼ੀ ਸਾਹਿਬ, ਉਹ ਤੇ ਬਕਾਇਦਾ ਮਿਲਟਰੀ ਦੇ ਚੀਅਰ ਲੀਡਰ ਹੈਗੇ ਨੇ। ਤੇ ਇਹ ਜਾ ਕੇ ਬਲਕਿ ਅਹਿਮਦ ਕੁਰੈਸ਼ੀ ਤੇ ਮੁਬਸ਼ਰ ਲੁਕਮਾਨ ਦੋਨਾਂ ਨੇ ਇਜ਼ਰਾਈਲੀ TV ਚੈਨਲ 'ਚ ਜਾ ਕੇ ਇੰਟਰਵਿਊ ਦਿੱਤਾ। ਤੇ ਮੁਬਸ਼ਰ ਲੁਕਮਾਨ ਤੇ ਕਹਿੰਦੇ ਸਾਡੇ ਬੜੇ ਕਾਮਨ ਵੈਲਿਊਜ਼ ਹੈਗੀਆਂ, ਪਾਕਿਸਤਾਨ ਤੇ ਇਜ਼ਰਾਈਲ ਦੀ ਕਾਮਨ ਵੈਲਿਊਜ਼ ਹੈਗੀ। 70 ਸਾਲ ਤੁਸੀਂ ਗੋਡ ਕੇ ਸਾਨੂੰ ਭੁਲਾਈ ਗਏ ਹੋ ਕਿ ਜੀ ਉਹ ਸਾਡੇ ਦੁਸ਼ਮਣ ਹੈਗੇ ਹੈ, ਤੇ ਉਹ ਸਾਡੀ ਅੱਜ ਜਦੋਂ ਅਸੀਂ ਗੱਲ ਕਰ ਰਹੇ ਨੇ ਕਿ ਉਹਨਾਂ ਦੇ ਨਾਲ ਤਾਲੁਕਾਤ ਕਾਇਮ ਕਰਨੇ ਨੇ, ਤੇ ਉਹਦੇ ਨਾਲ ਅਸੀਂ ਕਨਸਪੀਰੇਸੀ ਥਿਊਰੀਜ਼ ਵੀ ਉਹ ਟਰਨ ਆਊਟ ਕਰਨ ਦੇ ਨੇ ਕਿ ਜੀ ਉਹ ਤੇ ਮਤਲਬ PTI ਵਾਲੇ ਉਹਨਾਂ ਨੂੰ ਇਜ਼ਰਾਈਲੀ ਲੌਬੀ ਕਹਿ ਰਹੇ ਨੇ, ਤੇ ਉਹ ਉਹਨਾਂ ਨੂੰ ਇਜ਼ਰਾਈਲੀ ਲੌਬੀ ਕਹਿ ਰਹੇ ਨੇ, ਤੇ ਉਹ ਵੀ ਹੋ ਰਹੇ ਨਾਲ। ਤੇ ਜਿਹੜੇ ਸਾਡੇ ਫੈਸਲੇ ਅਸਲ 'ਚ ਕਰਦੇ ਨੇ, ਉਹ ਫੈਸਲੇ ਕਰ ਰਹੇ ਨੇ, ਤੇ ਫੈਸਲਾ ਹੋ ਜਾਣਾ, ਜਲਦੀ ਹੋ ਜਾਣਾ। ਲੇਕਿਨ ਇਹ ਤੁਸੀਂ ਵੇਖੋ ਕਿ ਇਹ ਪਬਲਿਕ ਓਪੀਨੀਅਨ ਨੂੰ ਕਿਸ ਤਰ੍ਹਾਂ ਮੈਨੇਜ ਕੀਤਾ ਜਾਂਦਾ ਹੈ ਕਿ ਕੋਈ ਵੀ ਪਾਰਟੀ ਜ਼ਿੰਮੇਵਾਰੀ ਨਹੀਂ ਲੈਣਾ ਚਾਹੁੰਦੀ ਕਿ PTI ਤੇ ਜਦੋਂ ਇਲਜ਼ਾਮ ਲਗਾ ਕਿ ਤੁਹਾਡੀ ਟਰਮ ਵਿੱਚ ਇਹ ਟਾਈਜ਼ ਹੋ ਰਹੇ ਨੇ, ਤੇ ਉਹਨੇ ਫੌਰਨ ਡਿਫਲੈਕਟ ਕੀਤਾ। ਉਹਨੇ ਕਿਹਾ ਨਹੀਂ ਅਸੀਂ ਨਹੀਂ ਕੀਤਾ, ਇਹ ਤੇ ਮੀਆਂ ਸਾਹਿਬ ਨੇ ਕੀਤਾ। ਤੇ ਇਹਦੀ ਕੀ ਵਜ੍ਹਾ ਹੈ ਕਿ ਕੋਈ ਇਹਨੂੰ ਓਨ ਨਹੀਂ ਕਰਨਾ ਚਾਹਤਾ? ਤੇ ਅਗਰ ਉਹ ਓਨ ਨਹੀਂ ਕਰ ਸਕਦੇ ਤੇ ਫਿਰ ਉਹ ਉਸको ਡਿਲੀਵਰ ਕਿਸ ਤਰ੍ਹਾਂ ਕਰਨਗੇ? ਹੁਣ ਇਸ ਲਈ ਨਹੀਂ ਕਰ ਸਕਦੇ। ਇਹ ਵੀ ਤੁਸੀਂ ਮਤਲਬ ਮੈਂ ਤੁਹਾਡਾ ਆਰਟੀਕਲ ਹੀ ਕੋਟ ਕਰਕੇ ਮੈਂ ਸਾਰੇ ਜਿਹੜੇ ਤੁਹਾਡੇ ਸਵਾਲਾਂ ਦੇ ਜਵਾਬ ਤੁਹਾਡੇ ਆਪਣੇ ਆਰਟੀਕਲ ਸੀ ਮਤਲਬ ਕੱਢਣ ਆ। ਪਰ ਉਹ ਮਸਲਾ ਹੈਗਾ ਕਿ ਅੱਛਾ, ਬਲਕਿ ਮੈਂ ਤੁਹਾਡੇ ਆਰਟੀਕਲ 'ਚ ਇੱਕ ਤੁਸੀਂ ਲਾਈਨ ਲਿਖੀ ਸੀ ਕਿ ਜੀ ਪਾਕਿਸਤਾਨ 'ਚ, ਮੈਨੂੰ ਨਹੀਂ ਪਤਾ ਤੁਸੀਂ ਤੰਜ਼ ਕੀਤਾ ਜਾਂ ਮੈਂ ਸੋਚਿਆ ਮੈਂ ਤੁਹਾਨੂੰ ਕੋਲ ਪੁੱਛਾਂ, ਪਾਕਿਸਤਾਨ 'ਚ ਐਂਡ ਆਈ ਕੋਟ ਯੋਰ ਆਰਟੀਕਲ, ਇਹ ਫੁਲੀ ਫੰਕਸ਼ਨਲ ਡੈਮੋਕ੍ਰੇਸੀ ਦਾ ਵਾਈਬ੍ਰੈਂਟ ਮੀਡੀਆ ਆ ਗਿਆ। ਮੈਂ ਕਿਹਾ ਪਤਾ ਨਹੀਂ ਇਹ ਤੁਸੀਂ ਸਰਕੈਜ਼ਮ ਕਰ ਰਹੇ ਹੋ ਜਾਂ ਤੁਸੀਂ ਕਹਿ ਰਹੇ ਹੋ? ਮੈਂ ਮਜ਼ਾਕ ਕਰ ਰਿਹਾ ਨਹੀਂ। ਹਾਂ, ਲੇਕਿਨ ਆਈ ਥਿੰਕ ਇਟ ਦੀ ਐਕਸਪਲੇਨੇਸ਼ਨ ਬੰਦੀ ਹੈ ਕਿ ਬਿਲਕੁਲ ਤੁਹਾਨੂੰ ਪਤਾ ਹੈ ਕਿ ਅਸੀਂ ਤੇ ਮੈਂ ਤੇ ਖੁਦ ਪ੍ਰੋਟੈਸਟ ਵਿੱਚ ਵੀ ਗਿਆ ਮੀਡੀਆ ਦੀ ਆਜ਼ਾਦੀ ਦੇ ਬਾਰੇ ਵਿੱਚ, ਤੇ ਮੈਂ ਤੇ ਕੇਸ ਵੈਰੀ ਡੀਅਰ ਟੂ ਮਾਈ ਹਾਰਟ। ਲੇਕਿਨ ਇਹਦੀ ਇੱਕ ਵਜ੍ਹਾ ਹੈ ਕਿ ਮੈਂ ਕਹਿਣਾ ਕਿ ਟੂ ਰੀਜ਼ਨਸ। ਇੱਕ ਤੇ ਇਹ ਕਿ ਜਦੋਂ ਪਾਕਿਸਤਾਨੀ ਅਸੀਂ ਇੰਟਰਨੈਸ਼ਨਲੀ ਪਾਕਿਸਤਾਨ ਨੂੰ ਰਿਪਰੈਜ਼ੈਂਟ ਕਰ ਰਹੇ ਹੁੰਦੇ ਨੇ, ਤੇ ਮੇਰੀ ਤੇ ਇਹ ਫਿਲਾਸਫੀ ਹੈ ਕਿ ਪਾਕਿਸਤਾਨ ਦਾ ਜਿੰਨਾ ਪੋਜ਼ਿਟਿਵ ਇਮੇਜ ਅਸੀਂ ਦੇ ਸਕਣ ਉਹ ਦੇਣ। ਤੇ ਨੰਬਰ 2, ਮੈਂ ਇੱਕ ਕੰਟੈਕਸਟ ਵਿੱਚ ਗੱਲ ਕਰ ਰਿਹਾ ਸੀ ਕਿ ਜਿਸ ਤਰ੍ਹਾਂ ਅਗਰ ਗਲਫ ਮੋਨਾਰਕੀਜ਼ ਹੈ, UAE, ਬਹਰੀਨ, compared to them तो पाकिस्तान is a fully functioning democracy and with media ਉੱਥੇ ਤੇ ਨਾ ਕੋਈ ਗੱਲ ਹੋ ਸਕਦੀ ਹੈ, ਨਾ ਕੋਈ ਬਾਤ ਹੋ ਸਕਦੀ ਹੈ। ਤੇ ਉਸ ਕੰਟੈਕਸਟ ਵਿੱਚ ਮੈਂ ਇਹ ਗੱਲ ਕਰ ਰਿਹਾ ਸੀ। ਨਹੀਂ ਤੁਸੀਂ ਬਹੁਤ ਬਜ਼ਾਇਆ ਇਹ ਕੰਟੈਕਸਟ ਤੁਸੀਂ ਆਰਟੀਕਲ ਵਿੱਚ ਦਿੱਤਾ, ਉਹ ਤਾਂ ਮੈਂ ਤੁਹਾਡੇ ਨਾਲ ਮਜ਼ਾਕ ਕਰ ਰਿਹਾ ਸੀ ਕਿ ਇਹ ਤੁਹਾਡੇ ਸਵਾਲ ਦਾ ਜਵਾਬ ਵੀ ਇਹੀ ਹੈਗਾ ਕਿ ਜੀ ਉਹ ਜਿਹੜੀ ਮੋਨਾਰਕੀਜ਼ ਹੈਗੀਆਂ ਉਹ ਤੇ ਕਿਸੇ ਨੂੰ ਜਵਾਬ ਦੇ ਨਹੀਂ ਹੈਗੇ ਨਾ। ਇੱਥੇ
ਚਲੋ ਫੁੱਲੀ ਵਾਈਬ੍ਰੈਂਟ ਚਲੋ ਇੰਟਰਨੈਸ਼ਨਲ ਮੀਡੀਆ ਲਈ ਕਹਿ ਦਿੰਦੇ ਨੇ, ਪਰ ਡੈਮੋਕ੍ਰੇਸੀ ਤੇ ਹੈਗੀ ਹੈ ਨਾ, ਇਲੈਕਸ਼ਨ ਤੇ ਹੋਣੇ 2023 ਚ ਇਲੈਕਸ਼ਨ ਤੇ ਹੋਣਾ ਹੈ। ਤੇ ਜਿਹੜੀ ਪਾਰਟੀ ਜਿਹੜੀ ਹਕੂਮਤ ਇਜ਼ਰਾਈਲ ਦੇ ਨਾਲ ਤਾਲੁਕਾਤ ਬਣਾਉਂਦੀ ਹੈ, ਖਾਸ ਕਰਕੇ ਤੁਸੀਂ ਇਹ ਵੈਕਿਊਮ ਚ ਨਹੀਂ ਆਪਾਂ ਵੇਖ ਸਕਦੇ ਨਾ ਇਸ ਫੈਸਲੇ ਨੂੰ। ਅਸੀਂ ਵੇਖ ਰਹੇ ਪਿਛਲੇ 70 ਸਾਲ ਚ ਸਾਡਾ ਨਜ਼ਰੀਆ, ਸਾਡਾ ਬਿਆਨੀਆ ਕੀ ਹੈਗਾ, ਉਸ ਨਜ਼ਰੀਏ ਬਿਆਨੀਏ ਨੂੰ ਤਬਦੀਲ ਕਰਨ ਦੀ ਲੋੜ ਹੈ, ਉਹਦਾ ਮੁਤਵਾਲਦ ਦੇਣ ਦੀ ਲੋੜ ਹੈ। ਪਰ ਜਿਹੜੀ ਗੱਲ ਤੁਸੀਂ 70 ਸਾਲ ਚ ਕਰੀਏ ਉਹ 7 ਮਹੀਨੇ ਚ ਤੁਸੀਂ ਨਹੀਂ ਤਬਦੀਲ ਕਰ ਸਕਦੇ। ਪਰ ਮਸਲਾ ਇਹ ਹੈ ਕਿ ਇਹਨਾਂ ਨੂੰ ਪਤਾ ਹੈ ਕਿ ਫੈਸਲਾ ਤੇ ਹੋ ਗਿਆ, ਸਿਰਫ ਉਹਦਾ ਜਿਹੜਾ ਸਰਕਾਰੀ ਐਲਾਨ ਹੈ ਉਹ ਹੋਣਾ, ਕਿ ਫੈਸਲਾ ਜਿਹਨਾਂ ਨੇ ਕਰਨਾ ਉਹ ਇਲੈਕਸ਼ਨ ਨਹੀਂ ਲੜਦੇ ਉਹ ਇਲੈਕਸ਼ਨ ਜਿਹੜੇ ਹੈ ਨਾ ਉਹ ਮੈਨੀਪੂਲੇਟ ਕਰਦੇ। ਤੇ ਅੱਜ ਕੱਲ ਜਿਹੜੀ ਇਹ ਇਲਜ਼ਾਮਾਤ ਲੱਗ ਰਹੇ ਨੇ ਉਹ ਇਸ ਲਈ ਲੱਗ ਰਹੇ ਨੇ ਕਿ ਮਿਸਾਲ ਦੇ ਤੌਰ ਤੇ 2021 ਚ 2022 ਚ ਜਦੋਂ ਵੀ ਐਲਾਨ ਹੋਣਾ ਹੈ, ਮਿਸਾਲ ਦੇ ਤੌਰ ਤੇ ਹੋ ਸਕਦਾ ਨਾ ਹੋਵੇ, ਮੈਂ ਕੋਈ ਇਹ ਨਹੀਂ ਕਹਿ ਰਿਹਾ ਕਿ ਹੋਣਾ ਹੈ, ਪਰ ਲੱਗਦਾ ਹੈ ਕਿ ਹੋਣਾ ਹੈ। ਤੇ ਫਿਰ ਇਹ ਅਗਰ ਇਮਰਾਨ ਖਾਨ ਦੇ ਪੱਲੇ ਪੈ ਗਿਆ ਕਿ ਜੀ ਤੂੰ ਜਿਹੜਾ ਹੈ ਨਾ, ਤੂੰ ਇਜ਼ਰਾਈਲ ਦੇ ਨਾਲ ਤੁਸੀਂ ਰਾਬਤੇ ਕਾਇਮ ਕੀਤੇ, ਤੇ ਦੂਜਾ ਉਹਨਾਂ ਦੇ ਪੱਲੇ ਇੱਕ ਹੋਰ ਸ਼ੈ ਆਲਰੇਡੀ ਪੈ ਗਈ ਹੈ, ਉਹ ਕਸ਼ਮੀਰ ਦਾ ਜਿਹੜਾ ਮਸਲਾ ਹੈਗਾ। ਤੁਸੀਂ ਕੱਲ ਪਰਸੋਂ ਸੁਣਿਆ ਹੋਗਾ ਐਹਸਨ ਇਕਬਾਲ ਸਾਹਿਬ, ਬੜੇ ਉਹ ਐਸਟੈਬਲਿਸ਼ਮੈਂਟ ਦੇ ਬੜੇ ਕਰੀਬੀ ਬੰਦੇ ਹੈਗੇ, ਉਹਨਾਂ ਨੇ ਤੇ ਗੱਲ ਕਰਨੀ ਹੁਣੇ ਸ਼ੁਰੂ ਕਰ ਦਿੱਤੀ ਹੈ ਕਿ ਜੀ ਜਦੋਂ ਆਪਾਂ ਅਗਲਾ ਇਲੈਕਸ਼ਨ ਜਿੱਤਣਗੇ ਤੇ ਇਮਰਾਨ ਖਾਨ ਸਾਹਿਬ ਦੇ ਖਿਲਾਫ ਅਸੀਂ ਗੱਦਾਰੀ ਦਾ ਕੇਸ ਲੜਨਗੇ ਕਿ ਇਹਨਾਂ ਨੇ ਕਸ਼ਮੀਰ ਦਾ ਸੌਦਾ ਕੀਤਾ। ਤੇ ਇਹ ਬਿਆਨੀਆ ਜਿਹੜਾ ਹੈਗਾ ਨਾ ਉਹ ਇਹੀ ਹੈਗਾ ਕਿ ਜਦੋਂ ਇਲੈਕਸ਼ਨ ਲੜਨੇ ਹੈ ਤੇ ਇਜ਼ਰਾਈਲ ਕਿਹਦੇ ਪੱਲੇ ਪੈਣਾ ਹੈ ਤੇ ਕਸ਼ਮੀਰ ਕਿਹਦੇ ਪੱਲੇ ਪੈਣਾ ਹੈ ਤੇ ਕੀ ਹੋਣਾ, ਤੇ PMLN ਤੇ PTI ਦੀ ਆਈ ਹੋਣੀ ਬਿਲਕੁਲ। ਲੇਕਿਨ ਔਨ ਦੀ ਅਦਰ ਹੈਂਡ ਅਗਰ ਇਸ ਟਰਮ ਵਿੱਚ ਇਹ ਐਡਮਿਨਿਸਟ੍ਰੇਸ਼ਨ PTI ਦੀ ਇਹ ਟਾਈਜ਼ ਕਾਇਮ ਕਰ ਲੈਂਦੀ ਹੈ ਤੇ ਸ਼ੁਰੂ ਵਿੱਚ ਤੇ ਕ੍ਰਿਟਿਸਿਜ਼ਮ ਹੁੰਦਾ ਹੈ, ਲੇਕਿਨ ਅਗਰ ਉਹ ਕੈਪੀਟਲਾਈਜ਼ ਕਰ ਲੇ ਇਨ ਟਾਈਜ਼ ਤੋਂ, ਕੋਈ ਐਸੀ ਟੈਕਨੋਲੋਜੀ ਲੈ, ਐਸੀ ਡਿਫੈਂਸ ਕੋਆਪਰੇਸ਼ਨ ਕਰ ਲੇ ਤੇ ਪਾਕਿਸਤਾਨ ਨੂੰ ਬੜਾ ਫਾਇਦਾ ਵੀ, ਕੋਈ ਏਡ ਹੋ ਜਾਏ, ਕੋਈ ਵਾशिंगटन ਦੇ ਅੰਦਰ ਕੋਈ ਪਾਕਿस्तान ਦੀ ਕੋਈ ਚੰਗੀ ਲੌਬੀਇੰਗ ਹੋ ਜਾਏ, ਕੋਈ अरब वर्ल्ड के साथ UAE, बहरीन, सऊदी अरेबिया ਦੇ ਨਾਲ ਸਾਡੇ ਕੋ ਬਿਹਤਰ ਤਾਲੁਕਾਤ ਹੋ ਜਾਣ ਤੇ ਇਸ ਐਡਮਿਨਿਸਟ੍ਰੇਸ਼ਨ ਨੂੰ ਕੋਈ ਬਹੁਤ ਬੜਾ ਫਾਇਦਾ ਵੀ ਹੋ ਸਕਦਾ ਹੈ। ਬਿਲਕੁਲ, ਜਿਹੜੀ ਤੁਸੀਂ ਕਹਿ ਰਹੇ ਹੋ ਟੈਕਨੋਲੋਜੀਕਲ ਤੇ ਐਗਰੀਕਲਚਰਲ ਵੀ ਇੱਕ, ਬਲਕਿ ਹਾਰਿਸ ਦੇ ਲਈ 2 ਪਾਕਿਸਤਾਨੀ ਸਟੂਡੈਂਟਸ ਜ਼ਰਾਅਤ ਦੇ ਤਾਲਿਬ ਇਲਮ, ਉਹਨਾਂ ਨੇ ਵੀ ਆਰਟੀਕਲ ਲਿਖਿਆ ਕਿ ਜੀ ਇਜ਼ਰਾਈਲ ਨੂੰ ਬॉयकॉट ਕਰਕੇ ਨਾ ਅਸੀਂ ਪਾਕਿਸਤਾਨ ਲਈ ਕੁਝ ਹਾਸਿਲ ਕੀਤਾ ਹੈ, ਤੇ ਮੋਰ ਇੰਪੋਰਟੈਂਟਲੀ ਅਸੀਂ ਕੋਈ ਫਲਸਤੀਨ ਦੇ ਲੋਕਾਂ ਨੇ ਲਈ ਵੀ ਕੁਝ ਹਾਸਿਲ ਨਹੀਂ ਕੀਤਾ ਨਾ। ਤੇ ਇਹ ਅਗਰ ਤਾਲੁਕਾਤ ਆਪਾਂ ਕਾਇਮ ਕਰਦੇ ਨੇ ਤੇ ਜ਼ਰਾਅਤ ਦੇ ਸ਼ੋਬੇ ਤੇ ਟੈਕਨੋਲੋਜੀ ਤੇ ਉਹ ਬੜੇ ਫਾਇਦੇ ਹੈਗੇ। ਮਸਲਾ ਇਹ ਹੈਗਾ ਕਿ ਇਹ ਜਿਹੜੇ ਮਫਾਦਾਤ ਹੈਗੇ ਇਹ ਲੌਂਗ ਟਰਮ ਹੈਗੇ। ਇਹ ਜ਼ਾਹਿਰ ਹੈ ਤੁਸੀਂ ਰਾਬਤਾ ਕਾਇਮ ਕਰੋਗੇ ਤੇ ਫਿਰ ਅੱਗੇ ਦੇਖੋਗੇ ਕੀ ਬਣਦਾ ਹੈ, ਟਾਈਮ ਲੱਗੇਗਾ, ਇਨਵੈਸਟ ਤੁਹਾਨੂੰ ਕਰਨਾ ਪਏਗਾ। ਪਰ ਜਿਸ ਦਿਨ ਐਲਾਨ ਹੋਣਾ ਹੈ ਇਹਨਾਂ ਨੂੰ ਖਤਰਾ ਹੈਗਾ ਕਿ ਜ਼ਾਹਿਰ ਹੈ ਜਿਹੜੇ ਸਾਡੇ ਇਸਲਾਮਿਸਟ ਗਰੁੱਪਸ ਹੈਗੇ ਨੇ ਉਹ ਤੇ ਸੜਕਾਂ ਤੇ ਆ ਜਾਣ। ਉਹ ਬਲਕਿ ਮੈਂ ਇਹ ਵੀ ਤੁਹਾਨੂੰ ਕਹਿ ਦੇਣਾ, ਸ਼ਾਇਦ ਤੁਹਾਨੂੰ ਮੇਰੀ ਗੱਲ ਨਾ ਚੰਗੀ ਲੱਗੇ, ਜਿੰਨਾ ਕੋ ਡਰ ਇਹਨਾਂ ਨੂੰ ਮਤਲਬ ਹਾਈਪੋਥੈਟਿਕਲੀ ਆਪਾਂ ਮੰਨ ਲਈਏ ਕਿ ਅਗਲੇ 2 ਸਾਲ 'ਚ ਇਹਨਾਂ ਨੇ ਤਾਲੁਕਾ ਬਣਾ ਲੈਣੇ, ਤੇ ਜਿੰਨਾ ਕੋ ਡਰ ਇਹਨਾਂ ਨੂੰ ਇਸਲਾਮਿਕ ਗਰੁੱਪ ਦਾ ਹੈਗਾ, ਕਿਉਂਕਿ ਇਸਲਾਮਿਕ ਗਰੁੱਪ ਤੇ ਫੌਜ ਸਾਡੀ ਕੰਟਰੋਲ ਕਰਦੀ ਹੈ, ਉਹਨਾਂ ਨੂੰ ਤੁਸੀਂ ਕਹਿ ਸਕਦੇ ਹੋ ਹਜ਼ਾਰ ਦੇ ਲਿਫਾਫੇ ਵੰਡ ਸਕਦੇ ਹੋ ਉਹਨੂੰ ਕਿ ਤੁਸੀਂ ਜ਼ਰਾ ਬਹਿ ਜਾਓ। ਪਰ PDM ਜਿਹੜੀ ਹੈਗੀ ਹੈ, ਪਾਕਿਸਤਾਨ ਡੈਮੋਕ੍ਰੈਟਿਕ ਮੂਵਮੈਂਟ, ਇਹ ਕੈਸ਼ ਇਨ ਕਰੇਗੀ ਤੇ ਇਹ ਸੜਕਾਂ ਤੇ ਬੰਦੇ ਲਾਏਗੀ, ਤੇ ਇਹਨਾਂ ਦੇ ਤੁਹਾਡਾ ਜਿਹੜਾ ਚੇਅਰਪਰਸਨ ਹੈਗਾ ਫਜ਼ਲ ਰਹਿਮਾਨ, ਉਹਦੀ ਤੇ ਸਟਰੀਟ ਪਾਵਰ ਤੁਹਾਨੂੰ ਪਤਾ ਹੀ ਹੈ। ਤੇ ਇਹ ਬੜਾ ਇੱਕ ਫੈਕਟਰ ਹੈਗਾ ਕਿ ਜੀ ਉਹਨਾਂ ਇੱਕ ਪਾਸੇ ਹਕੂਮਤ ਨੇ ਰਾਬਤਾ ਕਾਇਮ ਕਰਨਾ ਹੈ ਤੇ ਇੱਥੇ PDM ਨੇ ਜਿਹੜਾ ਕਹਿਣਾ ਨਹੀਂ ਕਿ ਉਹ ਤੇ ਜੀ ਇਹ ਪਾਕਿਸਤਾਨ ਵੇਚ ਛੱਡਿਆ ਤੇ ਨਜ਼ਰੀਆ ਵੇਚ ਛੱਡਿਆ ਤੇ ਜੀ ਇਸਲਾਮ ਦੇ ਨਾਲ ਗੁਸਤਾਖੀ ਹੋਗੀ ਤੇ ਪਤਾ ਨਹੀਂ ਕੀ ਉਹਨਾਂ ਨੇ ਕਰਨਾ ਹੈ, ਇਹ ਕਰਨਗੇ। ਇਹ ਤੇ ਸਿਆਸੀ ਪਾਵਰ ਪਲੇ ਹੈਗਾ, ਹੋਰ ਕੁਝ ਨਹੀਂ ਹੈਗਾ। ਇਹ ਜਮਹੂਰੀਅਤ ਦੇ ਲਈ ਜਿਹੜੇ ਨਾਰੇ ਲਾਣੇ ਸਾਰਾ ਜ਼ਾਤੀ ਮਫਾਦਾਤ ਹੈਗੀ। ਤੁਸੀਂ ਮੇਰੇ ਨਾਲ ਜ਼ਾਹਿਰ ਤੁਹਾਡਾ ਆਪਣਾ ਨਜ਼ਰੀਆ ਹੋਏਗਾ, ਮੈਂ ਉਹ ਨਹੀਂ, ਇਹ ਮੇਰਾ ਨਜ਼ਰੀਆ ਹੈ ਕਿ ਮਸਲਾ ਇਹਨਾਂ ਨੂੰ ਇਹ ਹੈਗਾ। ਵਰਨਾ ਜਨਵਰੀ 'ਚ ਓਮਾਨ ਨਾਲ ਅਗਰੀਮੈਂਟ ਹੋ ਜਾਣਾ ਹੈ ਇਜ਼ਰਾਈਲ ਦਾ, ਬੜਾ ਚਾਂਸ ਹੈਗਾ ਸੀ ਕਿ ਸ਼ਾਇਦ, ਕਿਉਂਕਿ ਪਾਕਿਸਤਾਨ ਨੂੰ ਛੇਤੀ ਹੈਗੀ ਸਾਊਦੀ ਸਾਰਾ ਕੁਝ ਕਹਿ ਰਿਹਾ ਨਾ, ਇਹ ਵੀ ਵਾਪਸ ਕਰ ਦਿਓ, ਇਹ ਵੀ ਕਰ ਦਿਓ। ਉਹਨਾਂ ਨੇ ਗਵਾਦਰ 'ਚ ਵੀ ਇਨਵੈਸਟ ਕੀਤਾ ਹੋਇਆ, ਆਇਲ ਰਿਫਾਈਨਰੀ 'ਚ ਵੀ ਇਨਵੈਸਟ ਕੀਤਾ ਹੋਇਆ, ਤੇ ਉਹ ਜ਼ਾਹਿਰ ਹੋਰ ਵੀ ਬੜੀ ਮਿਲਟਰੀ ਦੇ ਨਾਲ ਉਹਨਾਂ ਦੀ ਅਰੇਂਜਮੈਂਟ ਹੈਗੀ। ਉਹਨਾਂ ਨੂੰ ਇਹ ਹੈਗਾ ਕਿ ਇਹ ਜ਼ਰਾ ਛੇਤੀ ਹੋ ਜਾਏ, ਪਰ ਜਿਹੜਾ ਡੋਮੈਸਟਿਕ ਬੈਕਲੈਸ਼ ਹੈ ਉਸ ਨੂੰ ਕਿਵੇਂ ਹੈਂਡਲ ਕਰਨਾ ਹੈ, ਤੇ ਇਹ ਸਾਰੀ ਬਹਿਸ ਜਿਹੜੀ ਅੱਜ ਕੱਲ੍ਹ ਹੈਗੀ ਨਾ ਇਹ ਚੱਲ ਰਹੀ ਪਾਵਰ ਕੋਰੀਡੋਰ 'ਚ। ਬਿਲਕੁਲ ਬਿਲਕੁਲ। ਤੇ ਕਨਵਰ ਭਾਈ, ਇਸ ਆਰਗੂਮੈਂਟ ਦੇ ਬਾਰੇ ਵਿੱਚ ਤੁਸੀਂ ਕੀ ਸਮਝਦੇ ਹੋ ਕਿ ਅਗਰ ਪਾਕਿਸਤਾਨ ਔਰ ਇਜ਼ਰਾਈਲ ਤਾਲੁਕਾਤ ਬਣਾ ਲੈ, ਫਾਰਮਲ ਡਿਪਲੋਮੈਟਿਕ ਤਾਲੁਕਾਤ, ਐਮਬੈਸੀ ਹੋਵੇ, ਤੇ क्या पाकिस्तानी फलस्तीनियों ਦਾ ਕੌਜ਼ ਵੀ ਬਿਹਤਰ ਤਰੀਕੇ ਨਾਲ ਲੜ ਪਾएंगे, ਲੌਬੀਇੰਗ ਕਰਨਗੇ ਫਲਸਤੀਨੀਆਂ ਦੇ ਹੱਕ ਵਿੱਚ, ਐਂਟੀ ਆਕੂਪੇਸ਼ਨ ਦੇ ਬਾਰੇ ਵਿੱਚ, ਤੇ ਉਹ ਉੱਥੇ ਉਹਦੀ ਪਾਰਲੀਮੈਂਟ ਨੂੰ ਲੌਬੀ ਕਰਨਗੇ, ਉੱਥੇ ਮੀਡੀਆ ਨੂੰ ਲੌਬੀ ਕਰਨਗੇ, ਤੇ ਇਸ ਬਾਰੇ ਵਿੱਚ ਤੁਸੀਂ ਕੀ ਸਮਝਦੇ ਹੋ?
ਬਿਲਕੁਲ ਬਿਲकुल ਇਹ ਤੇ ਮੈਂ ਤੁਹਾਨੂੰ ਇੱਕ ਮਿਸਾਲ ਦੇਣਾ। 1994 ਚ ਬੇਨਜ਼ੀਰ ਭੁੱਟੋ ਸਾਹਿਬਾ ਦਾ ਦੌਰਾ ਉਹਨਾਂ ਨੇ ਪਲਾਨ ਕੀਤਾ ਕਿ ਜੀ ਮੈਂ ਗਜ਼ਾ ਜਾਣਾ, ਮੈਂ ਫਲਸਤੀਨ ਦੇ ਲੀਡਰਾਂ ਨਾਲ ਮਿਲਣਾ ਉਹਨਾਂ ਦੇ। ਉਹ ਦੌਰਾ ਉਹਨਾਂ ਦਾ ਇਸ ਲਈ ਕੈਂਸਲ ਹੋ ਗਿਆ ਕਿਉਂਕਿ ਜੀ ਉੱਥੇ ਇਜ਼ਰਾਈਲ ਦਾ ਕਬਜ਼ਾ ਹੈਗਾ ਸੀ। ਸਾਰੇ ਕੰਡੀਸ਼ਨਸ ਹੈਗੀ ਸੀ ਕਿ ਜਿਸ ਵੀ ਲੀਡਰ ਨੇ, ਜਿਸ ਵੀ ਵਫਦ ਨੇ ਗਜ਼ਾ ਜਾਂ ਗਰਬ ਉਰਦੂਨ ਵੈਸਟ ਬੈਂਕ ਜਿਹੜਾ ਹੈ ਉੱਥੇ ਜਾਣਾ ਹੈ ਤੇ ਉਹ ਤੁਹਾਨੂੰ ਉਹਦੇ ਲਈ ਇਜ਼ਰਾਈਲ ਦੀ ਹਕੂਮਤ ਦੇ ਨਾਲ ਤੁਹਾਨੂੰ ਕੋਆਰਡੀਨੇਟ ਕਰਨਾ ਪਏਗਾ। ਤੇ ਸਾਡੇ ਤਾਲੁਕਾਤ ਹੀ ਨਹੀਂ ਸੀਗੇ ਉਹਨਾਂ ਦੇ ਨਾਲ, ਤੇ ਆਪਾਂ ਨਹੀਂ ਕਰ ਸਕੇ ਉਹਨਾਂ ਦੇ ਨਾਲ ਕੋਆਰਡੀਨੇਟ। ਇਹ ਇੱਕ ਛੋਟੀ ਜਿਹੀ ਮਿਸਾਲ ਹੈਗੀ ਹੈ ਕਿ ਜੀ ਜਦੋਂ ਤੁਸੀਂ ਫਲਸਤੀਨ ਦਾ ਕੇਸ ਵੀ ਲੜਨਾ ਹੈ ਤੇ ਤੁਸੀਂ ਇੱਕ ਸਫਾਰਤੀ ਤਾਲੁਕ ਕਾਇਮ ਕਰੋਗੇ ਤੇ ਤੁਹਾਡੇ ਲਈ ਸੌਖਾ ਹੋਏਗਾ। ਉਹ ਫਿਰ ਬਾਕੀ ਜਿਹੜੀ ਅਖਲਾਕੀ ਗੱਲਾਂ ਹੈ ਉਹ ਤਾਂ ਬਾਅਦ ਚ ਨਾ ਕਿ ਅਸੀਂ ਕੁਝ ਕਿਸੇ ਦੇ ਨਾਲ ਇਜ਼ਾਰੇ ਜਖਦੀਦੀ ਕਰਨ ਜੋਗੇ ਹੈਗੇ ਵੀ ਕਿ ਨਹੀਂ ਹੈਗੇ, ਆਪਾਂ ਆਪਣੇ ਮੁਲਕ ਚ ਕੀ ਕਰ ਰਹੇ, ਪਰ ਉਹ ਦੂਜੀ ਡਿਬੇਟ ਹੈਗੀ ਹੈ। ਜਦੋਂ ਤੁਸੀਂ ਸਫਾਰਤੀ ਗੱਲ ਕਰੋਗੇ ਤਾਂ ਫਿਰ ਜ਼ਾਹਿਰ ਹੈ ਅਸੀਂ ਇੱਕ ਥੋੜਾ ਫਰੰਟ ਫੁੱਟ ਤੇ ਖੇਡਣ ਦੀ ਤੁਹਾਨੂੰ ਉਹ ਹੋਏਗੀ ਕਿ ਆਪਾਂ ਕਰੀਏ, ਤੇ ਉਹ ਜ਼ਾਹਿਰ ਹੈ ਫਿਰ ਤਾਲੁਕਾਤ ਤੁਸੀਂ ਕਾਇਮ ਕਰੋਗੇ ਤੇ ਫਿਰ ਤੁਸੀਂ ਇਹ ਵੀ ਕਰ ਸਕਦੇ ਹੋ ਕਿ ਅੱਛਾ ਅਕਾਊਂਟੇਬਿਲਿਟੀ ਉਹਦੀ ਮਿਸਾਲ ਦੇ ਤੌਰ ਤੇ ਕਿ ਜੀ ਅੱਜ ਵੀ ਪਿਛਲੀ 3-4 ਦਹਾਈਆਂ ਤੋਂ ਸਾਡੇ ਉਹਨਾਂ ਦੇ ਨਾਲ ਇੰਟੈਲੀਜੈਂਸ ਤੇ ਮਿਲਟਰੀ ਤਾਲੁਕਾਤ ਹੈਗੇ ਹੀ, ਬਟ ਅਸੀਂ ਸਾਡੇ ਜਿਹੜੇ ਹੁਕਮਰਾਨ ਨੇ ਉਹਨਾਂ ਨੂੰ ਅਕਾਊਂਟੇਬਲ ਤਾਂ ਨਹੀਂ ਰੱਖ ਸਕਦੇ ਜੀ ਕਿਉਂ ਤੁਸੀਂ ਉਹਨਾਂ ਦੇ ਨਾਲ ਮਿਲਟਰੀ ਉਸ ਬੰਦੂਕਾਂ ਨਾਲ ਜਿਹੜੀ ਤੁਸੀਂ ਖਰੀਦ ਰਹੇ ਹੋ ਉਹ ਕੀ ਕਰ ਰਹੇ ਨੇ ਉੱਥੇ। ਅਕਾਊਂਟੇਬਿਲਿਟੀ ਹੈਗੀ ਕਿਉਂਕਿ ਜੀ ਇੱਥੇ ਤੇ ਸਾਫ਼ ਰਿਫਿਊਜ਼ਲ ਹੈਗਾ ਕਿ ਆਪਾਂ ਸਾਡੇ ਕੋਈ ਤਾਲੁਕਾਤ ਨਹੀਂ ਹੈਗੇ। ਜਦੋਂ ਇੱਕ ਚੈਨਲ ਬਣੇਗਾ ਫਾਰਮਲ ਸਰਕਾਰੀ ਚੈਨਲ ਬਣੇਗਾ ਤੇ ਫਿਰ ਆਪਾਂ ਇਹ ਗੱਲ ਕਰ ਸਕਦੇ। ਬਿਲਕੁਲ ਬਿਲਕੁਲ। ਤੇ ਕਨਵਰ ਭਾਈ ਇੱਕ ਹੋਰ ਗੱਲ ਦੱਸੋ ਕਿ ਇਹ ਜਦੋਂ ਪਾਕਿਸਤਾਨ ਬਣਿਆ ਹੈ ਤੇ ਇੱਕ ਤੇ ਮਜ਼ਹਬ ਪਲੇਡ ਵੈਰੀ ਇੰਪੋਰਟੈਂਟ ਰੋਲ, ਤੇ ਬਹੁਤ ਜ਼ਿਆਦਾ ਤੁਹਾਨੂੰ ਪਤਾ ਪਾਕਿਸਤਾਨੀਜ਼ ਦਾ ਤੇ ਮੈਂ ਕਹਿੰਦਾ ਫੇਵਰਿਟ ਸਪੋਰਟ ਹੈ ਕੰਸਪੀਰੇਸੀ ਥਿਊਰੀਜ਼। ਤੇ ਹਰ ਬੰਦੇ ਦੀ ਆਪਣੀ ਜਿੰਨਾ ਉਹ ਆਈਕਿਊ ਦਾ ਕੰਮ ਹੋਗਾ ਉਹਦੀ ਕੰਪਲੈਕਸ ਕੰਸਪੀਰੇਸੀ ਥਿਊਰੀ ਉਹਨੇ ਆਪੇ ਹੀ ਬਣਾਈ ਹੋਏਗੀ। ਤੇ ਜੂਇਸ਼ ਕੰਸਪੀਰੇਸੀ ਥਿਊਰੀ ਵੀ ਪਾਕਿਸਤਾਨ ਵਿੱਚ ਬੜੀ ਫੇਮਸ ਹੈ। ਉਹ ਕਹਿੰਦੇ ਨੇ ਇਹ ਤੇ ਪੂਰੀ ਦੁਨੀਆ ਕੰਟਰੋਲ ਕਰਦੇ ਨੇ, ਪੂਰੀ ਦੁਨੀਆ ਦਾ ਫਾਈਨੈਂਸ, ਪੂਰੀ ਦੁਨੀਆ ਦਾ ਮੀਡੀਆ, ਤੇ ਆਮ ਲੋਕੀ ਨਹੀਂ ਬਲਕਿ ਬੜੇ ਪਾਵਰਫੁਲ ਇਨਫਲੂਐਂਸ਼ੀਅਲ ਪੋਜੀਸ਼ਨਸ ਵਿੱਚ ਵੀ ਜਿਹੜੇ ਲੋਕੀ ਬੈਠੇ ਨੇ ਉਹ ਇਸ ਕੰਸਪੀਰੇਸੀ ਥਿਊਰੀ ਵਿੱਚ ਮੰਨਦੇ ਨੇ। ਤੇ ਇਹ ਇਵੋਲਵ ਹੋਈ ਹੈ ਕੰਸਪੀਰੇਸੀ ਥਿਊਰੀ ਕਈ ਜਨਰੇਸ਼ਨਸ ਦੇ ਨਾਲ। ਦਾਦੇ ਨੇ ਪੁੱਤਰ ਨੂੰ ਦੱਸਿਆ, ਪੁੱਤਰ ਨੇ ਪੁੱਤਰ ਨੂੰ ਦੱਸਿਆ, ਜਿਹੜਾ ਅੱਜ ਇਜ਼ਰਾਈਲ ਦੇ ਖਿਲਾਫ ਨਾਰੇ ਲਾ ਰਿਹਾ। ਤੇ ਹੁਣ ਇੱਕਦਮ ਐਲਾਨ ਹੋ ਜਾਂਦਾ ਹੈ ਕਿ ਟਾਈਜ਼ ਹੋਣ ਲੱਗੇ ਨੇ। ਤੇ ਇਸ ਨੈਰੇਟਿਵ ਨੂੰ ਅਸੀਂ ਕਿਸ ਤਰ੍ਹਾਂ ਬੀਟ ਕਰਨਗੇ ਜੋ 60-70 ਸਾਲ ਅਸੀਂ ਫੈਲਾਇਆ? ਅਸਲ ਸਵਾਲ ਹੀ ਹੈਗਾ ਨਾ, ਅਸਲ ਇੱਕ ਮਸਲਾ ਹੈਗਾ ਸਾਡਾ ਜਿਹੜਾ ਇਸਲਾਮਿਸਟ ਨੈਰੇਟਿਵ ਹੈਗਾ ਨਾ ਉਹਦੇ ਬਾਰੇ ਸਾਨੂੰ ਨਾ ਸਿਰਫ ਇਜ਼ਰਾਈਲ ਦਾ ਮਸਲਾ ਨਹੀਂ, ਓਵਰਆਲ ਵੀ ਜਿਹੜਾ ਸਾਡਾ ਇੱਕ ਇਸਲਾਮਿਸਟ ਇਨਰਸ਼ੀਆ ਹੈਗਾ ਪਾਕਿਸਤਾਨ 'ਚ ਉਹਦੇ ਬਾਰੇ ਤੇ ਸਾਨੂੰ ਇੱਕ ਨਾ ਸੱਚੀ ਗੱਲ ਕਰਨ ਦੀ ਲੋੜ ਹੈ, ਇੱਕ ਸੈਲਫ ਰਿਫਲੈਕਸ਼ਨ ਦੀ ਸਾਨੂੰ ਲੋੜ ਹੈ ਕਿ ਜੀ ਅਸੀਂ ਕੀ ਪੜ੍ਹਾਉਂਦੇ ਨੇ ਸਾਡੇ ਜਿਹੜੇ ਵੀ ਸਕੂਲਾਂ 'ਚ ਕੀ ਪੜ੍ਹਾ ਰਹੇ, ਮਦਰਸਾ 'ਚ ਕੀ ਪੜ੍ਹਾ ਰਹੇ, ਮੀਡੀਆ 'ਚ ਕੀ ਪੜ੍ਹਾ ਰਹੇ, ਅਖਬਾਰਾਂ 'ਚ ਕੀ ਲਿਖ ਰਹੇ। ਮਤਲਬ ਪਿਛਲੇ 70 ਸਾਲ ਤੋਂ ਕੀ ਸਾਡਾ ਕੀ ਬਿਆਨੀਆਂ ਹੈਗਾ। ਤੇ ਉਹ ਇਜ਼ਰਾਈਲ ਬਾਰੇ ਵੀ ਉਹੀ ਹੈਗਾ। ਇਜ਼ਰਾਈਲ ਦਾ ਇੱਕ ਹੋਰ ਇੰਟਰਸਟਿੰਗ ਐਂਗਲ ਜਿਹੜਾ ਹੈਗਾ, ਜਿਹੜਾ ਮੈਂ ਕਹਿੰਦਾ ਬਲੈਸਫੇਮੀ ਲਾਅ ਦੇ ਬਾਰੇ 'ਚ ਵੀ ਉਹ ਨਹੀਂ ਹੈਗਾ ਕਿ ਇਜ਼ਰਾਈਲ ਦੇ ਖਿਲਾਫ ਜਿਹੜਾ ਇਨਰਸ਼ੀਆ ਹੈਗਾ ਨਾ ਉਹ ਸਾਡਾ ਜਿਹੜਾ ਖੱਬਾ ਬਾਜ਼ੂ ਹੈ, ਲੈਫਟਿਸਟ ਜਿਹੜੇ ਹੈਗੇ ਨਾ ਉਹਨਾਂ ਦਾ ਵੀ ਬੜਾ ਉਹ ਇੱਕ ਹੈਗਾ ਕਿ ਜੀ ਇੱਕ ਨਜ਼ਰੀਆ ਕਿ ਇਹ ਤੇ ਜੀ ਰਿਆਸਤੀ ਗੈਰ ਕਾਨੂੰਨੀ ਹੈਗੀ ਹੈ ਤੇ ਉਹਦੇ ਨਾਲ ਸਾਨੂੰ ਨਹੀਂ ਤਾਲੁਕ ਕਾਇਮ ਕਰਨਾ ਚਾਹੀਦਾ। ਉਹਨਾਂ ਦੇ ਨਾਲ ਵੀ ਇੰਗੇਜਮੈਂਟ ਦੀ ਲੋੜ ਹੈਗੀ ਹੈ ਕਿ ਜੀ ਮੈਂ ਫਿਰ ਉਹੀ ਜਿਹੜੀ ਗੱਲ ਸ਼ੁਰੂ 'ਚ ਕੀਤੀ ਕਿ ਜੀ ਤੁਸੀਂ ਇੱਕ ਸਟੇਟ ਨੂੰ ਕਿਵੇਂ ਸਿੰਗਲ ਆਊਟ ਕਰ ਸਕਦੇ ਹੋ ਕਿ ਜੀ ਮਸ਼ਰਕ ਵਸਤਾ ਜਿਹੜਾ ਹੈ ਉਹਦੇ ਵਿੱਚ ਤੇ ਸਾਰਾ ਕੁਝ ਹੀ ਜਿਹੜਾ ਹੈਗਾ ਇਹ ਆਰਟੀਫਿਸ਼ਲੀ ਕ੍ਰੀਏਟਡ ਸੀਗਾ। ਇੱਥੇ ਵੀ ਬੜੇ ਫੈਸਲੇ ਪੈੜਾ ਇਜ਼ਰਾਈਲ ਫਲਸਤੀਨ ਦੇ ਉੱਤੇ ਜਿਹੜੇ ਤੁਸੀਂ ਕਹਿੰਦੇ ਹੋ ਕਿ ਜੀ ਇਹ ਪੈੜੇ ਫੈਸਲੇ ਕੀਤੇ, ਪੈੜੇ ਫੈਸਲੇ ਇੱਥੇ ਵੀ ਕੀਤੇ। ਤੇ ਉਹ ਬਾਕੀ ਸਾਰੀ ਗੱਲਾਂ ਛੱਡ ਦੋ ਤੇ ਅੱਜ 2020 'ਚ ਕੀ ਕਰੀਏ ਕਿ ਚਲੋ ਤੁਸੀਂ ਕਹਿ ਦਿਓ ਕਿ ਜੀ 1940 ਤੇ 1948 'ਚ ਇਹ ਜਿਹੜੀ ਰਿਆਸਤ ਹੈ ਨਾ, ਮੈਨੂੰ ਤੇ ਇਹ ਵੀ ਨਹੀਂ ਨਜ਼ਰੀਆ ਸਮਝ ਆਉਂਦਾ, ਪਰ ਅਗਰ ਅਸੀਂ ਇਹ ਮੰਨ ਵੀ ਲਈਏ ਤੇ 2020 'ਚ ਕੀ ਕਰੀਏ। ਜਦੋਂ ਤੁਸੀਂ ਕਹਿ ਰਹੇ ਹੋ ਕਿ ਇਹ ਰਿਆਸਤੀ ਜਿਹੜੀ ਹੈਗੀ ਗੈਰ ਕਾਨੂੰਨ, ਕੀ ਕਰੀਏ ਉਹਨਾਂ ਨੂੰ ਉਖਾੜ ਕੇ ਕਈ ਹੋਰ ਰੱਖ ਦਈਏ। ਉੱਥੇ ਜਿਹੜੀ 3 ਪੀੜ੍ਹੀਆਂ ਜਿਹੜੀ ਸਾਡੀ ਇੱਥੇ ਵੀ ਉੱਥੇ ਵੀ 3 ਪੀੜ੍ਹੀਆਂ ਲੋਕਾਂ ਦੀ ਆਈ ਹੈ, ਜੰਮੀ ਗਈ ਨੇ, ਉੱਥੇ ਰਹਿੰਦੀਆਂ, ਉਹ ਕੀ ਕਰੀਏ। ਤੇ ਗੱਲ ਤੁਹਾਨੂੰ ਕਰਨੀ ਚਾਹੀਦੀ ਹੈ ਕਿ ਜੀ ਇਹ ਫਲਸਤੀਨ ਦੇ ਲੋਕੀ ਜਿਹੜੇ ਹੈਗੇ ਉਹਨਾਂ ਨੂੰ ਆਪਾਂ ਉਹਨਾਂ ਦੀ ਆਪਣੀ ਰਿਆਸਤ ਕਿਵੇਂ ਦੇ ਸਕਦੇ। ਜਦੋਂ ਤੁਸੀਂ ਉਹੀ ਰੈਟਰਿਕ ਜਿਹੜੀ ਤੁਸੀਂ 1940 ਦੀ ਦਿਹਾਈ 'ਚ ਤੇ 1970 ਦੀ ਦਿਹਾਈ 'ਚ ਤੁਸੀਂ ਕਰਦੇ ਰਹੇ ਹੋ ਤਾਂ ਫਿਰ ਹੋਰ ਕਿਸੇ ਦਾ ਵੀ ਨੁਕਸਾਨ ਨਹੀਂ ਹੋ ਰਿਹਾ। ਤੁਸੀਂ ਸਟਾਰਬਕਸ 'ਚ ਬਹਿ ਕੇ, ਕੋਈ ਗਲੋਰੀਆ ਜੀਨਸ 'ਚ ਬਹਿ ਕੇ ਜਿਹੜੇ ਮਰਜ਼ੀ ਤੁਸੀਂ ਆਪਣੇ ਹੈਸ਼ਟੈਗ ਪਾ ਲਿਓ, ਜਿਹੜੇ ਮਰਜ਼ੀ ਨਾਅਰੇ ਲਾ ਲਿਓ, ਉਹਨਾਂ ਦੇ ਨਾਲ ਜ਼ੁਲਮ ਹੋ ਰਿਹਾ।
ਤੇ ਜਿਹੜੀ ਤੁਸੀਂ ਅੱਜ ਅਸੀਂ ਕਹਿ ਰਹੇ ਨੇ ਕਿ ਜੀ ਫਲਸਤੀਨ ਦੇ ਲੋਕਾਂ ਨੂੰ ਜਿਹੜੀ ਰਿਆਸਤ ਮਿਲਣੀ ਚਾਹੀਏ, ਉਸ ਤੋਂ ਵੱਧ ਕੇ ਉਹਨਾਂ ਨੂੰ 1948 ਚ ਲੱਭ ਗਈ ਸੀ। 1948 ਤੋਂ ਲੈ ਕੇ 1967 ਤੱਕ ਜਿਹੜੇ ਅੱਜ ਤੁਸੀਂ ਕਹਿ ਰਹੇ ਹੋ ਕਿ ਇਲਾਕੇ ਜਿਹੜੇ ਉਹਨਾਂ 'ਚ ਫਲਸਤੀਨ ਤੁਹਾਨੂੰ ਕਾਇਮ ਕਰਨਾ ਚਾਹੀਦਾ ਹੈ, ਉਹ ਉਰਦਨ ਤੇ ਮਿਸਰ ਦੇ ਕਬਜ਼ੇ 'ਚ ਸੀਗੇ। ਉਸ ਵੇਲੇ ਤੁਸੀਂ ਕਿਉਂ ਨਹੀਂ ਬਣਾ ਲਿੱਤੀ ਫਲਸਤੀਨੀ ਰਿਆਸਤ? ਇਹ ਸਵਾਲ ਹੋਣੇ ਚਾਹੀਦੇ, ਇਹ ਸਵਾਲ ਨਹੀਂ ਹੁੰਦੇ। ਮਤਲਬ ਇਹ ਸਵਾਲ ਕਰਨਾ ਮਤਲਬ ਇਹ ਨਹੀਂ ਹੈਗਾ ਕਿ ਤੁਸੀਂ ਇਜ਼ਰਾਈਲੀ ਜਿਹੜੇ ਜਰਾਇਮ ਹੈ ਉਹਨਾਂ ਨੂੰ ਢਕਣ ਦੀ ਕੋਸ਼ਿਸ਼ ਕਰ ਰਹੇ ਹੋ, ਉਹ ਆਪਣੀ ਜਗ੍ਹਾ ਹੈਗੇ, ਪਰ ਜਿਹੜੇ ਅਰਬ ਮਮਾਲਿਕ ਨੇ ਜਿਹੜੇ ਜਰਾਇਮ ਕੀਤੇ, ਮਤਲਬ ਬਲੈਕ ਸੈਪਟੈਂਬਰ ਦੀ ਐਗਜ਼ਾਮਪਲ ਲੱਗੀ ਕਿ ਉਰਦਨ ਨੇ 1970 'ਚ ਜਿੰਨੇ ਫਲਸਤੀਨੀ, ਉਸ ਵੇਲੇ ਤੇ ਸਾਡੇ ਉਹ ਬ੍ਰਿਗੇਡੀਅਰ ਜ਼ਿਆਉਲ ਹਕ ਸਾਹਿਬ ਵੀ ਉੱਥੇ ਪੋਸਟਡ ਸੀਗੇ, ਤੇ ਉਹਨਾਂ ਨੇ ਉਸ ਵੇਲੇ 1970 'ਚ ਜਿੰਨੇ ਫਲਸਤੀਨੀ ਮਾਰੇ, ਦੋਵੇਂ ਜਿੰਨੇ ਜਿਹੜੇ ਇੰਤਫਾਦਾ ਹੋਏ ਫਲਸਤੀਨ ਦੇ ਲੋਕ, ਉਹਨੇ ਫਲਸਤੀਨੀ ਇਜ਼ਰਾਈਲੀ ਨਹੀਂ ਮਾਰੇ ਜਿਹਨੇ ਉਰਦਨ ਨੇ ਮਾਰੇ। ਤੇ ਇਹ ਗੱਲਾਂ ਕਿਉਂ ਨਹੀਂ ਕਰਦੇ ਆਪਾਂ? ਇਹ ਸਾਰਾ ਗੱਲ ਹੈ ਕਿ ਜਿਹੜੇ ਆਮ ਲੋਕੀ ਨੇ ਨਾ, ਐਵਰੇਜ ਲੋਕ, ਉਹ ਇਹਨਾਂ ਹਿਸਟਰੀ 'ਚ ਨਹੀਂ ਜਾਂਦੇ, ਉਹ ਇਹਨਾਂ ਫੈਕਟਸ ਡਿਟੇਲਸ ਦੇ ਨਾਲ ਉਹਦਾ ਇੰਨਾ ਵਾਸਤਾ ਨਹੀਂ ਹੈ। ਉਹ ਬਸ ਇੱਕ ਨੈਰੇਟਿਵ ਹੁੰਦਾ ਹੈ, ਜਿਸ ਤਰ੍ਹਾਂ ਇੱਕ ਗੱਲ ਹੁੰਦੀ ਹੈ ਜਿਹਦੀ ਉਹਦੇ ਘਰ ਬਾਹਰ ਵਿੱਚ ਯਾਰਾਂ ਦੋਸਤਾਂ ਦੇ ਨਾਲ ਜਿਹੜੀ ਇੱਕ ਇਨ ਥਿੰਗ ਹੁੰਦੀ ਹੈ, ਜਿਹੜੀ ਚੱਲ ਰਹੀ ਹੁੰਦੀ ਹੈ ਕਿ ਬਸ ਨਹੀਂ, ਇਜ਼ਰਾਈਲ ਤਾਂ ਸਾਡਾ ਦੁਸ਼ਮਣ ਹੈ, ਯਹੂਦੀ ਸਾਡਾ ਕਦੀ ਦੋਸਤ ਨਹੀਂ ਹੋ ਸਕਦਾ, ਤੇ ਇਹ ਤੇ ਸਾਜ਼ਿਸ਼ ਕਰਦੇ ਨੇ। ਤੇ ਇਹ ਵਹੀ ਜਿਹੜੀ ਤੁਸੀਂ ਦੇਖੋਗੇ ਬੜੀ ਪੁਰਾਣੀ ਕੰਸਪੀਰੇਸੀ ਥਿਊਰੀ ਹੈ। ਪ੍ਰੋਟੋਕੋਲਸ ਆਫ ਐਲਡਰਸ ਆਫ ਜ਼ਾਇਨ ਵਿੱਚ ਵੀ ਇਸੇ ਤਰ੍ਹਾਂ ਦੀ ਗੱਲਾਂ ਹੋਈ, ਜਿਹੜੀ ਨਾਜ਼ੀ ਜਰਮਨੀ ਨੇ ਵੀ ਇਸਤੇਮਾਲ ਕੀਤੀ। ਤੇ ਇਹ ਕੰਸਪੀਰੇਸੀ ਥਿਊਰੀ ਸ਼ਾਇਦ यूरोप ਵਿੱਚ ਤੇ ਕਾਫੀ हद तक खत्म हो गई, लेकिन इस रीजन में खास तौर पे पाकिस्तान विच अभी तक पनप रही है। ते इस कंस्पिरेसी थ्योरी ਨੂੰ ਅਸੀਂ ਕਿਸ ਤਰ੍ਹਾਂ ਫਾਈਟ ਕਰ ਸਕਦੇ ਹਾਂ ਫॉर ਨੋਰਮਲ? ਬਿਲਕੁਲ ਸਹੀ ਗੱਲ। ਜਿਹੜੀ ਗੱਲ ਮੈਂ ਪਹਿਲੇ ਕੀਤੀ, ਉਹ ਜਿਹੜੇ ਲੈਫਟਿਸਟ ਐਕੈਡੈਮਿਕਸ ਤੇ ਜਿਹੜੇ ਉਹਨਾਂ ਦੇ ਲਈ, ਉਹਨਾਂ ਨੂੰ ਪਤਾ ਹੈ ਕਿ ਕੀ ਹੋਇਆ ਤੇ ਉਹ ਕਿਉਂ ਨਹੀਂ ਇਹ ਗੱਲਾਂ ਕਰਦੇ, ਤੇ ਉਹ ਉਹਨਾਂ ਦੇ ਲਈ ਹੈ। ਤੇ ਜਿਹੜਾ ਜ਼ਾਹਿਰੀ ਬਾਤ, ਜਿਹੜਾ ਮੇਨ ਸਟ੍ਰੀਮ ਨੈਰੇਟਿਵ ਹੈਗਾ ਕਨਸਪੀਰੇਸੀ ਥਿਊਰੀਜ਼, ਉਹ ਜਿਹੜੀ ਮੈਂ ਗੱਲ ਕਹਿ ਰਿਹਾ ਸੀ ਕਿ ਸਾਨੂੰ ਸੱਚ ਬੋਲਣ ਦੀ ਲੋੜ ਹੈ, ਉਹੀ ਸੱਚ ਜਿਹੜਾ ਹੈ ਨਾ ਕ੍ਰਿਸਚਨ ਵਰਲਡ ਜਿਹੜਾ ਹੈਗਾ, ਈਸਾਈ ਜਿਹੜੀ ਦੁਨੀਆ ਹੈਗੀ ਹੈ, ਉਹਨਾਂ ਨੇ ਉਹ ਸੱਚ ਹੋਲੋਕਾਸਟ ਦੇ ਬਾਅਦ ਤਸਲੀਮ ਕਰ ਲਿੱਤਾ ਕਿ ਸਾਡੇ ਜਿਹੜੇ ਮਜ਼ਹਬੀ ਸਹੀਫੇ ਹੈਗੇ ਨੇ, ਸਾਡੇ ਜਿਹੜਾ ਮਜ਼ਹਬੀ ਇੱਕ ਇਨਰਸ਼ੀ ਹੈਗਾ, ਉਹਦੇ ਵਿੱਚ ਐਂਟੀ ਸੈਮਿਟਿਜ਼ਮ ਕੂਟ ਕੇ ਭਰਿਆ ਹੋਇਆ। ਤੇ ਇਹ ਗੱਲ ਸਾਨੂੰ ਵੀ ਤਸਲੀਮ ਕਰ ਲੈਣੀ ਚਾਹੀਦੀ ਹੈ ਕਿ ਠੀਕ ਹੈ, ਇੱਕ ਪਾਸੇ ਤੁਸੀਂ ਕਹਿੰਦੇ ਹੋ ਕਿ ਇਜ਼ਰਾਈਲੀ ਰਾਈਟ ਵਿੰਗ ਜਿਹੜਾ ਹੈ ਉਹ ਇਕੁਏਟ ਕਰਦਾ ਹੈ ਕਿ ਤੁਸੀਂ ਇਜ਼ਰਾਈਲ ਨੂੰ ਕ੍ਰਿਟਿਸਾਈਜ਼ ਕਰ ਰਹੇ ਹੋ ਤਾਂ ਤੁਸੀਂ ਐਂਟੀ ਸੈਮਿਟਿਕ ਹੈਗੇ ਹੋ, ਉਹ ਗਲਤ ਹੈਗਾ ਬਿਲਕੁਲ। ਤੇ ਨਾਲੇ ਇਹ ਵੀ ਬਲਕਿ ਇਹ ਵੀ ਤਸਲੀਮ ਕਰਨ ਦੀ ਲੋੜ ਹੈਗੀ ਕਿ ਮੁਸਲਿਮ ਦੁਨੀਆ 'ਚ ਜਿਹੜਾ ਮੈਜੋਰਿਟੀ ਓਪੀਨੀਅਨ ਹੈਗਾ, ਉਹ ਕੋਈ ਉਹਨਾਂ ਨੂੰ ਕੋਈ ਜਿਹੜੇ ਬੈਨ ਅਲ-ਅਕਵਾਮੀ ਕਵਾਨੀਨ ਹੈ, ਉਹਨਾਂ ਨੇ ਉਸ ਲਈ ਨਹੀਂ ਉਹ ਇਜ਼ਰਾਈਲ ਦੀ ਮੁਖਾਲਫਤ ਕਰਦੇ। ਉਹਨਾਂ ਨੂੰ ਤੇ ਇਹ ਮਸਲਾ ਹੈਗਾ ਕਿ ਤੁਸੀਂ ਮੁਸਲਮਾਨਾਂ ਦੇ ਇਲਾਕਾ 'ਚ ਯਹੂਦੀ ਰਿਆਸਤ ਬਣਾ ਦਿੱਤੀ ਹੈ, ਇਹ ਹਕੀਕਤ ਹੈਗੀ ਹੈ। ਆਮ ਬੰਦੇ ਨੂੰ ਇਹ ਨਹੀਂ ਫਰਕ ਪੜਦਾ ਕਿ ਤੁਹਾਡਾ ਜਿਹੜਾ ਪੋਸਟ ਕਲੋਨੀਅਲ ਜਿਹੜਾ ਤੁਹਾਡਾ ਬਿਆਨੀ ਹੈਗਾ, ਉਹਨੂੰ ਨਹੀਂ ਫਰਕ ਪੈਂਦਾ। ਤੇ ਇਸ ਲਈ ਸਾਨੂੰ ਤਸਲੀਮ ਕਰਨ ਦੀ ਲੋੜ ਹੈਗੀ ਹੈ ਕਿ ਇਸਲਾਮੀ ਤਾਰੀਖ, ਅਕਸਰ ਲਿਬਰਲ ਲੋਕੀ ਕਹਿੰਦੇ ਨੇ ਕਿ ਜੀ ਜਿਹੜਾ ਐਂਟੀ ਸੈਮਿਟਿਜ਼ਮ ਹੈਗਾ ਇਸ ਲਈ ਹੈਗਾ ਕਿ ਤੁਸੀਂ ਇਜ਼ਰਾਈਲ ਨੂੰ ਉੱਥੇ ਸਟੇਟ ਬਣਾ ਛੱਡੀ, ਤੇ ਫਿਰ ਜ਼ਾਹਿਰ ਹੈ ਉਹ ਐਂਟੀ ਜੂਇਸ਼ ਜਿਹੜਾ ਸੈਂਟੀਮੈਂਟ ਹੈ ਉਹ ਵੱਧ ਗਿਆ। ਮੇਰੇ ਖਿਆਲ 'ਚ ਤਾਂ ਬਿਲਕੁਲ ਝੂਠ ਹੈਗਾ ਕਿ ਐਂਟੀ ਸੈਮਿਟਿਕ ਜਿਹੜਾ ਸੈਂਟੀਮੈਂਟ ਹੈਗਾ ਉਹ ਇਸਲਾਮੀ ਦੁਨੀਆ 'ਚ, ਮੁਸਲਿਮ ਦੁਨੀਆ 'ਚ 1400 ਸਾਲ ਤੋਂ ਹੈਗਾ। ਤੇ ਮਤਲਬ ਇਜ਼ਰਾਈਲ ਦੀ ਬ੍ਰਿਟਿਸ਼ ਮੈਂਡੇਟ ਤੋਂ ਪਹਿਲਾਂ ਸਲਤਨਤ ਉਸਮਾਨੀਆ ਦਾ ਕਬਜ਼ਾ ਹੈਗਾ ਸੀ ਉਹ ਫਲਸਤੀਨ ਦੇ ਇਲਾਕੇ 'ਚ। ਉਸ ਜ਼ਮਾਨੇ 'ਚ ਜਿਹੜਾ ਮੁਸਲਮਾਨਾਂ ਦਾ ਜਿਹੜਾ ਹਕੂਮਤ ਹੈਗੀ ਸੀ, ਉਹਦੇ 'ਚ ਯਹੂਦੀਆਂ ਦੇ ਨਾਲ ਕਿੰਨੇ ਕੁ ਪ੍ਰੋਗਰਾਮ ਕੀਤੇ ਆਪਾਂ ਮਤਲਬ ਮੁਰਾਦ ਅਗਰ ਤੁਸੀਂ ਆਪਣੇ ਆਪ ਨੂੰ ਯੂਨਾਈਟ ਕਰਨਾ ਹੈ ਮੁਸਲਿਮ ਹਿਸਟਰੀ ਨਾਲ, ਤਾਂ ਕਿੰਨੀ ਅਰਬ ਦੁਨੀਆ 'ਚ ਸਾਰੇ ਯਹੂਦੀ, ਤੁਸੀਂ ਸ਼ਮਾਲੀ ਅਫਰੀਕਾ ਵੇਖੋ, ਮਰਾਕਸ਼ ਤੋਂ ਲੈ ਕੇ ਤੁਸੀਂ ਮਸ਼ਰਕ ਵਸਤਾ 'ਤੇ ਆ ਜਾਓ, ਸਾਰੇ ਤੁਸੀਂ ਉਹਨਾਂ ਨੂੰ ਯਹੂਦੀਆਂ ਨੂੰ ਬਾਹਰ ਕੱਢ ਦਿੱਤਾ। ਤੇ ਐਸਾ ਹਿਸਾਬ ਸਾਨੂੰ ਕਰਨਾ ਪਏਗਾ। ਜਿਹੜੀ ਤੁਸੀਂ ਕਨਸਪੀਰੇਸੀ ਦੀ ਗੱਲ ਕਰ ਰਹੇ ਹੋ ਨਾ, ਉਹਦੇ ਜਿਹੜੇ ਸਾਡੇ ਓਪੀਨੀਅਨ ਮੇਕਰ ਨੇ ਨਾ, ਉਹਨਾਂ ਨੂੰ ਓਨੈਸਟ ਸੱਚੀ ਜਿਹੜੀ ਨਾ ਗੁਫ਼ਤਗੂ ਕਰਨ ਪਏਗੀ ਕਿ ਇਹ ਸਾਡਾ ਜਿਹੜਾ ਮਜ਼ਹਬੀ ਇਨਰਸ਼ੀ ਹੈਗਾ, ਉਹਦੇ ਵਿੱਚ ਬੜਾ ਇੱਕ ਐਂਟੀ ਸੈਮਿਟਿਕ ਐਲੀਮੈਂਟ ਹੈਗੇ ਕਿ ਮਸਜਿਦਾਂ 'ਤੇ ਮਤਲਬ ਤੁਸੀਂ ਵੀ ਲਾਹੌਰ 'ਚ ਸੁਣੇ ਹੋਣਗੇ ਕਈ ਖੁਤਬੇ ਹਰ ਹਫ਼ਤੇ ਅਸੀਂ ਕੀ ਗੱਲ ਕਰਦੇ, ਮਤਲਬ ਇਹ ਮਤਲਬ ਤੁਹਾਨੂੰ ਪਤਾ ਹੈ ਕਿ ਮੌਲਵੀ ਸਾਹਿਬ ਜਿਹੜਾ ਹੈ ਉਹ ਜਦੋਂ ਇਜ਼ਰਾਈਲ ਨੂੰ ਤੇ ਯਹੂਦੀਆਂ ਨੂੰ, ਖਾਸ ਸਿਰਫ ਇਜ਼ਰਾਈਲ ਨਹੀਂ, ਉਹ ਗੱਲਾਂ ਕਰਦੇ ਯਹੂਦੀਆਂ ਨੂੰ ਕਿ ਇਹਨਾਂ ਨੂੰ ਸਾਰੇ ਯਹੂਦੀਆਂ ਨੂੰ ਤੁਸੀਂ ਮਿਟਾ ਛੱਡੋ ਕੁਰਰਾ ਅਰਜ਼ੀ ਤੋਂ। ਇਹ ਗੱਲਾਂ ਅੱਜ ਵੀ ਹੋ ਰਹੀਆਂ ਨੇ, ਇਹ ਗੱਲਾਂ ਸੈਂਕੜੋ ਸਾਲਾਂ ਪੁਰਾਣੀਆਂ ਹੈਗੀਆਂ ਨੇ। ਇਹ ਓਨੈਸਟ ਕਨਵਰਸੇਸ਼ਨ ਦੀ ਬੜੀ ਹੋ ਰਹੀ ਹੈ। ਬਿਲਕੁਲ। ਇੱਕ ਗੱਲ ਕਨਵਰ ਭਾਈ ਮੈਂ ਨੋਟਿਸ ਕੀਤੀ ਸੀ, ਇੱਕ ਨਿਊਜ਼ ਰਿਪੋਰਟ ਸੀ ਕਿ ਜਿਹੜਾ ਸਾਊਦੀ ਅਰੇਬੀਆ ਹੈ ਉਹ ਇਹ ਕਰ ਰਿਹਾ ਹੈ ਕਿ ਹਰ ਮਸਜਿਦ ਨੂੰ ਉਹ ਟੇਪਡ ਭੇਜ ਰਿਹਾ ਹੈ ਸਰਮਨ ਖੁਤਬਾ, ਕਿ ਤੁਸੀਂ ਬਸ ਇਹ ਬੋਲਣਾ ਹੈ, ਇਹ ਮਿਨਿਸਟਰੀ ਨੇ ਅਪਰੂਵ ਕੀਤਾ। ਤੇ ਉਹ ਤੇ ਤੁਹਾਨੂੰ ਲੱਗਦਾ ਪਾਕਿਸਤਾਨ ਵਿੱਚ ਵੀ ਕੋਈ ਇਸ ਤਰ੍ਹਾਂ ਦਾ ਮਾਡਲ ਚੱਲ ਸਕਦਾ ਹੈ ਕਿ ਇਸ ਤਰ੍ਹਾਂ
ਮਸਜਿਦ ਨਾ ਯੂਜ਼ ਹੋਣ ਨਫ਼ਰਤ ਫੈਲਾਉਣ ਵਾਸਤੇ, ਕਿਉਂਕਿ ਤੁਹਾਨੂੰ ਪਤਾ ਹੈ ਕੱਲ ਉਹ ਹਿੰਦੂ ਟੈਂਪਲ ਦਾ ਵੀ KPK ਚ ਵਾਕਿਆ ਹੋਇਆ ਤੇ ਕੁਝ ਮੌਲਵੀ ਹੁੰਦੇ ਨੇ ਜਿਹੜੇ ਬੜਾ ਨੈਗੇਟਿਵ ਰੋਲ ਪਲੇ ਕਰਦੇ ਨੇ। ਤੇ ਤੁਹਾਨੂੰ ਲੱਗਦਾ ਇਸ ਤਰ੍ਹਾਂ ਦਾ ਮਾਡਲ ਪਾਕਿਸਤਾਨ ਵਿੱਚ ਚੱਲਣਾ ਚਾਹੀਦਾ ਹੈ ਕਿ ਸਟੇਟ ਅਪਰੂਵ ਕਰੇ ਕਿ ਮਸਜਿਦ ਕੀ ਬੋਲ ਸਕਦਾ ਹੈ? ਮੇਰੇ ਖਿਆਲ ਇਹ ਜਿਹੜਾ ਇੱਕ ਸੈਟਅਪ ਹੈਗਾ ਪੂਰੀ ਮੁਸਲਿਮ ਦੁਨੀਆ ਚ ਹੈਗਾ। ਸਟੇਟ ਪਹਿਲੇ ਜਿਹੜਾ ਇਸਲਾਮਿਸਟ ਨੈਰੇਟਿਵ ਵੀ ਜਿਹੜਾ ਹੈ ਸਾਊਦੀ ਅਰੇਬੀਆ ਚ ਜਾਂ ਬਾਕੀ ਮੁਸਲਿਮ ਮੁਲਕਾਂ ਚ ਜਿਹੜਾ ਉਹ ਫੈਲਾਉਂਦੇ ਸੀ, ਉਹ ਵੀ ਸਟੇਟ ਦੀ ਬੈਕਿੰਗ ਹੈਗੀ ਸੀ ਕਿ ਤੁਸੀਂ ਇਹ ਗੱਲ ਕਰੋ। ਤੇ ਸਾਡਾ ਜਿਹੜਾ ਨੈਸ਼ਨਲ ਐਕਸ਼ਨ ਪਲਾਨ ਹੈ ਉਹਦੇ ਚ ਬੜਾ ਸਾਫ਼ ਲਿਖਿਆ ਕਿ ਮਦਰਸੇ ਤੇ ਇਹ ਸਾਨੂੰ ਅਸੀਂ ਮੇਨਸਟ੍ਰੀਮ ਕਰਨਾ ਤੇ ਇਹ ਲਾਊਡ ਸਪੀਕਰ ਨੂੰ ਕੰਟਰੋਲ ਕਰਨਾ ਪੰਜਾਬ ਚ ਹੋ ਰਿਹਾ। ਤੇ ਇਹ ਬੜੀ ਮਤਲਬ ਇਹ ਤੇ ਹੋਰ ਆਫੀਸ਼ੀਅਲੀ ਤੇ ਇਹ ਸਾਡਾ ਇੱਕ ਸਟ੍ਰੈਟੇਜੀ ਕਾਊਂਟਰ ਟੈਰਰਿਜ਼ਮ ਸਟ੍ਰੈਟੇਜੀ ਵੀ ਹੈਗੀ ਕਿ ਆਪਾਂ ਇਹ ਜਿਹੜਾ ਬਿਆਨੀ ਹੈ ਕੰਟਰੋਲ ਕਰਨਾ ਹੈ, ਆਫੀਸ਼ੀਅਲੀ ਸਾਡਾ ਐਕਨੋਲੇਜਡ ਹੈਗਾ। ਤੇ ਇਹ ਸਟ੍ਰੈਟੇਜੀ ਬਾਕੀ ਮੁਸਲਿਮ ਦੁਨੀਆ 'ਚ ਵੀ ਹੈਗੀ। ਤੇ ਸਿਰਫ ਇਜ਼ਰਾਈਲ ਨਹੀਂ ਜਿਹੜੇ ਤੁਸੀਂ ਕੱਲ ਦਾ ਵਾਕਿਆ ਅਫਸੋਸਨਾਕ ਜਿਹੜਾ ਵਾਕਿਆ ਤੁਸੀਂ ਦੱਸਿਆ ਕਿ ਉਹ ਮਤਲਬ ਇਹ ਤੇ ਚਲੋ ਅੱਜ ਤਾਂ ਅਸੀਂ ਇਜ਼ਰਾਈਲ ਤੇ ਯਹੂਦੀਆਂ ਦੀ ਗੱਲ ਕਰ ਰਹੇ, ਤੁਸੀਂ ਹੋਰ ਮਜ਼ਹਬੀ ਮਾਈਨੋਰਿਟੀ ਦੀ ਗੱਲ ਕਰਨਾ ਸ਼ੁਰੂ ਕੀਤੀ ਉਹਦੇ ਬਾਰੇ ਵੀ ਕਿੰਨਾ ਅਸੀਂ ਨਫ਼ਰਤ ਫੈਲਾਉਂਦੇ ਤੇ ਕੀ ਇਹ ਮੇਨ ਸਟ੍ਰੀਮ ਕਰਨਾ ਪਏਗਾ ਨੈਰੇਟਿਵ। ਇਹ ਤੁਸੀਂ ਨਹੀਂ ਉਹਨਾਂ ਦੇ ਜਿਹੜਾ ਜਿਵੇਂ ਤੁਸੀਂ ਮਸਜਿਦਾਂ ਨੂੰ ਯੂਜ਼ ਕੀਤਾ ਹੈ ਆਪਣੀ ਇਸਲਾਮਿਸਟ ਇੱਕ ਜਿਹਾਦਿਸਟ ਚਰਨਿੰਗ ਫੈਕਟਰੀਜ਼ ਦੇ ਤੌਰ ਤੇ ਕਿ ਉਹਦੇ ਚ ਤੁਸੀਂ ਕੀ ਬਿਆਨੀਆਂ ਤੇ ਕੀ ਨਜ਼ਰੀਆਤ ਵੰਡਣ ਦੇ ਉਹ ਤਬਦੀਲ ਕਰਨ ਦੀ ਲੋੜ ਬਿਲਕੁਲ ਹੈਗੀ। ਤੇ ਉਹ ਸਰਕਾਰੀ ਤੌਰ ਤੇ ਹੋ ਸਕਦੀ ਹੈ, ਆਰਗੈਨਿਕਲੀ ਤਾਂ ਨਹੀਂ। ਤੁਸੀਂ 70 ਸਾਲ ਦੀ ਚੀਜ਼ ਆਰਗੈਨਿਕਲੀ ਤਾਂ ਨਹੀਂ ਤਬਦੀਲ ਕਰ ਸਕਦੇ। क्या साडी सरकार इन्नी मजबूत हैगी है कि वो इन एलिमेंट्स ਨੂੰ ਫੇਸ ਕਰੇ ਬਾਈ ਫੋਰਸ? ਉਹ ਖਾਸ ਤੌਰ ਤੇ KPK ਵਿੱਚ ਫਾਟਾ ਵਿੱਚ ਜਿੱਥੇ ਮਜ਼ਹਬੀ ਇੰਤਹਾ ਪਸੰਦੀ ਬੜੀ ਜ਼ਿਆਦਾ ਹੈ ਉੱਥੇ ਵੀ ਉਹ ਆਪਣੀ ਰਿਟ ਕਾਇਮ ਕਰੇ ਤੇ ਮਸਜਿਦ ਦੇ ਇਮਾਮਾਂ ਨੂੰ ਬੋਲੇ ਕਿ ਤੁਸੀਂ ਆਪਣੀ ਮਰਜ਼ੀ ਦੀ ਗੱਲ ਨਹੀਂ ਕਰ ਸਕਦੇ ਜਿਹੜੀ ਤੁਸੀਂ ਪਿਛਲੀ 70 ਸਾਲਾਂ ਨਾਲ ਕਰ ਰਹੇ ਹੋ, ਹੁਣ ਅਸੀਂ ਤੁਹਾਨੂੰ ਭੇਜਾਂਗੇ ਕਿ ਤੁਸੀਂ ਕੀ ਕਹਿਣਾ ਚਾਹੁੰਦੇ ਹੋ। ਤੇ ਇਹਦਾ ਬੈਕਲੈਸ਼ ਕਿੰਨਾ ਹੋਵੇਗਾ? ਅਸਲ ਵਿੱਚ ਗੱਲ ਇਹ ਹੈਗੀ ਕਿ ਅਗਰ ਤੁਸੀਂ ਸਰਕਾਰ ਦੀ ਗੱਲ ਕਰੇ, ਸਰਕਾਰ ਜਿਹੜੀ ਸਾਡੀ ਡੈਮੋਕ੍ਰੈਟਿਕਲੀ ਇਲੈਕਟਿਡ ਹਕੂਮਤ ਸਾਡੀ ਹੈਗੀ ਹੈ, ਉਹਦੇ ਵਾਸਤੇ ਤਾਂ ਕੁਝ ਨਹੀਂ ਹੈਗਾ। ਪਰ ਮੁਲਕ ਤੇ ਤੁਹਾਨੂੰ ਵੀ ਪਤਾ ਹੈ ਜਿਹੜੇ ਲੋਕ ਚਲਾਉਂਦੇ ਨੇ, ਜਿਹੜੀ ਫੌਜ ਉਹਦੇ ਬਸ ਉਹਨਾਂ ਦੇ ਬਸ ਤੇ ਸਾਰਾ ਕੁਝ ਹੈਗਾ। ਪਰ ਉਹਨਾਂ ਨੂੰ ਮਸਲਾ ਹੈਗਾ ਜਿਹੜੀ ਉਹਨਾਂ ਨੂੰ ਕਸ਼ਮਕਸ਼ ਪਿਛਲੇ 5 ਸਾਲ ਤੋਂ ਹੈਗੀ ਹੈ, ਖਾਸ ਤੌਰ ਤੇ CPEC ਦੇ ਆਉਣ ਤੋਂ ਬਾਅਦ, ਚਾਈਨੀਜ਼ ਇਨਫਲੂਐਂਸ ਦੇ बढ़ने के बाद कि जी ਆਪਾਂ ਜਿਹਾਦਿਜ਼ਮ ਤੇ ਕੰਟਰੋਲ ਕਰਨਾ ਹੈ ਤੇ ਇਸਲਾਮਿਕ ਨੈਰੇਟਿਵ ਉਹ ਤੇ ਕਰ ਸਕਦੇ। ਅਗਰ ਇੱਕ ਸਵੀਪਿੰਗ ਪਾਲਿਸੀ ਲਾਈਏ ਤੇ ਉਹ ਉਹਨਾਂ ਲਈ ਕੋਈ ਮਸਲਾ ਨਹੀਂ ਹੈਗਾ। ਆਲਰੇਡੀ ਰਿਮੋਟ ਕੰਟਰੋਲ ਜਿਹੜਾ ਬਲਕਿ ਆਪਾਂ ਤੁਸੀਂ ਸ਼ਾਹਨੀ ਸਾਹਿਬ ਦੀ ਗੱਲ ਕੀਤੀ ਸੀ ਉਹ ਵੀ ਇੰਪੋਰਟੈਂਟ ਹੈਗੀ, ਉਹ ਵੀ ਆਪਾਂ ਕਰਦੇ। ਪਰ ਇਹ ਸਾਰਾ ਕੁਝ ਇਹਨਾਂ ਦੇ ਕੰਟਰੋਲ 'ਚ ਹੈਗਾ ਹੁਣ। ਪਰ ਇਹਨਾਂ ਨੂੰ ਮਸਲਾ ਹੈਗਾ ਕਿ ਸਾਡੀ ਜਿਹੜੀ ਅਫਗਾਨ ਪਾਲਿਸੀ ਹੈ, ਸਾਡੀ ਜਿਹੜੀ ਕਸ਼ਮੀਰ ਪਾਲਿਸੀ ਹੈ, ਅਗਰ ਅਸੀਂ ਸਾਰਿਆਂ ਨੂੰ ਹੀ ਨਿਬੇੜ ਕੇ ਕਹਾਂਗੇ ਤੁਸੀਂ ਚਲੋ ਜੀ ਤੁਸੀਂ ਹੁਣ ਘਰ ਤੋਰੋ ਤੇ ਉਹ ਤੁਹਾਡੀ ਸਾਨੂੰ ਹੁਣ ਨਹੀਂ ਲੋੜ ਹੈਗੀ, ਫਿਰ ਉਸਦਾ ਕੀ ਬਣੇਗਾ? ਅਸੀਂ ਤੇ ਬੜੇ ਇਸ ਮਾਰਚ ਤੇ ਜਿਹੜਾ ਫੈਬਰੀ ਚ ਮੇਰੇ ਖਿਆਲ ਚ ਜਿਹੜਾ ਉਹ ਅਗਰੀਮੈਂਟ ਹੋਇਆ ਸੀ ਅਮਰੀਕਾ ਤੇ ਤਾਲਿਬਾਨ ਨਾਲ, ਤੇ ਉਹ ਤੇ ਅਸੀਂ ਕਹਿ ਰਹੇ ਸੀ ਕਿ ਜੀ ਉਹ ਤੇ ਪਾਕਿਸਤਾਨ ਦੀ ਫਤਹ ਹੈਗੀ ਹੈ। ਅਫਗਾਨਿਸਤਾਨ ਚ ਪਾਕਿਸਤਾਨ ਜਿੱਤਿਆ ਸੀ ਕਿਉਂਕਿ ਅਮਰੀਕਾ ਨੇ ਤਾਲਿਬਾਨ ਨਾਲ, ਤੇ ਉਹਦਾ ਕੀ ਬਣੇਗਾ? ਸਵਾਲ ਇਹ ਹੈਗਾ ਕਿ ਉਹ ਅਸਲ ਮਸਲਾ ਹੈਗਾ ਇੰਟੈਂਟ ਹੋਵੇ ਨਾ, ਇਹਨਾਂ ਦੀ ਨੀਅਤ ਹੋਏ, ਇਰਾਦਾ ਹੋਏ। ਆਪਰੇਸ਼ਨਲ ਕੈਪੈਸਿਟੀ ਦਾ ਮਸਲਾ ਨਹੀਂ ਹੈਗਾ, ਫੌਜ ਸਾਰਿਆਂ ਨੂੰ ਸਿੱਧਾ ਕਰ ਸਕਦੀ ਹੈ। ਪਰ ਇਹਨਾਂ ਦਾ ਜਿਹੜਾ ਕੋਈ ਜਿਹੜਾ ਕੰਪਲੈਕਸ ਹੈਗਾ, ਜਿਹਾਦਿਸਟ ਕੰਪਲੈਕਸ ਹੈਗਾ, ਉਹਦੇ ਲਈ ਤੁਹਾਨੂੰ ਇਹ ਇਸਲਾਮਿਸਟ ਨੈਰੇਟਿਵ ਬਿਲਡਰ ਦੀ ਲੋੜ ਹੈਗੀ ਤੇ ਉਹ ਕਿਵੇਂ ਮੈਨੇਜ ਕਰਨਾ ਹੈ, ਅੱਜ ਕੱਲ ਇਹ ਡਿਲੀਬਰੇਟ ਕਰ ਰਹੇ ਨੇ। ਬਿਲਕੁਲ ਬਿਲਕੁਲ, ਹਾਂ, ਵੈਰੀ ਇੰਟਰਸਟਿੰਗ। ਔਰ ਇਦਾਂ ਕੋਈ ਰਾਈਟ ਆਨਸਰ ਮੇਰੇ ਖਿਆਲ ਵਿੱਚ ਨਹੀਂ ਹੈ ਤੇ ਜੋ ਬੈਲੈਂਸ ਜਿਸ ਤਰ੍ਹਾਂ ਵੀ ਅਚੀਵ ਕਰਨ ਵੇਖਦੇ ਨੇ, ਲੈਟਸ ਸੀ। ਬਟ ਇੱਕ ਹੋਰ ਬੜਾ ਇੰਪੋਰਟੈਂਟ ਐਸਪੈਕਟ ਹੈ ਪਾਕਿਸਤਾਨ ਇਜ਼ਰਾइल डायनामिक ਵਿੱਚ, वो है इंडिया। क्योंकि ਤੁਹਾਨੂੰ ਪਤਾ ਹੈ ਕਿ इजराइल और इंडिया सिर्फ वैसे स्ट्रेटेजिक पार्टनर्स नहीं, लेकिन वो डिफेंस पार्टनर्स भी ने। वो इजराइल इंडिया ਨੂੰ ਮਿਸਾਈਲ ਟੈਕਨੋਲੋਜੀ ਦਿੰਦਾ ਹੈ, ਉਹ ਡਿਫੈਂਸ ਟੈਕ ਵਿੱਚ ਉਹਦੀ ਹੈਲਪ ਕਰਦਾ ਹੈ। ਬਲਕਿ ਅਸੀਂ ਤੇ ਇਹ ਵੀ ਮੰਨਦੇ ਨੇ ਕਿ ਇੰਡੀਆ ਜਿਹੜਾ ਪਾਕਿਸਤਾਨ ਦੇ ਉੱਤੇ ਜਿਹੜਾ ਹਮਲਾ ਕਰਨੇ ਵਿੱਚ ਜਿਹੜਾ ਅਸਲਾ ਇਸਤੇਮਾਲ ਹੁੰਦਾ ਉਹ ਵੀ ਇਜ਼ਰਾइल ਕਾਫੀ ਹੱਦ ਤੱਕ ਉਹਨੂੰ ਸਪਲਾਈ ਕਰਦਾ ਹੈ। ਤੇ ਹੁਣ ਅਸੀਂ ਇਹ ਵੇਖਣਾ ਹੈ ਕਿ ਕਿਆ ਅਗਰ ਪਾਕਿਸਤਾਨ ਇਜ਼ਰਾइल ਫਾਰਮਲਾਈਜ਼ ਕਰਦੇ ਨੇ ਆਪਣੇ ਤਾਲੁਕਾਤ ਤੇ ਕਿਆ ਉਹ ਇੰਡੀਆ ਦੀ ਇਹ ਇਕੁਏਸ਼ਨ ਨੂੰ ਬੈਲੈਂਸ ਕਰ ਸਕਦੇ ਨੇ। ਤੇ ਮੇਰੀ ਕੁਝ ਇਜ਼ਰਾਈਲੀਆਂ ਨਾਲ ਗੱਲ ਹੋਈ ਹੈ, ਕੋਈ ਉਹਦੇ ਪ੍ਰੋਫੈਸਰਸ, ਕੋਈ ਉਹਦੇ ਹੋਰ ਲੋਕੀ ਜਿਹੜੇ ਇਸ ਗੱਲ ਨੂੰ ਸਮਝਦੇ ਨੇ, ਤੇ ਉਹ ਤੇ ਕਹਿੰਦੇ ਨੇ ਇੰਡੀਆ ਦੇ ਨਾਲ ਤੇ ਸਾਡਾ ਬੜਾ ਪੁਰਾਣਾ ਤਾਲੁਕ ਹੈ, ਬੜਾ ਸਟਰੋਂਗ ਤਾਲੁਕ ਹੈ। ਪਾਕਿਸਤਾਨ ਨੂੰ ਤੇ ਅਸੀਂ ਨਾ ਜਾਣਦੇ ਵੀ ਨਹੀਂ। ਤੇ ਤੁਹਾਨੂੰ ਕੀ ਲੱਗਦਾ ਹੈ ਕਿ ਅਗਰ ਪਾਕਿਸਤਾਨ ਔਰ ਇਜ਼ਰਾइल ਟਾਈਜ਼ ਬਣਾਉਣ
ਤੇ ਕਿਆ ਉਹ ਨਿਊਟਰਲਾਈਜ਼ ਕਰ ਸਕਦੇ ਨੇ ਇੰਡੀਆ ਦਾ ਇਨਫਲੂਐਂਸ ਇਜ਼ਰਾਈਲ ਵਿੱਚ ਔਰ ਪੂਰੇ ਮਿਡਲ ਈਸਟ ਵਿੱਚ? ਨਿਊਟਰਲਾਈਜ਼ ਜਿਹੜਾ ਕਰਨਾ ਨਾ, ਇਹ ਬੜਾ ਸਟਰੋਂਗ ਵਰਡ ਹੈ ਕਿ ਨਿਊਟਰਲਾਈਜ਼ ਕਰਨ ਦਾ ਮਤਲਬ ਹੈ ਕਿ ਕੋਈ ਬਰਾਬਰੀ ਨਹੀਂ ਹੋ ਸਕਦੀ ਜਦੋਂ ਮਤਲਬ ਹੋਰ ਤੁਸੀਂ ਸਾਰੀ ਗੱਲਾਂ ਛੱਡੋ, ਇੱਕ ਮੁਲਕ ਕੁਝ 5 ਗੁਣਾ ਵੱਡਾ ਹੈ ਤੇ ਉਹਦੇ ਨਾਲ ਤੁਸੀਂ ਪੈਰਿਟੀ ਉਸ ਤਰ੍ਹਾਂ ਨਹੀਂ ਇਹ ਵੀ ਇੱਕ ਮਸਲਾ ਹੈਗਾ ਸਾਡੇ ਬਿਆਨੀਏ ਦਾ ਕਿ ਅਸੀਂ ਸ਼ੁਰੂ ਤੋਂ ਹੀ ਕਹਿੰਦੇ ਹਾਂ ਕਿ ਜੀ ਸਾਡੀ ਕੋਈ ਇੱਕ ਭਾਰਤ ਦੇ ਨਾਲ ਕੋਈ ਇੱਕ ਇਕੁਇਲਿਬਰੀਅਮ ਦੀ ਲੋੜ ਹੁੰਦੀ ਹੈ ਤੇ ਉਹ ਹੋਣਾ ਚਾਹੀਦਾ ਹੈ। ਤੇ ਇਜ਼ਰਾਈਲ ਦੇ ਨਾਲ ਜਿਹੜੇ ਟਾਈਜ਼, ਬਲਕਿ ਮੈਂ ਕਹਿੰਦਾ ਜਿਹੜੇ ਇਜ਼ਰਾਈਲ ਬਲਕਿ ਪਾਕਿਸਤਾਨ ਦੀ ਜ਼ਿਆਦਾ ਮਦਦ ਕਰ ਸਕਦਾ ਬਨਿਸਬਤ ਜਿਹੜੇ ਅਰਬ ਮੁਮਾਲਿਕ ਕਰ ਰਹੇ ਨੇ। ਉਹ ਤੇ ਮਤਲਬ ਸਾਊਦੀ ਅਰੇਬੀਆ ਕੀ ਤੇ ਈਰਾਨ ਕੀ ਤੇ UAE ਕੀ, ਉਹ ਤੇ ਉਹਨਾਂ ਦੇ ਤੇ ਭਾਰਤ ਦੇ ਨਾਲ ਸਿਕਿਉਰਿਟੀ ਮੁਆਹਦੇ ਵੀ ਹੈਗੇ, ਐਨਰਜੀ ਦੇ ਮੁਆਹਦੇ ਵੀ ਹੈਗੇ, ਉਹਨਾਂ ਦਾ ਇਨਵੈਸਟਮੈਂਟ ਟ੍ਰੇਡ ਵੀ ਹੋ ਰਹੀ, ਸਾਰਾ ਕੁਝ ਹੋ ਰਿਹਾ। ਤੇ ਮਤਲਬ ਤੁਸੀਂ ਕਾਊਂਟਰ ਬੈਲੈਂਸ ਦਾ ਫੈਕਟਰ ਮੈਂ ਸਮਝ ਸਕਦਾ ਹੈ। ਖਾਸ ਤੌਰ ਤੇ ਫੌਜ ਦਾ ਵੀ ਇਹ ਇੰਟਰਸਟ, ਪਾਕਿਸਤਾਨੀ ਫੌਜ ਦਾ ਵੀ ਇੰਟਰਸਟ ਹੈਗਾ ਕਿ ਜਦੋਂ ਤੁਸੀਂ ਇਹ ਮੇਨ ਸਟ੍ਰੀਮ ਕਰ ਦੋਗੇ ਉਹਨਾਂ ਦੇ ਨਾਲ ਤਾਲੁਕਾਤ, ਤੁਹਾਡੇ ਜਿਹੜੇ ਫੌਜੀ ਰਿਲੇਸ਼ਨਸ ਹੈ, ਸਿਕਿਉਰਿਟੀ ਰਿਲੇਸ਼ਨ ਹੈ, ਉਹ ਵੀ ਮੇਨ ਸਟ੍ਰੀਮ ਹੋ ਜਾਣਗੇ। ਖਾਸ ਕਰਕੇ ਟੈਕਨੋਲੋਜੀ ਵੀ ਉਹ ਹੋ ਜਾਏਗੀ ਤੇ ਉਹ ਸਾਨੂੰ ਫਾਇਦਾ ਹੋਏਗਾ। ਕਿਉਂਕਿ ਇੰਡੀਆ ਦੇ ਨਾਲ ਜਿਹੜਾ ਸਾਡਾ ਵੈਰ ਹੈ ਉਹ ਤੇ ਨਹੀਂ ਕहीं ਉਹ ਤੇ ਰਹਿਣਾ ਹੈ, ਉਹ ਤੇ ਰਹਿਣਾ ਵੀ ਹੈ ਤੇ ਅਸੀਂ ਰੱਖਣਾ ਵੀ ਹੈ। ਦੋ ਉਹ ਤੇ ਕहीं ਨਹੀਂ ਜਾ ਰਿਹਾ। ਇਜ਼ਰਾਈਲ ਦੀ ਸਿਕਿਉਰਿਟੀ ਤੇ ਮਿਲਟਰੀ ਦੀ ਜਿਹੜੀ ਉਹਨਾਂ ਦੀ ਪ੍ਰੋਵੈਸ ਹੈਗੀ ਹੈ ਉਹ ਸਾਨੂੰ ਫਾਇਦਾ ਪਹੁੰਚਾ ਸਕਦੀ ਹੈ। ਬਿਲਕੁਲ ਇਹ ਫੈਕਟਰ ਹੈਗਾ ਇਹਦੇ ਵਿੱਚ। ਹਾਂ ਬਿਲਕੁਲ। ਅੱਛਾ, ਔਨ ਦੀ ਅਦਰ ਹੈਂਡ ਜਿਸ ਤਰ੍ਹਾਂ ਅਸੀਂ ਕਹਿੰਦੇ ਨੇ ਸਾਨੂੰ ਇੱਕ ਇੰਡੀਆ ਦੇ ਨਾਲ ਇੱਕ ਐਗਜ਼ਿਸਟੈਂਸ਼ੀਅਲ ਥ੍ਰੈਟ ਹੈ ਪੋਜ਼ ਕਰਦਾ ਹੈ ਇੰਡੀਆ ਪਾਕਿਸਤਾਨ ਦੇ ਉੱਤੇ, ਉਸੇ ਤਰ੍ਹਾਂ ਈਰਾਨ ਸਾਡਾ ਇੱਕ ਹੋਰ ਨੇਬਰ ਉਹ ਇਜ਼ਰਾਈਲ ਨੂੰ ਇੱਕ ਐਗਜ਼ਿਸਟੈਂਸ਼ੀਅਲ ਥ੍ਰੈਟ ਪੇਸ਼ ਕਰਦਾ ਹੈ। ਤੇ ਈਰਾਨ ਤੇ ਕਹਿੰਦਾ ਹੈ ਕਿ ਉਹ ਇਜ਼ਰਾਈਲ ਨੂੰ ਬਿਲਕੁਲ ਹਟਾ ਦੇਣਾ ਚਾਹੁੰਦਾ, ਮੈਪ ਤੋਂ ਹੀ ਖਤਮ ਕਰਨਾ ਚਾਹੁੰਦਾ। ਲੇਕਿਨ ਪਾਕਿਸਤਾਨ ਦੇ ਈਰਾਨ ਦੇ ਨਾਲ ਬੜੇ ਬਰਾਦਰਾਨਾ ਤਾਲੁਕਾਤ ਨੇ। ਸਾਡੇ ਸ਼ੀਆ ਹਜ਼ਰਾਤ ਜਾਂਦੇ ਨੇ ਹਰ ਸਾਲ ਟੈਨਸ ਆਫ ਥਾਊਜ਼ੈਂਡਸ ਉੱਥੇ ਰਿਲੀਜੀਅਸ ਮਜ਼ਹਬੀ ਪਿਲਗ੍ਰਿਮੇजेस के लिए। ਤੇ ਸਾਡੀ ਹੋਰ ਵੀ ਬੜੀ ਕੋਆਪਰੇਸ਼ਨ ਹੈ। ਤੇ ਇਨ ਰਿਟਰਨ ਤੁਹਾਨੂੰ ਲੱਗਦਾ ਹੈ ਕਿ ਅਗਰ ਜਿਸ ਤਰ੍ਹਾਂ ਮੈਂ ਪਹਿਲੇ ਇੰਡੀਆ ਦੀ ਗੱਲ ਕਰ ਰਿਹਾ ਸੀ ਉਸ ਤਰ੍ਹਾਂ ਕਿਆ ਇਜ਼ਰਾਈਲ, ਪਾਕਿਸਤਾਨ ਵੀ ਇਜ਼ਰਾਈਲ ਨੂੰ ਇਰਾਨੀਅਨ ਥ੍ਰੈਟ ਕਿਸੇ ਹੱਦ ਤੱਕ ਨਿਊਟਰਲਾਈਜ਼ ਕਰਕੇ ਦੇ ਸਕਦਾ ਹੈ? ਅਗਰ ਮਤਲਬ ਆਈਡੀਅਲੀ ਆਪਾਂ ਗੱਲ ਕਰੀਏ ਤਾਂ ਬਿਲਕੁਲ ਤਾਂ ਜ਼ਾਹਿਰ ਹੈ ਫਿਰ ਉਹ ਇੱਕ ਕੋਆਪਰੇਸ਼ਨ, ਇੱਕ ਮਿਊਚੁਅਲ ਕੋਆਪਰੇਸ਼ਨ, ਇਹ ਤਾਲੁਕਾ ਦਾ ਹੀ ਮਤਲਬ ਹੈਗਾ ਨਾ। ਜਦੋਂ ਇੱਕ ਮਿਊਚੁਅਲ ਸਟੇਕ ਬਣ ਜਾਂਦਾ ਨਾ, ਜਦੋਂ ਤੁਸੀਂ ਫਾਰਮਲਾਈਜ਼ ਕਰਦੇ ਹੋ ਤੇ ਬਿਲਕੁਲ। ਪਰ ਤੁਹਾਡਾ ਮੈਂ ਜਿਹੜਾ ਤੁਹਾਡੀ ਆਰਗੂਮੈਂਟ ਹੈਗੀ ਮੈਂ ਸਮਝ ਸਕਦਾ ਹਾਂ, ਤੁਸੀਂ ਜੋ ਆਪਣੇ ਆਰਟੀਕਲ 'ਚ ਵੀ ਗੱਲ ਕੀਤੀ, ਪਰ ਮੈਨੂੰ ਨਹੀਂ ਲੱਗਦਾ ਕਿ ਸਾਡਾ ਈਰਾਨ ਦੇ ਨਾਲ ਇੰਨਾ ਉਹਦਾ ਕਸੂਰ ਸਾਊਦੀ ਅਰੇਬੀਆ ਹੈਗਾ ਕਿ ਆਫੀਸ਼ੀਅਲੀ ਤਾਂ ਆਪਾਂ ਕਹਿੰਦੇ ਹਾਂ ਕਿ ਜੀ ਸਾਡੇ ਲਈ ਸਾਊਦੀ ਅਰੇਬੀਆ ਤੇ ਈਰਾਨ ਬਰਾਬਰ ਦੇ ਤੇ ਅਸੀਂ ਬੈਲੈਂਸਿੰਗ ਐਕਟ ਪਲੇ ਕਰਦੇ, ਉਹ ਨਹੀਂ ਕਰਦੇ। ਆਪਾਂ ਉਹੀ ਕਰਦੇ ਜਿਹੜਾ ਸਾਊਦੀ ਸਾਨੂੰ ਕਹਿੰਦਾ। ਹਿਸਟੋਰੀਕਲੀ ਵੀ ਤਾਰੀਖੀ ਤੌਰ ਤੇ ਵੀ ਉਹੀ ਆਪਾਂ ਕੀਤਾ। ਤੇ ਪਰ ਕੁਛ ਨਾ ਕੁਛ ਫਾਇਦਾ ਜ਼ਰੂਰ, ਮਤਲਬ ਇੱਕ ਜਿਹੜਾ ਈਰਾਨ ਦਾ ਬਿਆਨ ਆਪਾਂ ਨਿਊਕਲੀਅਰ ਬੰਬ ਫਾੜ ਛੱਡਣਾ ਉਹਨੂੰ ਉਸ ਬਿਆਨੀ ਨੂੰ ਤੇ ਆਪਾਂ ਕੁਝ ਹੱਦ ਤੱਕ ਤਬਦੀਲ ਕਰ ਹੀ ਸਕਦੇ ਨਾ। ਇਹ ਹੈਗਾ ਆਈਡੀਅਲੀ ਤੇ ਬਿਲਕੁਲ ਈਰਾਨ ਦੇ ਨਾਲ, ਸਾਊਦੀ ਅਰੇਬੀਆ ਦੇ ਨਾਲ, ਅਗਰ ਇਜ਼ਰਾਈਲ ਦੇ ਨਾਲ ਆਪਾਂ ਕਰਦੇ ਤੇ ਇੱਕ ਬੈਲੈਂਸਿੰਗ ਹੋਣਾ ਚਾਹੀਦਾ। ਪਰ ਵੇਖੋ ਕੀ ਹੁੰਦਾ। ਲੇਕਿਨ ਸਿਰਫ ਇਹ ਵੇਖੋ ਨਾ, ਇੱਕ ਤੁਸੀਂ ਡਿਪਲੋਮੈਟਿਕਲੀ ਗੱਲ ਕੀਤੀ ਕਿ ਪਾਕਿਸਤਾਨ ਕਹਿੰਦਾ ਹੈ ਈਰਾਨ ਔਰ ਸਾਊਦੀ ਅਰੇਬੀਆ ਵਿੱਚ ਬਰਾਬਰੀ, ਲੇਕਿਨ ਐਕਚੁਅਲੀ ਪ੍ਰੋ ਸਾਊਦੀ ਹੈ। ਇਹ ਗੱਲ ਤੇ ਠੀਕ ਹੈ, ਲੇਕਿਨ ਮੈਂ ਇੱਕ ਮਿਲਟਰੀਲੀ ਗੱਲ ਕਰ ਰਹੀ ਹਾਂ ਕਿ ਪਾਕਿस्तान एक न्यूक्लियर आर्म्ड कंट्री है, बहुत मजबूत फौज है और वो ईरान दी नेबर है। और अगर वो इजराइल ਨੂੰ तस्लीम कर लेंदा और अगर वो डिप्लोमेटिक टाइज फॉर्म कर लेंदा और एक अच्छी स्ट्रेटेजिक कोऑपरेशन हो जाती है पाकिस्तान और इजराइल ਦੇ बीच ਵਿੱਚ, ਤੇ ਫਿਰ ईरान ਨੂੰ ਵੀ ਪਤਾ ਹੈ ਕਿ ਸਾਡਾ ਨਿਊਕਲੀਅਰ ਆਰਮ ਨੇਬਰ 7-8 ਲੱਖ ਫੌਜ ਦੇ ਨਾਲ ਸਾਡੇ ਨਾਲ ਇੱਥੇ ਪਿਆ ਹੈ, ਤੇ ਅਸੀਂ ਅਗਰ ਇਜ਼ਰਾਈਲ ਦੇ ਖਿਲਾਫ ਕੋਈ ਐਕਚੁਅਲ ਬਿਆਨੀ ਹੈ ਤਾਂ ਅੱਗੇ ਕੋਈ ਗੱਲ ਕਰਨਗੇ ਤੇ ਇਹ ਫਰਸਟ ਲਾਈਨ ਆਫ ਡਿਫੈਂਸ ਪਾਕਿਸਤਾਨ ਹੋਗੀ। ਤੇ ਇਸ ਤਰ੍ਹਾਂ ਮੈਨੂੰ ਲੱਗਦਾ ਹੈ ਕਿ ਪਾਕਿਸਤਾਨ ਬੜਾ ਇੰਪੋਰਟੈਂਟ ਐਲਾਈ ਹੋ ਸਕਦਾ ਹੈ ਇਜ਼ਰਾਈਲ ਦੇ। ਨਹੀਂ ਐਂਡ ਨਾ ਕਰੋ, ਅਗਰ ਤੁਸੀਂ ਕਹੋਗੇ ਕਿ ਪਾਕਿਸਤਾਨ ਇਜ਼ਰਾਈਲ ਦਾ ਫਰਸਟ ਲਾਈਨ ਆਫ ਡਿਫੈਂਸ ਬਣ ਜਾਵੇਗਾ ਤੇ ਇਹ ਤੇ ਲੋਕਾਂ ਨੂੰ ਇਹ ਗੱਲ ਨਹੀਂ ਹਜ਼ਮ ਹੋਣੀ। ਮੇਰਾ ਖਿਆਲ ਹੈ ਅਗਰ ਤੁਸੀਂ ਮਸ਼ਰਕ ਵਸਤਾ ਦੀ ਜਿਹੜੀ ਸਿਆਸਤ ਹੈ ਉਹ ਵੇਖੋ ਤੇ ਓਮਾਨ ਦਾ ਰੋਲ ਜਿਹੜਾ ਹੈਗਾ ਨਾ, ਓਮਾਨ ਦੇ ਤਾਲੁਕਾਤ ਹੈਗੇ ਈਰਾਨ ਦੇ ਨਾਲ ਬਿਹਤਰ ਹੈਗੇ। ਤੇ ਉਹਨਾਂ ਦਾ ਵੀ ਇੱਕ ਕਹਿ ਸਕਦੇ ਤੁਸੀਂ ਕਿ ਜੀ ਇੱਕ ਸਫਾਰਤੀ ਤੌਰ 'ਤੇ
ओमान का एक रोल हैगा। पर गल तुसीं सही कह रहे हो कि जी पाकिस्तान दी ਜਿਹੜੀ पाकिस्तानी मीडिया च गल्लां नहीं हो रही पाकिस्तान दे इजराइली ताल्लुकात कि ग्लोबल मीडिया ਨੂੰ इंटरस्ट हैगा कि क्योंकि पाकिस्तान का एक मुस्लिम दुनिया च एक मकाम हैगा, भावें साडी 100 गलतियां 100 कोताहियां वो अपनी जगह, पर एक ਜਿਹੜਾ इकलौती न्यूक्लियर पावर हैगी है तो स्ट्रेटेजिकली ਉਹਦੀ पोजीशन ਤੁਸੀਂ ਵੇਖੋ कि जी कित्थे हैगी है ਤੇ अगर ताल्लुकात बन जाते हैं तो मैं फर्स्ट लाइन ऑफ डिफेंस तो नहीं कहूँगा, पर मैं एक चैनल जरूर कह सकते हैं कि जी जिवें साडे नाल एक चैनल बना हुआ है अनऑफिशियल, तो हो सकता है कि पाकिस्तान एक अनऑफिशियल चैनल बनान दी मदद करे इजराइल दे ईरान दे विच, हो सकता है पर टाइम लगेगा। बिल्कुल कि मैं तो इस तरह पॉसिबिलिटीज दी गल कर रहा ना कि जिस तरह अगर पाकिस्तान इंडियन थ्रेट नु न्यूट्रलाइज करना चाहता है फ्रॉम द इजरायली पर्सपेक्टिव, तो दूसरी साइड से पाकिस्तान दे कोल बड़ा कुछ है वो इजराइल नु ऑफर कर सकता है, खास तौर पे उदी सिक्योरिटी दे वास्ते जेड़ा ईरान थ्रेट पोज करदा है। आई थिंक इंडिया से ज्यादा पाकिस्तान रोल प्ले कर सकता है, इसलिए मैं ते इस गल नु किसी हद तक एक्सेप्ट करना एटलीस्ट इन इजराइल्स केस कि पाकिस्तान और इंडिया की तकरीबन बराबर हैसियत है as far as Israel is concerned, in my personal opinion, जो पाकिस्तान ऑफर कर सकता है इजराइल। बिल्कुल बिल्कुल नहीं, मैं इतफाक करना ਤੁਹਾਡੇ ਨਾਲ। ਮਸਲਾ ਹੈਗਾ ਕਿ ਅਸੀਂ ਸਾਡੀ ਜਿਹੜੀ ਡਿਪਲੋਮੇਸੀ ਹੈਗੀ ਹੈ ਤਾਰੀਖੀ ਤੌਰ ਤੇ ਅਸੀਂ ਹਰ ਗੱਲ 'ਚ ਨਾ ਦੇਰ ਕਰ ਦਿੰਦੇ ਨੇ ਕਿ ਇੰਡੀਆ ਨੂੰ ਆਪਾਂ ਅਰਬ ਦੁਨੀਆ 'ਚ ਵੀ ਇਜ਼ਰਾਈਲ 'ਚ ਵੀ ਇੱਕ ਤਾਂ ਉਹ 5 ਗੁਣਾ ਵੱਡਾ ਮੁਲਕ, ਅਸੀਂ ਉਹਨਾਂ ਨੂੰ ਹੈਡ ਸਟਾਰਟ ਦੇ ਦਿੱਤਾ ਕਿ ਉਹਨਾਂ ਦੇ ਇਜ਼ਰਾਈਲ ਦੇ ਨਾਲ ਤਾਲੁਕਾਤ ਆਲਰੇਡੀ ਹੈਗੇ ਤੇ ਉਹ ਇੱਕ ਇਸ ਹੱਦ ਤੱਕ ਪਹੁੰਚ ਗਏ, ਮਤਲਬ ਉਹਨਾਂ ਦੇ ਵੀ ਕੋਈ ਤਾਲੁਕਾਤ 90 ਦੀ ਦਹਾਈ ਤੱਕ ਤੇ ਇੰਡੀਆ ਭਾਰਤ ਤੇ ਇੰਡੀਆ ਦੇ ਕੋਈ ਨਹੀਂ ਹੈਗੇ, ਇਹ ਪਿਛਲੀ ਕੋਈ ਦਹਾਈ 'ਚ ਉਹਨਾਂ ਦੇ ਤਾਲੁਕਾਤ ਵੱਧ ਰਹੇ ਨੇ। ਤੇ ਇਹੀ ਗੱਲ ਜਿਹੜੀ ਅਸੀਂ ਆਪਾਂ ਕਹਿੰਦੇ ਨਾ ਇੱਕ ਪ੍ਰੈਗਮੈਟਿਕ ਸੋਚ ਇਹੀ ਹੈਗੀ ਹੈ ਕਿ ਜੀ ਜਿਹੜੀ ਅਸੀਂ ਗਲਤੀਆਂ ਮਾਦੀ 'ਚ ਕਰ ਗੁਜ਼ਰੇ ਨੇ ਉਹਨਾਂ ਕੋਲੋਂ ਅਸੀਂ ਉਹਨਾਂ ਸਿੱਖੀਏ। ਤੇ ਮੇਰੇ ਖਿਆਲ 'ਚ ਇੱਕ ਬਹੁਤ ਬੜਾ ਸਬਕ ਸਾਨੂੰ ਲੱਭਿਆ ਸੀ 2019 'ਚ ਜਦੋਂ ਸਾਡੀ ਜੰਗ ਹੋ ਰਹੀ ਸੀ ਭਾਰਤ ਦੇ ਨਾਲ, ਤੇ ਮਤਲਬ ਬਾਕੀ ਸਾਰੇ ਮਤਲਬ ਮਾਦੀ ਨੂੰ ਤੁਸੀਂ ਛੱਡੋ, ਇਹ ਇੱਕ ਬੜਾ ਕਲੀਅਰ ਕੱਟ ਵਾਕਿਆ ਸੀਗਾ ਭਾਰਤੀ ਐਗਰੈਸ਼ਨ ਦਾ। ਉਹ ਇਲੈਕਸ਼ਨ ਈਅਰ 'ਚ ਮੋਦੀ ਹਕੂਮਤ ਨੇ ਬੜਾ ਕਲੀਅਰ ਪ੍ਰੋਪੇਗੈਂਡਾ ਕੀਤਾ ਕਿ ਜੀ ਅਸੀਂ ਤੇ ਉੱਥੇ ਜੈਸ਼ ਮੁਹੰਮਦ ਦਾ ਕੈਂਪ ਹੈਗਾ, ਜਾ ਕੇ ਆਪਾਂ ਉੱਥੇ ਅਟੈਕ ਕੀਤਾ ਤੇ ਉਹ 300 ਦਹਿਸ਼ਤਗਰਦ, ਕੁਛ ਨਹੀਂ ਸੀ, ਕੁਛ ਨਹੀਂ ਹੋਇਆ ਸੀ, ਇੰਟਰਨੈਸ਼ਨਲ ਆਬਜ਼ਰਵਰ ਵੀ ਆਏ ਤੇ ਕੁਝ ਉਹ ਸਾਰਾ ਜਿਹੜਾ ਪ੍ਰੋਪੇਗੈਂਡਾ ਹੈਗਾ ਸੀ ਤੇ ਉਸ ਪ੍ਰੋਪੇਗੈਂਡਾ ਦਾ ਜ਼ਾਹਿਰ ਬੀਜੇਪੀ ਨੂੰ ਫਾਇਦਾ ਵੀ ਹੋਇਆ ਤੇ ਉਹ ਇਲੈਕਸ਼ਨ 'ਚ ਉਹਨਾਂ ਦੀ ਤੁਸੀਂ ਦੇਖੋ ਕਿਵੇਂ ਹੋ ਜਿੱਤੇ। ਪਰ ਉਹਦੇ ਬਾਅਦ 'ਚ ਕੀ ਹੋਇਆ ਕਿ ਭਾਰਤ ਤੇ ਪਾਕਿਸਤਾਨ ਦੀ ਜੰਗ ਹੋ ਰਹੀ ਹੈ ਤੇ ਹੋਰ ਕੋਈ ਅਰਬ ਮਮਾਲਿਕ ਸਾਡੇ ਲਈ ਕੋਈ ਇੱਕ ਲਫ਼ਜ਼ ਨਹੀਂ ਬੋਲ ਰਿਹਾ। ਕਸ਼ਮੀਰ ਨੂੰ ਛੱਡੋ, ਉਹ ਤੇ ਤੁਸੀਂ ਕਹਿ ਸਕਦੇ ਹੋ ਬੜਾ ਕਨਵੀਨੀਅੰਟਲੀ ਕਿ ਇਹ ਤੁਹਾਡਾ ਜਿਹੜਾ ਹੈਗਾ ਨਾ ਬਾਇਲੈਟਰਲ ਮਸਲਾ ਹੈਗਾ, ਪਰ ਉਹ ਜੰਗ ਹੋ ਰਹੀ ਹੈ ਤਾਂ ਤੁਸੀਂ ਨਾ ਸਿਰਫ ਇੱਕ ਤਰ੍ਹਾਂ ਦੇ ਤੁਸੀਂ ਕੋਈ ਗੱਲ ਨਹੀਂ ਕੀਤੀ। ਉਸ ਗੱਲ ਦੇ ਕੋਈ 2-3 ਹਫ਼ਤੇ ਬਾਅਦ ਤਨਜ਼ੀਮ ਇਸਲਾਮੀ ਤਾਬੂਨ ਜਿਹੜਾ ਹੈ ਆਰਗੇਨਾਈਜੇਸ਼ਨ ਆਫ ਇਸਲਾਮਿਕ ਕੋਆਪਰੇਸ਼ਨ OIC ਜਿਹੜੀ ਹੈਗੀ, ਉਹਨਾਂ ਦੀ ਮੀਟਿੰਗ 'ਚ ਭਾਰਤ ਜਿਹੜਾ ਹੈ ਉਹ ਮਹਿਮਾਨ ਖਸੂਸੀ ਸੀਗਾ ਤੇ ਉਸ ਤੇ 2 ਹਫ਼ਤੇ ਬਾਅਦ ਉਹ ਮੁਤਹਿਦਾ ਅਰਬ ਅਮੀਰਾਤ UAE ਨੇ ਮੋਦੀ ਸਾਹਿਬ ਨੂੰ ਜਿਹੜਾ ਉਹਨਾਂ ਦਾ ਹਾਈਐਸਟ ਸਿਵਿਲੀਅਨ ਅਵਾਰਡ ਉਹ ਦੇ ਦਿੱਤਾ। ਤੇ ਮੇਰਾ ਖਿਆਲ ਹੈ ਉਸ ਵੇਲੇ ਸਾਨੂੰ ਅਚਾਨਕ ਇਹ ਬਾਤ ਸਾਡੇ ਦਿਮਾਗ 'ਚ ਆਈ। ਮੈਨੂੰ ਲੱਗਦਾ ਹੈ ਮਤਲਬ ਠੀਕ ਹੈ ਇੱਕ ਅੱਛੀ ਦਿਹਾਈ ਤੋਂ ਚੱਲ ਤਾਂ ਰਿਹਾ ਹੈ, ਪਰ ਐਸਕੇਲੇਸ਼ਨ ਪੁਆਇੰਟ ਉਹ ਆਇਆ ਕਿ ਜੀ ਮਤਲਬ ਅਸੀਂ ਅਰਬ ਲੋਕਾਂ ਦੀ ਗੱਲ ਸੁਣਦੇ ਸੁਣਦੇ ਉਹਨਾਂ ਦੇ ਜਿਹੜੇ ਮਸਲੇ ਉਹ ਅਪਣਾ ਲਏ ਤੇ ਅਸੀਂ ਜਦੋਂ ਭਾਰਤ ਦੇ ਨਾਲ ਜੰਗ ਵੀ ਲੜ ਰਹੇ ਨੇ ਸਾਡੀ ਕੋਈ ਸਪੋਰਟ ਨਹੀਂ, ਸਪੋਰਟ ਦੂਰ ਦੀ ਆਏ ਉਹ ਭਾਰਤ ਨੂੰ ਉਹ ਨਵਾਜ਼ ਰਹੇ ਨੇ ਤੇ ਉਹ ਇੱਕ ਟਰਨਿੰਗ ਪੁਆਇੰਟ ਹੈ, ਉਹ ਮੋੜ ਆਇਆ ਸੀ ਮੇਰੇ ਖਿਆਲ 'ਚ। ਪਰ ਸਾਡੀ ਕੋਈ ਤਾਰੀਖ 'ਚ ਜਿਹੜੇ ਸਬਕ ਸਿੱਖਣ ਦੇ ਜਿੰਨੇ ਵੀ ਮੌਕੇ ਆਏ ਨੇ ਉਹ ਅਸੀਂ ਮੈਨੂੰ ਤਾਂ ਨਹੀਂ ਲੱਗਦਾ ਕਿ ਉਹ ਆਪਾਂ ਸਿੱਖਦੇ, ਪਰ ਅਗਰ ਅਸੀਂ ਅੱਜ ਦੀ ਤਾਰੀਖ 'ਚ ਆਪਣੇ ਕੁਝ ਸਿੱਖ ਸਕਦੇ ਤਾਂ ਜ਼ਰੂਰ ਸਿੱਖਣਾ ਚਾਹੀਦਾ। ਬਿਲਕੁਲ ਬਿਲकुल। अच्छा कनवर भाई एंड विच मैं ਤੁਹਾਡੇ ਨਾਲ ਇੱਕ ਸਵਾਲ ਪੁੱਛਣਾ ਚਾਹਨਾ ਫॉर द एवरेज पर्सन, ਇੱਕ ਆਮ ਪਾਕਿਸਤਾਨੀ ਵਾਸਤੇ ਜਿਹੜਾ ਇੰਨਾ ਪੜਾ ਲਿਖਾ ਨਹੀਂ ਹੈ, ਜਿਹੜਾ ਗਰੀਬ ਹੈ, ਜਿਹਦੇ ਕੋਲ ਇतना ਇੰਟਰਨੈਟ ਦਾ ਐਕਸੈਸ ਵੀ ਨਹੀਂ ਹੈ ਤੇ ਉਹਨੂੰ ਬਸ ਇਹ ਹੀ ਬਚਪਨ ਤੋਂ ਦੱਸਿਆ ਗਿਆ ਹੈ ਕਿ ਭਈ ਇਹ ਯਹੂਦੀ ਤੁਹਾਡੇ ਦੁਸ਼ਮਣ ਹੈ, ਹਿੰਦੂ ਤੁਹਾਡੇ ਦੁਸ਼ਮਣ ਹੈ, ਜਿਹੜੇ ਗੈਰ ਪਾਕਿਸਤਾਨੀ ਨੇ ਇਹਨੂੰ ਤੁਸੀਂ ਸ਼ੱਕ ਦੀ ਨਿਗਾਹ ਤੋਂ ਵੇਖੋ, ਤੇ ਉਹਨੂੰ ਤੁਸੀਂ ਕਿਸ ਤਰ੍ਹਾਂ ਕੀ ਆਰਗੂਮੈਂਟ ਦੇ ਸਕਦੇ ਹੋ, ਕਿਸ ਤਰ੍ਹਾਂ ਕਨਵਿੰਸ ਕਰ ਸਕਦੇ ਹੋ ਕਿ ਜ਼ਰੂਰੀ ਨਹੀਂ ਹੈ ਕਿ ਜੋ ਬੰਦਾ ਤੁਹਾਡੇ ਮਜ਼ਹਬ ਦਾ ਨਾ ਹੋਵੇ ਉਹ ਤੁਹਾਡਾ ਦੁਸ਼ਮਣ ਹੈ ਜਾਂ ਜੋ ਤੁਹਾਡੇ ਮੁਲਕ ਦਾ ਨਾ ਹੋਵੇ ਉਹ ਤੁਹਾਡਾ ਦੁਸ਼ਮਣ ਹੈ।
ਇਹ ਬੜਾ ਔਖਾ ਸਵਾਲ ਹੈ ਹਮਜ਼ਾ। ਇਹ ਮੈਂ ਮਤਲਬ ਇਹ ਆਮ ਬੰਦੇ ਨੂੰ ਤੁਸੀਂ, ਮੇਰਾ ਨਹੀਂ ਖਿਆਲ ਮਤਲਬ ਕਿ ਕਿਸੇ ਕੋਲ ਕੋਈ ਪੂਰੀ ਸ਼ੂਰੀ ਹੈਗੀ ਉਹ ਘੋਟ ਕੇ ਪਿਲਾ ਦੇ ਤੇ ਉਹੀ ਕੋਈ ਜਾਦੂ ਕਰ ਸਕਦੀ ਹੈ। ਕਿ ਤੁਸੀਂ ਉਹੀ ਗੱਲ ਹੈ ਨਾ ਕਿ ਇਹ ਸਿਰਫ ਇੱਕ ਹੁੰਦਾ ਨਾ ਕਿ ਇੱਕ ਖਾਲੀ ਬੰਦਾ ਇਜ਼ਰਾਈਲ ਦੀ ਗੱਲ ਕਰ ਰਿਹਾ, ਚਲੋ ਤੁਸੀਂ ਇੱਕ ਉਹ ਬਲਕਿ ਕਰ ਵੀ ਲੈ, ਜੇ ਤੁਸੀਂ ਸਵਾਲ ਪੁੱਛੋ ਨਾ ਇਜ਼ਰਾਈਲ ਬਾਰੇ ਤੇ ਉਹ ਇਹ ਇਮਰਾਨ ਖਾਨ ਸਾਹਿਬ ਤੇ ਹੋਰ ਵੀ ਬੜੇ ਐਂਕਰ ਨਾ ਇਹੀ ਆਰਗੂਮੈਂਟ ਪੇਸ਼ ਕਰਦੇ ਕਿ ਜੀ ਸਾਨੂੰ ਭਾਰਤ ਨੂੰ ਕਾਊਂਟਰ ਬੈਲੈਂਸ ਕਰਨਾ ਚਾਹੀਦਾ ਹੈ, ਥੋੜਾ ਆਪਣੇ ਬਾਰੇ ਚ ਸੋਚਣਾ ਚਾਹੀਦਾ ਹੈ। ਉਹ ਇਹ ਗੱਲ ਕਰ ਰਹੇ, ਪਰ ਜਿਹੜੇ ਤੁਸੀਂ ਇਹ ਗੱਲ ਕਰ ਰਹੇ ਹੋ ਨਾ ਕਿ ਮਤਲਬ ਦੂਜੇ ਮਜ਼ਹਬ ਦੇ ਲੋਕ ਜਿਹੜੇ ਹੈਗੇ ਉਹ ਮਤਲਬ ਅਸੀਂ ਉਹਨਾਂ ਤੋਂ ਬਿਹਤਰ ਨਹੀਂ ਹੈਗੇ, ਇਹ ਤੁਸੀਂ ਮਤਲਬ ਇਹ ਬੜਾ ਇਹ ਸਿਰਫ ਪਾਕਿਸਤਾਨ ਦਾ ਮਸਲਾ ਨਹੀਂ ਹੈਗਾ, ਇਹ ਪੂਰੀ ਮੁਸਲਿਮ ਦੁਨੀਆ ਦਾ ਮਸਲਾ ਹੈਗਾ ਕਿ ਤੁਸੀਂ ਜਿਸ ਹੱਦ ਤੱਕ ਇੱਕ ਤਕਫੀਰੀ ਨਜ਼ਰੀਆਤ ਤੁਸੀਂ ਫੈਲਾ ਛੱਡੇ ਨੇ, ਇਹਨਾਂ ਨੂੰ ਕੰਟਰੋਲ ਕਰਨ ਲਈ ਟਾਈਮ ਲੱਗੇਗਾ। ਤੇ ਉਹ ਮੈਨੂੰ ਤਾਂ ਲੱਗਦਾ ਆਗਾਜ਼ ਵੀ ਨਹੀਂ ਹੋਇਆ ਨਾ। ਚਲੋ ਇਜ਼ਰਾਈਲ ਦੇ ਨਾਲ ਤੇ ਤੁਸੀਂ ਉਹ ਇੱਕ ਇਸਲਾਮਿਕ ਨੈਰੇਟਿਵ ਫੇਰ ਰਹੇ ਨੇ ਅੱਜ ਕੱਲ੍ਹ ਕਿ ਜੀ ਉਹ ਨਹੀਂ ਅਹਿਲੇ ਯਹੂਦੀ ਅਹਿਲੇ ਕਿਤਾਬ ਹੈਗੇ ਤੇ ਉਹ ਸਾਰੀ ਉਹ ਨੈਰੇਟਿਵ ਅੱਜ ਕੱਲ੍ਹ ਤੁਸੀਂ ਲਾ ਰਹੇ ਹੋ ਸਾਹਮਣੇ। ਪਰ ਇਹ ਤੁਸੀਂ ਆਮ ਬੰਦੇ ਨੂੰ ਨਹੀਂ ਸਮਝਾ ਸਕਦੇ ਕਿ ਇੱਕ ਮੁਸਲਮਾਨ ਤੇ ਗੈਰ ਮੁਸਲਮਾਨ ਜਿਹੜਾ ਹੈਗਾ ਉਹਦੇ 'ਚ ਕੋਈ ਫਰਕ ਨਹੀਂ ਹੈਗਾ। ਤੁਸੀਂ ਉਹ ਇੱਕ ਇਨਸਾਨੀ ਹਕੂਕ ਤੇ ਉਹ ਥੋੜਾ ਜ਼ਰਾ ਤੁਸੀਂ ਚੈਰੀ ਪਿਕਿੰਗ ਕਰ ਸਕਦੇ ਹੋ ਸਹੀਫੇ ਜਿਹੜੇ ਹੈਗੇ ਉਹਨਾਂ ਦੇ ਉਹਨਾਂ ਦੇ ਵਿੱਚ, ਪਰ ਇਹ ਬੜਾ ਮੁਸ਼ਕਿਲ ਹੈਗਾ। ਪਰ ਆਖਿਰ 'ਚ ਮੈਂ ਫਿਰ ਬੋਲ ਗਿਆ, ਮੈਂ ਸ਼ਿਰਾਨੀ ਸਾਹਿਬ ਦੀ ਗੱਲ ਮੈਂ ਜ਼ਰੂਰ ਕਰਨਾ ਚਾਹੁੰਦਾ। ਉਹਨਾਂ ਨੂੰ ਇੱਕ ਖਰਾਜ ਤਸਲੀਮ ਜ਼ਰੂਰ ਪੇਸ਼ ਕਰਨਾ ਚਾਹੀਦਾ ਹੈ ਕਿ ਉਹ ਉਹਨਾਂ ਨੇ ਜਿਸ ਪਹਿਲੇ ਮੈਂ ਖਾਲੀ ਲੋਕਾਂ ਨੂੰ ਦੱਸਦੀ ਕਿ ਉਹਨਾਂ ਦਾ ਬਿਆਨ ਕੀ ਸੀ। ਉਹਨਾਂ ਨੇ ਕਿਹਾ ਹੈ ਤੇ ਤੁਸੀਂ ਮਤਲਬ ਸ਼ਿਰਾਨੀ ਸਾਹਿਬ ਦੀ ਇਹ ਗੱਲ ਹੈ ਕਿ ਜੀ ਇਜ਼ਰਾਈਲ ਦਾ ਜਿਹੜਾ ਮਸਲਾ ਹੈ ਤੇ ਮਜ਼ਹਬੀ ਹੈਗਾ ਹੀ ਨਹੀਂ, ਠੀਕ ਹੈ। ਮਤਲਬ 70 ਸਾਲ ਤੋਂ ਤੁਸੀਂ ਕੱਲ ਯਹੂਦੀਆਂ ਨੂੰ ਗਾਲਾਂ ਕੱਢ ਕੇ ਅੱਜ ਤੁਸੀਂ ਕਹਿ ਰਹੇ ਹੋ ਮਜ਼ਹਬੀ ਮਸਲਾ ਹੈ ਨਹੀਂ, ਇਹ ਬੈਨ ਅਲ-ਅਕਵਾਮੀ ਮਸਲਾ ਹੈਗਾ। ਇੱਕ ਤਾਂ ਪਹਿਲੀ ਇਹ ਗੱਲ, ਮਤਲਬ ਦੂਜੀ ਇਹ ਗੌਰ ਕਰਨਾ ਹੈ ਕਿ ਨਹੀਂ ਉਹਨਾਂ ਨੇ ਮਲਟੀ ਲੇਅਰਡ ਗੱਲ ਕੀਤੀ ਹੈ। ਉਹ ਕਹਿੰਦੇ ਨੇ ਕਿ ਉਹਨਾਂ ਇਜ਼ਰਾਈਲ ਦਾ ਮਸਲਾ ਤੇ ਅਰਬ ਦੇ ਮੁਮਾਲਿਕ ਨਾਲ ਹੈਗਾ ਸੀ, ਤੇ ਦੂਜਾ ਉਹ ਜਿੱਥੇ ਉਹਨਾਂ ਨੇ ਉਹ ਇਜ਼ਰਾਈਲ ਬਣਾਇਆ ਉਹ ਸਲਤਨਤ ਉਸਮਾਨੀਆ ਦਾ ਹਿੱਸਾ ਸੀਗਾ। ਤੇ ਅਰਬ ਦੇ ਜਿਹੜੇ ਅਰਬ ਮੁਲਕ ਜਿਹੜੇ ਹੈਗੇ ਉਹ ਅੱਜ ਉਹਨਾਂ ਦੇ ਨਾਲ ਤਾਲੁਕਾਤ ਬਣਾ ਰਹੇ ਨੇ। ਤੇ ਸਲਤਨਤ ਉਸਮਾਨੀਆ ਯਾਨੀ ਕਿ ਤੁਰਕੀ ਨੇ ਵੀ ਸਭ ਤੋਂ ਪਹਿਲਾ ਮੁਸਲਿਮ ਮੁਲਕ ਜਿਹੜਾ ਸੀ ਇਜ਼ਰਾਈਲ ਨਾਲ ਜਿਹਨੇ ਤਾਲੁਕ ਬਣਾਏ, ਉਹਨੇ ਵੀ ਇਜ਼ਰਾਈਲ ਨੂੰ ਮੰਨ ਲਿਆ। ਤੇ ਫਿਰ ਤੁਸੀਂ ਅੱਜ ਇੱਥੇ ਇੱਕ ਮਤਲਬ ਇੱਕ ਸੈਂਕੜੋ ਕਿਲੋਮੀਟਰ ਦੂਰ ਸੀ, ਤੁਸੀਂ ਕੀ ਸਿਆਪਾ ਪਾਇਆ। ਇਹ ਉਹਨਾਂ ਦੇ ਅਲਫਾਜ਼ ਹੈਗੇ, ਜ਼ਾਹਿਰ ਮੈਂ ਥੋੜਾ ਪੈਰਾਫਰੇਜ਼ ਕਰ ਰਿਹਾ, ਪਰ ਮੈਂ ਇਹ ਨਹੀਂ ਮੰਨ ਸਕਦਾ, ਤੁਸੀਂ ਮੇਰੇ ਨਾਲ ਇਖਤਲਾਫ ਕਰ ਸਕਦੇ ਹੋ, ਮੈਂ ਨਹੀਂ ਮੰਨ ਸਕਦਾ ਕਿ ਇਹ ਸ਼ਿਰਾਨੀ ਸਾਹਿਬ ਦੀ ਆਪਣੀ ਸੋਚ ਹੈਗੀ। ਇਹ ਉਹਨਾਂ ਨੂੰ ਫੀਡ ਕੀਤਾ ਗਿਆ ਹੈ। ਇਹ ਤੁਸੀਂ ਵੇਖੋਗੇ ਅਗਲੇ ਕੋਈ ਹਫ਼ਤੇ ਮਹੀਨਾ 'ਚ ਨਾ ਹੋਰ ਵੀ ਸਾਡੇ ਜਿਹੜੇ ਉਲਮਾ ਇਕਰਾਮ ਹੈ ਉਹ ਇਹੋ ਜਿਹੀ ਗੱਲਾਂ ਕਰ ਰਹੇ ਹੋਣ ਕਿ ਜਿਹੜਾ ਕਾਉਂਸਲ ਆਫ ਇਸਲਾਮਿਕ ਆਈਡੀਓਲੋਜੀ ਦਾ ਚੇਅਰਮੈਨ ਜਿਹੜਾ ਇਹ ਨਹੀਂ ਮੰਨਣ ਤੋਂ ਤਿਆਰ ਹੈਗਾ ਸੀ ਕਿ ਜਿਹੜੀ 10 ਸਾਲ ਦੀ 12 ਸਾਲ ਦੀ ਬੱਚਿਆਂ ਦੀ ਜਿਹੜੀ ਸ਼ਾਦੀ ਹੈ ਉਹ ਕਹਿੰਦੇ ਨਹੀਂ ਇਹ ਤੇ ਇਸਲਾਮ 'ਚ ਜਾਇਜ਼ ਹੈਗਾ। ਜਿਹੜੇ ਉਹ ਕਹਿੰਦੇ ਸੀਗੇ ਜੀ ਜੇ ਬੀਵੀ ਨੂੰ ਬੰਦਾ ਜਿਹੜਾ ਹੈ ਉਹ ਆਪਣੀ ਬੀਵੀ ਨੂੰ ਮਾਰ ਸਕਦਾ, ਹਾਂ ਲਾਈਟਲੀ ਬੀਟਿੰਗ ਜਿਹੜਾ ਉਹਨੂੰ ਕਹਿੰਦੇ ਉਹ ਮਾਰ ਸਕਦਾ, ਉਹ ਅੱਜ ਜਿਹੜਾ ਹੈ ਮਤਲਬ ਕੈਨੇਥ ਵਾਲਟਸ ਦੀ ਜਿਹੜੀ ਨਿਊ ਰੀਅਲਿਸਟਿਕ ਇੰਟਰਨੈਸ਼ਨਲ ਰਿਲੇਸ਼ਨ ਦੀ ਜਿਹੜੀ ਥਿਊਰੀ ਹੈਗੀ ਹੈ ਉਹ ਕਰ ਰਿਹਾ। ਮੈਂ ਨਹੀਂ ਮੰਨ ਸਕਦਾ ਉਹਨਾਂ ਦੇ ਆਪਣੇ ਅਲਫਾਜ਼ ਹੈਗੇ। ਬਿਲਕੁਲ ਦੇਖੋ, ਅੱਛਾ ਐਂਡ ਵਿੱਚ ਕਨਵਰ ਭਾਈ ਤੁਸੀਂ ਆਪਣੀ ਪ੍ਰੈਡਿਕਸ਼ਨ ਦਿਓ ਕਿ ਵੈਰੀ ਸ਼ਾਰਟਲੀ ਕਿ ਕੀ ਹੋਏਗਾ ਪਾਕਿਸਤਾਨ ਇਜ਼ਰਾਈਲ ਦੇ ਵਿੱਚ ਵਿੱਚ। ਅੱਛਾ, ਪ੍ਰੈਡਿਕਸ਼ਨ ਜਿਹੜੀ ਹੈਗੀ ਨਾ ਉਹਦੇ ਵਿੱਚ ਮੈਂ ਬੜਾ ਮਾੜਾ ਹੈਗਾ। ਅਨਲੈਸ ਤੁਸੀਂ ਕੋਈ ਸਪੋਰਟਸ ਕਿਸੇ ਮੈਚ ਦੀ ਪ੍ਰੈਡਿਕਸ਼ਨ ਕਰ ਲਓ ਤਾਂ ਮੈਂ ਤੁਹਾਨੂੰ ਥੋੜਾ ਬਹੁਤ ਦੱਸ ਸਕਦਾ। ਮੈਨੂੰ ਯਾਦ ਹੈ 2019 'ਚ ਨਿਊਜ਼ ਵੀਕ ਦੇ ਨਾਲ ਮੇਰਾ ਇੰਟਰਵਿਊ ਹੋ ਰਿਹਾ ਸੀ, ਤੇ ਉਹਨਾਂ ਨੇ ਮੈਨੂੰ ਪੁੱਛਿਆ ਕਿ 2019 'ਚ ਹਾਂ ਕਿ ਜੀ ਉਹਦੇ ਬੀਜੇਪੀ ਨਵੀਂ ਇਲੈਕਸ਼ਨ ਜਿੱਤੀ ਸੀ, ਕਿ ਤੁਹਾਨੂੰ ਕੀ ਲੱਗਦਾ ਹੈ ਕਿ ਇਹ ਜਿਹੜਾ ਆਰਟੀਕਲ 370 ਦੀ ਗੱਲ ਕਰਦੇ ਨੇ, ਇਹ ਜਿਹੜੇ CAA ਦੀ ਗੱਲ ਕਰਦੇ ਨੇ, ਇਹ ਜਿਹੜੀ ਪਾਲਿਸੀ ਹੈਗੇ, ਤੁਹਾਨੂੰ ਲੱਗਦਾ ਹੈ ਕਿ ਇਹ ਉਹ ਕਰ ਲੈਣਗੇ ਇੰਪੋਜ਼। ਮੈਂ ਉਹਨਾਂ ਨੂੰ ਦੱਸਿਆ, ਇਹ ਜੁਲਾਈ ਦਾ ਆਖਰੀ ਹਫ਼ਤਾ ਹੈਗਾ ਸੀ 2019 'ਚ। ਮੈਂ ਉਹਨੂੰ ਦੱਸਿਆ ਕਿ ਮੈਨੂੰ ਲੱਗਦਾ ਇਹ ਜਿਹੜੇ ਇਲੈਕਸ਼ਨ ਗਿਮਿਕ ਹੈਗਾ ਸੀ ਤੇ ਮੈਨੂੰ ਨਹੀਂ ਲੱਗਦਾ ਇਹ ਹੋਣਾ। ਤੇ ਉਹ ਹਫ਼ਤੇ ਬਾਅਦ ਉਹਨਾਂ ਨੇ ਆਰਟੀਕਲ 370 ਐਬਰੋਗੇਟ ਕਰਤਾ। ਤੇ ਮੈਂ ਪ੍ਰੈਡਿਕਸ਼ਨ ਤੇ ਮੈਂ ਤੁਹਾਨੂੰ ਮੇਰੇ ਖਿਆਲ ਤੋਂ ਦੇਣ ਜੋਗਾ ਨਹੀਂ ਹੈਗਾ, ਪਰ ਐਨਾਲਿਸਿਸ ਦਿਓ ਕਿ ਕੀ। ਅੱਛਾ ਚਲੋ ਮੈਂ ਸਿੰਪਲੀਫਾਈ ਕਰ ਦੇਣਾ ਸਵਾਲ ਕਿ ਕਿਆ ਤੁਹਾਨੂੰ ਲੱਗਦਾ ਹੈ, ਤੁਹਾਡੀ ਵੀ ਬੜੀ ਸੋਰਸਸ ਨੇ, ਤੇ ਕਿਆ ਤੁਹਾਨੂੰ ਨਜ਼ਰ ਆ ਰਿਹਾ ਹੈ ਕਿ ਇਸ ਟਰਮ ਵਿੱਚ इमरान खान गवर्नमेंट क्या ये इजराइल के साथ फॉर्मल डिप्लोमेटिक टाइज बनाएगी कि नहीं, यस और नो? नहीं, मैं यस भी कहना तो थोड़ा तफसील भी देना। मैंने लगता है कि अगले इस टर्म च ताल्लुकात बन जाएंगे, पर होना की है ए मेरी प्रेडिक्शन भी हैगी है। तो थोड़ा मेरे जो ऑफिशियल नाल जिहड़ी गल्लां है उन्होंने भी यही दसिया। इन्हों ने करना है कि इन्हों ने कहना है कि अच्छा जिहड़ा असं लफ्ज़ इस्तेमाल करते ना इजराइल नूं तस्लीम करना,
ਇਹ ਲਫ਼ਜ਼ ਹੀ ਉਰਦੂ ਮੀਡੀਆ ਇਸਤੇਮਾਲ ਕਰਦੇ, ਤਸਲੀਮ ਕਰਨਾ ਲੱਗਦਾ ਤੁਸੀਂ ਕੋਈ ਪਾਕਿਸਤਾਨ ਇਜ਼ਰਾਈਲ ਦਾ ਕੋਈ ਨਿਕਾਹ ਅਪਣਾਉਣ ਲੱਗੇ ਹੋ। ਉਹ ਤੁਸੀਂ ਕਹੋ ਕਿ ਜੀ ਉਹਨਾਂ ਦੇ ਨਾਲ ਸਫਾਰਤੀ ਤਾਲੁਕਾਤ ਕਾਇਮ ਕਰਨੇ, ਠੀਕ ਹੈ, ਤਸਲੀਮ ਕਰਨ ਨਾਲ ਲੱਗੇ ਉਹਨਾਂ ਦੇ ਕਬਜ਼ੇ ਵੀ ਤਸਲੀਮ ਕਰੋ ਤੇ ਉਹਨਾਂ ਨੇ ਸਾਰੀ ਗੱਲਾਂ ਮੰਨੋ, ਸਫਾਰਤੀ ਤਾਲੁਕਾਤ ਇਹਨਾਂ ਨੇ ਕਾਇਮ ਕਰਨੇ। ਇਹ ਮੈਨੂੰ ਲੱਗਦਾ ਹੈ ਇਸ ਟਰਮ 'ਚ ਲਾਜ਼ਮੀ ਹੋ ਜਾਏਗਾ। ਪਰ ਇਹਨਾਂ ਨੇ ਕਹਿਣਾ ਕੀ ਹੈ, ਡੋਮੈਸਟਿਕਲੀ ਇਹਨਾਂ ਨੇ ਕਿਵੇਂ ਸੈਲ ਕਰਨਾ? ਇਹਨਾਂ ਨੇ ਕਹਿਣਾ ਕਿ ਜੀ ਇਹ ਜਿਹੜਾ ਸਾਡਾ ਸਫਾਰਤੀ ਤਾਲੁਕ ਹੈਗਾ ਇਹ ਮਸ਼ਰੂਤ ਹੈਗਾ ਹੈ ਫਲਸਤੀਨ ਦੀ ਜਿਹੜੀ ਜਸਟ ਸੈਟਲਮੈਂਟ ਹੈ ਨਾ ਉਹਦੇ ਤੇ। ਇਹ ਕਸ਼ਮੀਰ 'ਚ ਵੀ ਇਹੀ ਕਰ ਰਹੇ। ਗਿਲਗਿਤ ਬਲਤਿਸਤਾਨ ਜਿਹੜਾ 5ਵਾਂ ਸੂਬਾ ਹੈਗਾ ਪਰ ਇਹ ਮਸ਼ਰੂਤ ਹੈਗਾ ਕਸ਼ਮੀਰ ਦੇ ਫਾਈਨਲ ਸੋਲੂਸ਼ਨ ਦੇ ਨਾਲ। ਤੇ ਇਸ ਸਾਲ ਨਹੀਂ ਅਗਲੇ ਸਾਲ ਮਤਲਬ 2021 'ਚ ਇਹਨਾਂ ਨੇ ਆਜ਼ਾਦ ਕਸ਼ਮੀਰ ਨੂੰ ਵੀ ਐਲਾਨ ਕਰ ਦੇਣਾ ਛਟਾ ਸੂਬਾ। ਇਹ ਵੀ ਤੁਸੀਂ ਵੇਖ ਲੈਣਾ। ਉਹਨਾਂ ਨੂੰ ਵੀ ਇਹ ਕਹਿਣਾ ਕਿ ਇਹ 5ਵਾਂ ਸੂਬਾ ਇਹ ਛਟਾ ਸੂਬਾ ਮੇਨ ਸੀ ਤੇ ਆਪਾਂ ਕਰ ਰਹੇ, ਇਨਫਰਾਸਟ੍ਰਕਚਰਲੀ ਵੀ ਸਾਰਾ ਉਹ ਬਣਾ ਦੇਣਾ ਸਾਰਾ ਕੁਝ, ਪਰ ਇਹ ਕੰਡੀਸ਼ਨਲ ਹੈਗਾ ਤੇ ਉਹ ਕੰਡੀਸ਼ਨੈਲਿਟੀ ਲਗਾ ਕੇ ਨਾ ਇਹਨਾਂ ਨੇ ਬਚਣ ਦੀ ਕੋਸ਼ਿਸ਼ ਕਰਨੀ ਹੈ ਤੇ ਵੇਖਦੇ ਹਾਂ ਫਿਰ ਕੀ ਰਿਐਕਸ਼ਨ ਹੋਊਗਾ। ਬਿਲਕੁਲ, ਆਈ ਥਿੰਕ ਇਟ ਮੇਕ ਸੈਂਸ। ਔਰ ਕਨਵਰ ਪਾਜੀ ਥੈਂਕ ਯੂ ਵੈਰੀ ਮਚ, ਬੜੀ ਤੁਹਾਡੀ ਮਿਹਰਬਾਨੀ, ਤੁਸੀਂ ਆਪਣਾ ਟਾਈਮ ਦਿੱਤਾ, ਬੜੀ ਫਰੈਂਕ ਗੱਲ ਕੀਤੀ ਸਾਡੇ ਵਿਊਅਰਸ ਦੇ ਨਾਲ। ਹਾਂ ਜੀ, ਤੁਹਾਡਾ ਸ਼ੁਕਰੀਆ, ਤੁਸੀਂ ਮੈਨੂੰ ਬੁਲਾਇਆ ਤੇ ਮੇਰਾ ਫਾਰਮੈਟ ਵੀ ਬੜਾ ਚੰਗਾ ਲੱਗਾ ਤੁਹਾਡੇ, ਇਨਫਾਰਮਲ ਗੱਲਾਂ ਤੇ ਉਹ ਚੰਗਾ ਮਤਲਬ ਗੱਲ ਕਰਨਾ ਨਾ ਜ਼ਿਆਦਾ ਕੋਈ ਬਣਾ ਕੇ ਨਾ ਕੋਈ ਫਾਰਮੂਲੇਟ ਕਰਕੇ, ਫਰੈਂਕ ਜਿਸ ਤਰ੍ਹਾਂ ਦੋ ਯਾਰਾਂ ਦੋਸਤਾਂ ਦੇ ਵਿੱਚ ਹੁੰਦੀ ਹੈ ਉਸ ਤਰ੍ਹਾਂ ਗੱਲ ਹੋਣੀ ਚਾਹੀਦੀ। ਬਿਲਕੁਲ ਬਿਲਕੁਲ ਤੇ ਸ਼ੁਕਰੀਆ। ਤੇ ਜ਼ਰੂਰ ਦੁਬਾਰਾ ਜਦੋਂ ਤੁਹਾਡੇ ਕੋਲ ਟਾਈਮ ਹੋਵੇ ਤੇ ਫਿਰ ਤੁਸੀਂ ਦੁਬਾਰਾ ਕਰੋ ਜ਼ਰੂਰ। ਅਸੀਂ ਨੂੰ ਹੌਟ ਟੌਪਿਕ ਚੁੱਕ ਕੇ ਬਿਲਕੁਲ ਰੈਗੂਲਰਲੀ ਅਸੀਂ ਕਰਾਂਗੇ ਇਨਸ਼ਾਅੱਲਾ। ਜ਼ਰੂਰ, ਸ਼ੁਕਰੀਆ। ਥੈਂਕ ਯੂ ਕਨਵਰ ਭਾਈ।